Hanji, welcome to the Herbal Earth and good evening to all of you. ਅੱਜ ਸਾਡੇ ਨਾਲ ਡਾਕਟਰ JS ਵਿਰਕ ਜੀ ਫਗਵਾੜਾ ਤੋਂ MBBS FAMS FCGP PGDGM ਜੁੜੇ ਹਨ ਤੇ ਹਰ ਵਾਰ ਦੀ ਤਰ੍ਹਾਂ ਅੱਜ ਆਪਾਂ ਫਿਰ ਇੱਕ ਟੌਪਿਕ ਲੈ ਕੇ ਆਏ ਆ ਸਕਿਨ ਡਿਸੀਜ਼ਸ ਤੇ ਕਿ ਵੇਰੀਅਸ ਟਾਈਪਸ ਆਫ ਜਿਹੜੇ ਸਕਿਨ ਡਿਸੀਜ਼ਸ ਹੁੰਦੇ ਆ ਤੇ ਤੁਸੀਂ ਉਹਨਾਂ ਬਾਰੇ ਜਾਣਕਾਰੀ ਲਓਗੇ। ਡਾਕਟਰ ਸਾਹਿਬ ਸਾਨੂੰ ਉਹਨਾਂ ਬਾਰੇ ਦੱਸਣਗੇ ਕਿਹੜੀਆਂ ਚੀਜ਼ਾਂ ਸਾਨੂੰ ਅਵੋਇਡ ਕਰਨੀਆਂ ਚਾਹੀਦੀਆਂ ਔਰ ਕਿਹੜੀਆਂ ਚੀਜ਼ਾਂ ਸਾਨੂੰ ਲੈਣੀਆਂ ਚਾਹੀਦੀਆਂ ਆ ਤੇ ਤੁਸੀਂ ਸਾਰੇ ਪਲੀਜ਼ ਉਹਦੇ ਨੋਟਸ ਜ਼ਰੂਰ ਰੈਡੀ ਕਰਿਆ ਕਰੋ। ਤੇ ਉਸ ਤੋਂ ਇਲਾਵਾ ਇਹ ਹੈ ਕਿ ਜਿਹੜੇ ਵੀ ਤੁਹਾਡੇ ਕੁਐਸਚਨਸ ਹੈ ਐਟ ਦ ਐਂਡ ਆਫ ਦ ਡਿਸਕਸ਼ਨ ਡਾਕਟਰ ਸਾਹਿਬ ਨੂੰ ਤੁਸੀਂ ਪੁੱਛ ਸਕਦੇ ਆ ਤੇ ਆਪਾਂ ਆਪਣਾ ਅੱਜ ਦਾ ਸੈਸ਼ਨ ਸ਼ੁਰੂ ਕਰਦੇ ਆ। ਵੈਲਕਮ ਡਾਕਟਰ ਸਾਹਿਬ। ਥੈਂਕ ਯੂ ਚੇਤਨਾ ਜੀ। ਵੈਲਕਮ ਟੂ ਆਲ ਤੇ ਮੇਰੇ ਭੈਣੋ ਤੇ ਭਰਾਵੋ। ਅੱਜ ਅਸੀਂ ਇੱਕ ਬਹੁਤ ਹੀ ਵਧੀਆ ਟੌਪਿਕ ਡਿਸਕਸ ਕਰਨੇ ਜਾ ਰਹੇ ਹਾਂ, ਕਾਮਨ ਸਕਿਨ ਡਿਸਆਰਡਰਸ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਕਿਨ ਜਿਹੜੀ ਹੈ ਇਹ ਸਾਡੀ ਬੋਡੀ ਦਾ ਲਾਰਜੈਸਟ ਆਰਗਨ ਹੈ, ਸਭ ਤੋਂ ਵੱਡਾ ਆਰਗਨ ਹੈ ਔਰ ਇਸ ਨੂੰ ਅਸੀਂ ਜੇ ਇਹਦੇ ਫੰਕਸ਼ਨ ਤੇ ਅਨਾਟਮੀ ਦੇਖੀਏ ਕਿ ਕੀ ਚੀਜ਼ ਹੈਗੀ ਆ, ਇਹ ਇੱਕ ਸਭ ਤੋਂ ਵੱਡਾ ਆਰਗਨ ਸਾਡੀ ਬੋਡੀ ਦੇ ਵਿੱਚ ਹੈਗਾ ਜਿਹੜਾ ਕਿ ਬੋਡੀ ਮਾਸ ਦਾ ਤਕਰੀਬਨ 10% ਹਿੱਸਾ ਲੈਂਦਾ ਹੈਗਾ ਆ। 10ਵਾਂ ਹਿੱਸਾ ਬੋਡੀ ਦਾ ਇਹਦਾ ਵਜ਼ਨ ਹੈਗਾ ਆ। ਇਹ ਸਾਡੇ ਬਹੁਤ ਸਾਰੇ ਫੰਕਸ਼ਨ ਜਿਹੜੇ ਆ ਇਹ ਸਾਡੀ ਬੋਡੀ ਨੂੰ ਦਿੰਦੇ ਆ। ਇੱਕ ਤਾਂ ਪ੍ਰੋਟੈਕਸ਼ਨ ਦਾ, ਜਿਹੜੀ ਐਕਸਟਰਨਲ ਪ੍ਰੋਟੈਕਸ਼ਨ ਹੈਗੀ ਆ ਉਹ ਸਕਿਨ ਕਰਦੀ ਹੈ। ਦੂਜਾ ਵਾਟਰ ਪ੍ਰੀਜ਼ਰਵੇਸ਼ਨ ਕਰਦੀ ਆ, ਵਾਟਰ ਨੂੰ ਜਿਹੜਾ ਸਾਡੇ ਸਰੀਰ ਦਾ ਪਾਣੀ ਹੈ ਉਹਨੂੰ ਬਾਹਰ ਵੈਪੋਰੇਟ ਨਹੀਂ ਹੋਣ ਦਿੰਦੀ। ਸ਼ੌਕ ਅਬਜ਼ੋਰਪਸ਼ਨ ਹੈਗੀ ਆ, ਇਹਦੇ ਨਾਲ ਜਿਹੜੇ ਸ਼ੌਕਸ ਹੈਗੇ ਆ ਉਹ ਸਾਡੀ ਬੋਡੀ ਅਬਜ਼ੋਰਬ ਕਰਦੀ ਹੈਗੀ ਆ। ਫਿਰ ਇਹ ਟੱਚ ਦੀ ਜਿਹੜੀ ਸੈਂਸੇਸ਼ਨ ਹੈਗੀ ਆ, ਛੂਹਣ ਦੀ ਸੈਂਸੇਸ਼ਨ ਆ, ਉਹ ਸਾਨੂੰ ਦਿੰਦੀ ਹੈਗੀ ਆ। ਫਿਰ ਕੈਲੋਰੀ ਜਿਹੜੀ ਆ ਸਾਡੇ ਬੋਡੀ ਦੀ ਅੰਦਰਲੀ ਗਰਮੀ ਹੈਗੀ ਆ ਉਹਨੂੰ ਇਹ ਪ੍ਰੀਜ਼ਰਵ ਕਰਦੀ ਹੈਗੀ ਆ। ਵਿਟਾਮਿਨ ਡੀ ਜਿਹੜਾ ਹੈ ਉਹ ਵੀ ਸਕਿਨ ਦੇ ਵਿੱਚ ਹੀ ਸਿੰਥੇਸਾਈਜ਼ ਹੁੰਦਾ ਹੈਗਾ ਆ ਧੁੱਪ ਦੇ ਨਾਲ। ਤੇ ਟੈਂਪਰੇਚਰ ਵੀ ਕੰਟਰੋਲ ਕਰਦੀ ਆ, ਜਿਹੜੀ ਸਾਡੀ ਬਾਹਰਲੀ ਟੈਂਪਰੇਚਰ ਆ ਔਰ ਸਾਡੀ ਅੰਦਰਲੀ ਟੈਂਪਰੇਚਰ ਆ ਉਹਨੂੰ ਇਹ ਮਤਲਬ ਮੇਨਟੇਨ ਰੱਖਦੀ ਹੈਗੀ ਆ। ਤੇ ਬੋਡੀ ਦੇ ਵਿੱਚ ਸਾਡੀ ਸਕਿਨ ਦੇ ਵਿੱਚ ਬਹੁਤੇ ਸਾਰੇ ਜਿਹੜੇ ਫੈਟੀ ਐਸਿਡਸ ਹੈਗੇ ਆ ਉਹ ਨਿਕਲਦੇ ਹੈਗੇ ਆ, ਜਿਹੜੇ ਕਿ ਸਾਡੀ ਬੋਡੀ ਨੂੰ ਇੱਕ ਤਾਂ ਲੂਬਰੀਕੇਟ ਕਰਦੇ ਹੈਗੇ ਆ, ਇੱਕ ਮੋਇਸਚਰਾਈਜ਼ ਕਰਦੇ ਹੈਗੇ ਆ। ਔਰ ਨਾਟ ਓਨਲੀ ਦੈਟ, ਇਹ ਜਿਹੜੇ ਇਹ ਫੈਟੀ ਐਸਿਡਸ ਨਿਕਲਦੇ ਹੈਗੇ ਆ ਇਹ ਈਵਨ ਸਾਡੇ ਜਰਮਸ ਲਈ ਵੀ ਖਤਰਾ ਹੁੰਦੇ ਹੈਗੇ ਆ। ਸੋ ਇੰਨੇ ਜ਼ਿਆਦਾ ਕੰਮ ਜਿਹੜੇ ਹੈਗੇ ਆ ਉਹ ਇਹ ਸਾਡੀ ਜਿਹੜੀ ਸਕਿਨ ਹੈਗੀ ਆ ਉਹ ਕਰਦੀ ਹੈਗੀ ਆ। ਤੇ ਸਾਡੀਆਂ ਜਿਹੜੀਆਂ ਸਕਿਨ ਡਿਜ਼ੀਜ਼ਸ ਹੁੰਦੀਆਂ ਆ ਉਹਨਾਂ ਦੇ ਕੀ ਕਾਰਨ ਹੈਗੇ ਆ ਉਹ ਆਪਾਂ ਡਿਸਕਸ ਕਰਦੇ ਹਾਂ। ਤੇ ਜਿਹੜੇ ਕਾਮਨ ਜਾਣੇ ਜਾਂਦੇ ਕਾਰਨ ਹੈਗੇ ਆ ਉਹਨਾਂ ਵਿੱਚ ਕੁਛ ਇੱਕ ਇਹ ਆ, ਜਿਹੜੇ ਬੈਕਟੀਰੀਆ ਸਾਡੇ ਬੋਡੀ ਦੇ ਸਕਿਨ ਦੇ ਪੋਰਸ ਹੁੰਦੇ ਆ ਜਿਹਨਾਂ ਵਿੱਚੋਂ ਪਸੀਨਾ ਨਿਕਲਦਾ ਹੈਗਾ ਆ, ਜਾਂ ਜਿਹੜੇ ਸਾਡੇ ਹੇਅਰ ਫੋਲੀਕਲਸ ਆ ਜਿੱਥੋਂ ਸਾਡੇ ਸਕਿਨ ਦੇ ਹੇਅਰ ਨਿਕਲਦੇ ਹੈਗੇ ਆ, ਉਹਨਾਂ ਵਿੱਚ ਬੈਕਟੀਰੀਆ ਜਿਹੜੇ ਟਰੈਪ ਹੋ ਜਾਂਦੇ ਆ। ਔਰ ਉਹ ਟਰੈਪ ਹੋ ਕੇ ਅਗਰ ਸਾਡੀ ਇਮਿਊਨਿਟੀ ਸਟਰੋਂਗ ਨਹੀਂ ਹੈ ਤਾਂ ਉਹ ਸਾਡੇ ਤੇ ਹਮਲਾ ਕਰ ਦਿੰਦੇ ਹੈਗੇ ਆ। ਫੰਗਸ ਜਿਹੜਾ ਹੈਗਾ ਆ ਉਹ ਸਾਡੇ ਤੇ ਹਮਲਾ ਕਰ ਦਿੰਦਾ। ਪੈਰਾਸਾਈਟਸ ਹੈਗੇ ਆ ਜਿੱਦਾਂ ਸਕੇਬੀਜ਼ ਵਗੈਰਾ ਹੈਗੇ ਆ ਉਹ ਹਮਲਾ ਕਰ ਦਿੰਦੇ ਆ। ਤੇ ਹੋਰ ਵੀ ਕਈ ਵਾਇਰਸ ਜਿਹੜੇ ਹੈਗੇ, ਮਾਈਕਰੋ ਆਰਗੇਨਿਜ਼ਮ ਜਿਹੜੇ ਆ ਉਹ ਸਾਡੇ ਸਕਿਨ ਦੇ ਉੱਤੇ ਰਹਿੰਦੇ ਆ ਔਰ ਉਹ ਸਾਡੇ ਸਰੀਰ ਤੇ ਹਮਲਾ ਕਰ ਸਕਦੇ ਹੈਗੇ ਆ। ਕਈ ਵਾਰੀ ਸਾਡੀ ਜਿਹੜੀ ਇਮਿਊਨਿਟੀ ਹੈਗੀ ਆ ਉਹ ਕਮਜ਼ੋਰ ਹੋ ਜਾਂਦੀ ਆ ਤੇ ਫਿਰ ਵੀ ਸਾਡੀ ਜਿਹੜੀ ਸਕਿਨ ਹੈਗੀ ਆ ਉਹਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਬਾਹਰੋਂ ਹੋ ਜਾਂਦਾ ਹੈ। ਜਦੋਂ ਅਸੀਂ ਕਿਸੇ ਤਰ੍ਹਾਂ ਦੇ ਅਲਰਜਨਸ ਦੇ ਨਾਲ, ਜਿਹੜੀਆਂ ਚੀਜ਼ਾਂ ਅਲਰਜਿਕ ਕਰਦੀਆਂ ਸਾਨੂੰ, ਜਾਂ ਜਿਹੜੇ ਇਰੀਟੈਂਟ ਹੈਗੇ ਆ ਜਿਹੜੇ ਸਾਡੇ ਜਿਹੜੀ ਸਕਿਨ ਨੂੰ ਹੈਗੇ ਆ ਖਰਾਬ ਕਰਨ ਵਾਲੇ ਹੈਗੇ ਆ, ਜਾਂ ਜੇ ਕਿਸੇ ਇਨਫੈਕਟਡ ਪਰਸਨਸ ਦੀ ਸਕਿਨ ਦੇ ਨਾਲ ਅਸੀਂ ਟੱਚ ਹੋ ਜਾਈਏ ਉਹਦੇ ਵਿੱਚ ਉੱਤੋਂ ਵੀ ਇਨਫੈਕਸ਼ਨ ਜਿਹੜੀ ਹੈਗੀ ਆ ਉਹ ਸਾਡੇ ਸਕਿਨ ਨੂੰ ਲੱਗ ਸਕਦੀ ਹੈਗੀ ਆ। ਕਈ ਵਾਰੀ ਜੈਨੇਟਿਕ ਫੈਕਟਰਸ ਹੁੰਦੇ ਹੈਗੇ ਆ ਤੇ ਉਹ ਵੀ ਸਾਡੇ ਬੋਡੀ ਨੂੰ ਸਕਿਨ ਦੀ ਪ੍ਰੋਬਲਮ ਦੇ ਸਕਦੇ ਹੈਗੇ ਆ। ਜਿਹੜੀਆਂ ਥਾਇਰਾਇਡ ਦੀਆਂ ਬਿਮਾਰੀਆਂ ਹੈਗੀਆਂ, ਜਾਂ ਸਾਡੇ ਇਮਿਊਨ ਸਿਸਟਮ ਦੀਆਂ ਬਿਮਾਰੀਆਂ ਆ, ਜਾਂ ਸਾਡੀ ਕਿਡਨੀ ਦੀਆਂ ਬਿਮਾਰੀਆਂ ਹੈਗੀਆਂ, ਤੇ ਹੋਰ ਵੀ ਕਈ ਲਿਵਰ ਵਗੈਰਾ ਦੀਆਂ ਬਿਮਾਰੀਆਂ ਹੈਗੀਆਂ ਆ, ਉਹ ਵੀ ਰਿਪਰੈਜ਼ੈਂਟ ਕਰਦੀਆਂ ਆ ਸਕਿਨ ਦੇ ਉੱਤੇ ਬਿਮਾਰੀਆਂ ਦਾ। ਜੇ
ਬਹੁਤ ਸਾਰੀਆਂ ਜਿਹੜੀਆਂ ਹੈਲਥ ਕੰਡੀਸ਼ਨਸ ਹੈਗੀਆਂ, ਸਾਡੇ ਲਾਈਫ ਸਟਾਈਲ ਫੈਕਟਰਸ ਹੈਗੇ ਆ, ਉਹ ਵੀ ਇਹਦੀ ਸਕਿਨ ਡਿਸਆਰਡਰ ਜਿਹੜੇ ਆ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਸਾਡੇ ਵਿਟਾਮਿਨਸ ਹੈਗੇ ਆ ਜਿਨ੍ਹਾਂ ਦੀ ਡੈਫੀਸ਼ੀਐਂਸੀ ਕਰਕੇ ਸਾਡੀਆਂ ਸਕਿਨ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ ਹੈਗੀਆਂ। ਕਈ ਤਰ੍ਹਾਂ ਦੇ ਮਿਨਰਲਸ ਹੈਗੇ ਆ ਜਿਹੜੇ ਕਿ ਸਾਡੀ ਸਕਿਨ ਨੂੰ ਪ੍ਰਭਾਵਿਤ ਕਰਦੇ ਹੈਗੇ ਆ, ਤੇ ਕਈਆਂ ਦਾ ਸਾਨੂੰ ਹਾਲੇ ਕਾਜ਼ ਵੀ ਨਹੀਂ ਪਤਾ ਲੱਗਾ ਕਿ ਕੀ ਕਾਜ਼ ਹੈਗਾ, ਕੀ ਕਾਰਨ ਹੈ ਕਿ ਇਹ ਸਕਿਨ ਡਿਜ਼ੀਜ਼ ਜਿਹੜੀਆਂ ਸਾਨੂੰ ਹੋ ਜਾਂਦੀਆਂ ਹੈਗੀਆਂ। ਪ੍ਰੈਗਨੈਂਸੀ ਦੇ ਵਿੱਚ ਆਮ ਕਰਕੇ ਦੇਖਿਆ ਹੈ ਕਿ ਸਕਿਨ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਆ, ਡਿਸਆਰਡਰ ਹੈਗੇ ਆ, ਉਹ ਪ੍ਰੈਗਨੈਂਸੀ ਦੇ ਵਿੱਚ ਵੀ ਹੋ ਜਾਂਦੇ ਆ। ਇਹ ਚੇਂਜਸ ਜਿਹੜੀਆਂ ਆਉਂਦੀਆਂ ਆ, ਸਾਡੇ ਬੋਡੀ ਦੇ ਹਾਰਮੋਨ ਜਿਹੜੇ ਹੈਗੇ ਆ ਉਹ ਅਫੈਕਟ ਹੋ ਜਾਂਦੇ, ਚੇਂਜ ਹੋ ਜਾਂਦੇ ਆ, ਤੇ ਉਹਦੇ ਕਰਕੇ ਵੀ ਇਹ ਲੱਗ ਜਾਂਦੀਆਂ ਹੈਗੀਆਂ। ਕਈ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਸਕਿਨ ਪ੍ਰੋਬਲਮਸ ਹੁੰਦੀਆਂ ਆ, ਉਹ ਪ੍ਰੈਗਨੈਂਸੀ ਵਿੱਚ ਆ ਕੇ ਜ਼ਿਆਦਾ ਘਾਤਕ ਹੋ ਜਾਂਦੀਆਂ ਜਾਂ ਜ਼ਿਆਦਾ ਵਰਸ ਹੋ ਜਾਂਦੀਆਂ ਹੈਗੀਆਂ। ਜਿਹੜੀਆਂ ਬਹੁਤੀਆਂ ਸਕਿਨ ਕੰਡੀਸ਼ਨਸ ਹੈਗੀਆਂ ਆ, ਉਹ ਪ੍ਰੈਗਨੈਂਸੀ ਦੇ ਵਿੱਚ ਹੀ ਸਾਨੂੰ ਪਤਾ ਲੱਗਦਾ ਹੈਗਾ, ਤੇ ਉਹ ਫਿਰ ਜਦੋਂ ਬੱਚਾ ਪੈਦਾ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਸਕਿਨ ਪ੍ਰੋਬਲਮ ਜਿਹੜੀਆਂ ਆ ਉਹ ਖਤਮ ਹੋ ਜਾਂਦੀਆਂ ਹੈ। ਤੇ ਕਈ ਵਾਰੀ ਸਾਨੂੰ ਪ੍ਰੈਗਨੈਂਸੀ ਦੇ ਵਿੱਚ ਹੀ ਡਾਕਟਰ ਦੀ ਸਹਾਇਤਾ ਲੈਣੀ ਪੈਂਦੀ ਹੈ ਉਹਨਾਂ ਨੂੰ ਠੀਕ ਕਰਨ ਲਈ। ਜਿਹੜੀਆਂ ਪ੍ਰੈਗਨੈਂਸੀ ਦੇ ਵਿੱਚ ਸਾਨੂੰ ਕੰਡੀਸ਼ਨਸ ਹੋ ਜਾਂਦੀਆਂ ਆ, ਉਹ ਇਸ ਤਰ੍ਹਾਂ ਹਨ ਜਿੱਦਾਂ ਕਿ ਸਟ੍ਰੈਚ ਮਾਰਕ ਹੈਗੇ ਆ। ਜੇ ਸਾਡੇ ਪੇਟ ਦੇ ਉੱਤੇ ਜਦੋਂ ਬੱਚਾ ਵੱਡਾ ਹੁੰਦਾ ਆ ਤਾਂ ਪੇਟ ਜਿਹੜਾ ਫੁੱਲਦਾ ਹੈ ਉਹਦੇ ਨਾਲ ਸਟ੍ਰੈਚ ਮਾਰਕਸ ਜਿਹੜੇ ਆ ਉਹ ਸਾਡੇ ਪੇਟ ਦੇ ਉੱਤੇ ਹੋ ਜਾਂਦੇ ਹੈਗੇ ਆ। ਕਈ ਵਾਰੀ ਮਿਲਾਸਮਾ ਹੋ ਜਾਂਦਾ ਜਿਹੜਾ ਕਿ ਮੂੰਹ ਦੇ ਉੱਤੇ ਕਾਲੇ ਧੱਬੇ ਲੱਗ ਜਾਂਦੇ ਹੈਗੇ ਆ। ਕਈ ਵਾਰੀ ਪੈਂਫੀਗੋਇਡ ਸਿੰਪਟਮਸ ਹੋ ਜਾਂਦੇ ਆ ਜਿਹਦੇ ਵਿੱਚ ਬਲਿਸਟਰਸ ਵਗੈਰਾ ਬਣ ਜਾਂਦੇ ਹੈਗੇ ਆ। ਕਈ ਵਾਰੀ ਪ੍ਰੂਰੇਟਿਕ ਆਰਟੀਕੇਰੀਅਲ ਪੈਪੂਲਸ ਐਂਡ ਪਲੈਕਸ ਹੋ ਜਾਂਦੀਆਂ, ਛਪਾਕੀ ਵਾਲੀਆਂ ਚੀਜ਼ਾਂ ਜਿਹੜੀਆਂ ਖਾਰਸ਼ ਵਾਲੀਆਂ ਆ ਉਹ ਹੋ ਜਾਂਦੀਆਂ। ਕਈ ਵਾਰੀ ਐਕਜ਼ੀਮਾ ਹੋ ਜਾਂਦਾ ਜਿਹੜਾ ਕਿ ਸਕਿਨ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਆ। ਤੇ ਸ਼ੂਗਰ ਦੇ ਨਾਲ ਕਈ ਵਾਰੀ ਸਕਿਨ ਦੀਆਂ ਪ੍ਰੋਬਲਮ ਹੋ ਜਾਂਦੀਆਂ ਹੈਗੀਆਂ ਆ, ਤੇ ਬਹੁਤਿਆਂ ਲੋਕਾਂ ਦੇ ਵਿੱਚ ਜਿਹੜੀ ਡਾਇਬਟੀਜ਼ ਦੇ ਕਰਕੇ ਇਹ ਸਕਿਨ ਪ੍ਰੋਬਲਮ ਹੁੰਦੀਆਂ ਆ, ਤੇ ਇਹ ਜਿਹੜੀਆਂ ਹੈਗੀਆਂ ਸਕਿਨ ਡਿਸਆਰਡਰਸ ਹੈਗੇ ਆ ਇਹ ਡਾਇਬੈਟਿਕਸ ਨੂੰ ਹੀ ਤਕਰੀਬਨ ਅਫੈਕਟ ਕਰਦੇ ਹੈਗੇ ਆ। ਤੇ ਇਹ ਰਿਸਕ ਇਨਫੈਕਸ਼ਨ ਦਾ ਜਿਹੜਾ ਰਿਸਕ ਹੈਗਾ ਆ ਉਹ ਡਾਇਬਟੀਜ਼ ਦੇ ਵਿੱਚ ਜ਼ਿਆਦਾ ਹੁੰਦਾ ਹੈ। ਕਦੇ ਕਹਿੰਦੇ ਆ ਕਿ ਡਾਇਬਟਿਕਸ ਨੂੰ ਫੋੜੇ ਫਿੰਸੀਆਂ ਜ਼ਿਆਦਾ ਹੋ ਜਾਂਦੇ, ਜੇ ਜ਼ਖਮ ਹੋ ਜਾਏ ਤਾਂ ਉਹ ਹਟਦਾ ਨਹੀਂ ਹੈ। ਡਾਇਬਟੀਜ਼ ਜਿਹੜੀਆਂ ਕੰਡੀਸ਼ਨਸ ਹੈਗੀਆਂ ਆ ਉਹ ਬੈਕਟੀਰੀਅਲ ਇਨਫੈਕਸ਼ਨਸ ਹੈਗੀਆਂ ਕਿ ਜਿੱਦਾਂ ਕਿ ਫੋੜੇ ਫਿੰਸੀਆਂ ਔਰ ਅੱਖਾਂ ਦੀ ਜਿਹੜੀ ਗੁਆਂਢੀ ਜਿਹਨੂੰ ਕਹਿ ਦਿੰਦੇ ਆ, ਜਾਂ ਜਿਹੜੇ ਸਾਡੇ ਸਕਿਨ ਦੇ ਉੱਤੇ ਵਾਲ ਹੈ ਉਹਨਾਂ ਦੇ ਜੜ੍ਹਾਂ ਦੇ ਵਿੱਚ ਬਾਲ ਤੋੜ ਵਗੈਰਾ ਇਸ ਤਰ੍ਹਾਂ, ਜਾਂ ਜਿਹੜੇ ਨੋਹਾਂ ਦੇ ਵਿੱਚ ਵੀ ਮਤਲਬ ਇਨਫੈਕਸ਼ਨ ਜਿਹੜੀ ਬੋਇਲਸ ਹੋ ਜਾਂਦੇ ਹੈਗੇ ਆ। ਕਈ ਵਾਰੀ ਫੰਗਲ ਇਨਫੈਕਸ਼ਨਸ ਹੈਗੀਆਂ ਜਿਹੜੀਆਂ ਉਹ ਹੋ ਜਾਂਦੀਆਂ, ਤੇ ਰਿੰਗ ਵਰਮ ਵਗੈਰਾ ਜਾਂ ਜੀਸਟ ਇਨਫੈਕਸ਼ਨ ਹੈਗੀ, ਉਂਗਲੀਆਂ ਦੇ ਵਿਚਕਾਰ ਜਿਹੜਾ ਜੀਸਟ ਇਨਫੈਕਸ਼ਨ ਹੋ ਜਾਂਦੀ ਹੈਗੀ ਆ ਉਹਨਾਂ ਦੇ ਐਂਗਲਸ ਦੇ ਵਿੱਚ। ਫਿਰ ਕੈਂਥੋਸਿਸ ਨਾਈਗਰੀਕਾਂਸ ਹੋ ਜਾਂਦਾ, ਕਈ ਵਾਰੀ ਕਾਲਾਪਨ ਹੋ ਜਾਂਦਾ ਹੈਗਾ ਆ ਸਰੀਰ ਦੇ ਉੱਤੇ। ਡਾਇਬੈਟਿਕ ਬਲਿਸਟਰਸ ਹੋ ਜਾਂਦੇ ਆ, ਮਤਲਬ ਛਾਲੇ ਹੋ ਜਾਂਦੇ ਹੈਗੇ ਆ। ਡਾਇਬੈਟਿਕ ਡਰਮੋਪੈਥੀ ਹੋ ਜਾਂਦੀ ਜਿਹਦੇ ਨਾਲ ਜਿਹੜੀ ਉੱਪਰਲੀ ਸਤ੍ਹਾ ਹੈਗੀ ਆ ਸਕਿਨ ਦੀ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਡਿਜੀਟਲ ਸਕਲੀਰੋਸਿਸ ਹੋ ਜਾਂਦਾ ਆ, ਜਿਹੜੀਆਂ ਉਂਗਲੀਆਂ ਹੈਗੀਆਂ ਆ ਉਹ ਬਿਲਕੁਲ ਸਖਤ ਹੋ ਜਾਂਦੀਆਂ ਹੈਗੀਆਂ, ਤਾਂ ਉਹ ਵੀ ਉਹਦੀ ਜਿਹੜੀ ਸਕਿਨ ਹੈਗੀ ਆ ਉਹ ਬਿਲਕੁਲ ਸਟ੍ਰੈਚ ਹੋ ਕੇ ਇੱਕ ਤਰ੍ਹਾਂ ਮਤਲਬ ਬਹੁਤ ਸਖਤ ਜਿਹੀਆਂ ਉਂਗਲੀਆਂ ਹੋ ਜਾਂਦੀਆਂ ਹੈਗੀਆਂ। ਇਨਫਲੇਮੇਟਰੀ ਬਾਊਲ ਡਿਜ਼ੀਜ਼, ਪੇਟ ਦੀ ਜੇ ਕਈ ਬਿਮਾਰੀਆਂ ਹੈਗੀਆਂ ਜਿਨ੍ਹਾਂ ਦੇ ਨਾਲ ਸਕਿਨ ਦੇ ਵਿੱਚ ਪ੍ਰੋਬਲਮ ਹੁੰਦੀਆਂ, ਜਿੱਦਾਂ ਕਿ ਸਕਿਨ ਟੈਗਸ ਹੈਗੇ ਆ, ਛੋਟੇ ਛੋਟੇ ਟੈਗਸ ਜਿਹੜੀਆਂ ਸਕਿਨ ਦੀਆਂ ਹੈਗੀਆਂ ਉਹ ਦੇਖਣੀਆਂ। ਐਨਲ ਫਿਸ਼ਰ ਹੈਗੀ ਆ, ਐਨਲ ਫਿਸ਼ਰ ਜਿਹੜੀ ਬਹੁਤ ਹੀ ਪੇਨਫੁਲ ਲੈਟਿਨ ਵੇਲੇ ਹੁੰਦੀ ਆ। ਸਟੋਮੇਟਾਈਟਿਸ ਜਿਹੜੀ ਮੂੰਹ ਦੇ ਵਿੱਚ ਸੋਜ ਹੋ ਜਾਂਦੀ ਆ। ਵੈਸਕੂਲਾਈਟਿਸ ਹੋ ਜਾਂਦੀ, ਜਿਹੜੀਆਂ ਨਾੜਾਂ ਦੇ ਵਿੱਚ ਸੋਜ ਹੋ ਜਾਂਦੀ ਆ। ਵਿਟਿਲਾਈਗੋ ਹੋ ਜਾਂਦੀ ਆ ਜਿਹੜਾ, ਤੇ ਐਲਰਜਿਕ ਐਕਜ਼ੀਮਾ ਜਿਹੜਾ ਹੈ ਇਹ ਵੀ ਇਨਫਲੇਮੇਟਰੀ ਬਾਊਲ ਡਿਜ਼ੀਜ਼ ਦੇ ਨਾਲ ਹੁੰਦਾ ਹੈਗਾ ਆ। ਫਿਰ ਸਾਡੇ ਜਿਹੜਾ ਹੈਗਾ ਸਟ੍ਰੈਸ ਹੈਗਾ ਆ, ਜੇ ਤਣਾਅ ਹੈਗਾ ਸਾਡੇ ਜ਼ਿੰਦਗੀ ਦੇ ਵਿੱਚ, ਉਹ ਵੀ ਕਈ ਤਰ੍ਹਾਂ ਦੇ ਇੰਬੈਲੈਂਸਿਸ ਜਿਹੜੇ ਆ ਸਾਨੂੰ ਟ੍ਰਿਗਰ ਕਰ ਦਿੰਦਾ ਹੈ, ਤੇ ਜਿਹੜੀਆਂ ਸਕਿਨ ਪ੍ਰੋਬਲਮ ਹੈਗੀਆਂ ਉਹ ਐਗਰੇਵੇਟ ਕਰ ਦਿੰਦਾ। ਇਹ ਕਿਹੜੀਆਂ ਐਕਜ਼ੀਮਾ ਹੈ, ਸੋਰਾਇਸਿਸ ਹੈ, ਐਕਨੀ ਹੈ ਮੂੰਹ ਦੇ ਉੱਤੇ, ਰੋਜ਼ੇਸੀਆ ਹੈ, ਲਾਲਪਨ ਹੋ ਜਾਂਦਾ ਹੈ, ਇਕਥਿਓਸਿਸ ਹੈ ਜਿਹੜਾ ਕਿ ਮਤਲਬ ਜਿੱਦਾਂ
ਮੱਛੀ ਦੇ ਸਕੇਲਸ ਹੋ ਜਾਂਦੀਆਂ, ਇਦਾਂ ਹੀ ਐਕਥਿਓਸਿਸ ਹੋ ਜਾਂਦਾ, ਵਿਟਲਾਈਗੋ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈਗੀ ਆ, ਹਾਈਵਸ ਜਿਹੜੀਆਂ ਜਿਹਨੂੰ ਅਸੀਂ ਛਪਾਕੀ ਕਹਿੰਦੇ ਹੈ ਉਹ ਹੋ ਜਾਂਦੀ, ਸਿਗੋਰਿਕ ਡਰਮੇਟਾਈਟਿਸ ਹੋ ਜਾਂਦੀ, ਜਿਹੜੀ ਸਿਰ ਦੇ ਵਿੱਚ ਸਿਕਰੀ ਵਗੈਰਾ ਹੋ ਜਾਂਦੀ ਆ, ਅਲੋਪੇਸ਼ੀਆ ਐਰੇਟਾ ਜਿਹੜਾ ਹੈਗਾ ਇਸ ਟੈਸਟ ਕਰਕੇ ਹੁੰਦਾ ਆ ਕਿ ਥੋੜੇ ਥੋੜੇ ਵਾਲ ਜਿਹੜੇ ਹੈਗੇ ਆ ਉਹ ਥੋੜੀ ਜਗ੍ਹਾ ਦੇ ਵਿੱਚੋਂ ਜਿੰਨਾ ਕੁ ਰੁਪਈਏ ਦਾ ਜਗ੍ਹਾ ਹੁੰਦਾ ਹੈ ਉਨੀ ਕੁ ਵਾਲ ਜਿਹੜੇ ਆ ਉਹ ਉੜ ਜਾਂਦੇ ਹੈਗੇ ਆ। ਇਸ ਤਰ੍ਹਾਂ ਦੀਆਂ ਸਕਿਨ ਦੀਆਂ ਕਈ ਪ੍ਰੋਬਲਮ ਹੈਗੀਆਂ ਜਿਹੜੀਆਂ ਸਟ੍ਰੈਸ ਕਰਕੇ ਹੁੰਦੀਆਂ ਹੈਗੀਆਂ। ਕਈ ਪ੍ਰੋਬਲਮਾਂ ਜਿਹੜੀਆਂ ਹੈ ਉਹ ਸੂਰਜ ਦੀ ਤਪਸ਼ ਕਰਕੇ ਹੋ ਜਾਂਦੀਆਂ ਹੈਗੀਆਂ, ਤੇ ਇਹ ਵੀ ਡਿਫਰੈਂਟ ਜਿਹੜੇ ਸਕਿਨ ਡਿਸਆਰਡਰਸ ਹੈਗੇ ਆ ਉਹ ਸਨ ਕਰਕੇ ਹੁੰਦੇ ਆ। ਇਹ ਜਿਹੜੇ ਤਾਂ ਕੁਛ ਇੱਕ ਤਾਂ ਹੈ ਹਾਰਮਲੈਸ ਹੈਗੇ ਆ, ਤੇ ਜਿਹੜੇ ਰੇਅਰ ਹੈਗੇ ਆ ਉਹ ਲਾਈਫ ਥ੍ਰੈਟਨਿੰਗ ਹੋ ਸਕਦੇ ਆ, ਤੇ ਸਕਿਨ ਦੇ ਡਿਸਆਰਡਰਸ ਨੂੰ ਜ਼ਿਆਦਾ ਵਰਸਨ ਵੀ ਕਰ ਦਿੰਦੇ ਹੈਗੇ ਆ। ਸਨਲਾਈਟ ਐਕਸਪੋਜ਼ਰ ਜਿਹੜਾ ਹੈਗਾ ਆ ਉਹ ਸਾਨੂੰ ਬਹੁਤ ਥੋੜੀ ਦੇਰ ਲਈ ਹੀ ਲੈਣਾ ਚਾਹੀਦਾ ਹੈਗਾ ਆ, ਤੇ ਉਹਦੇ ਜਿਹਦੇ ਵਿੱਚ ਸਾਨੂੰ ਵਿਟਾਮਿਨ ਡੀ ਦੀ ਮਤਲਬ ਕਮੀ ਨਾ ਹੋਵੇ ਔਰ ਮਿਲਦਾ ਰਹੇ। 15-20 ਮਿੰਟ ਤੋਂ ਜ਼ਿਆਦਾ ਜਿਹੜਾ ਸਨ ਬਾਥ ਲੈਣਾ ਉਹ ਸਾਨੂੰ ਕਈ ਵਾਰੀ ਸਨ ਬਰਨ ਹੋ ਜਾਂਦੇ ਆ, ਔਰ ਸਨ ਬਰਨ ਤੋਂ ਬਾਅਦ ਸਾਨੂੰ ਕਈ ਵਾਰੀ ਕੈਂਸਰ ਦੀ ਵੀ ਸੰਭਾਵਨਾ ਹੋ ਸਕਦੀ ਹੈ ਜੇ ਜ਼ਿਆਦਾ ਅਸੀਂ ਸਨ ਬਾਥ ਲਈਏ। ਕਈ ਤਰ੍ਹਾਂ ਦੇ ਮੋਕੇ ਹੋ ਜਾਂਦੇ ਹੈਗੇ ਆ, ਰਿੰਕਲਸ ਜਿਹੜੀਆਂ ਝੁਰੜੀਆਂ ਹੈਗੀਆਂ ਆ ਉਹ ਹੋ ਜਾਂਦੀਆਂ, ਸਨ ਬਰਨ ਜਿਸ ਤਰ੍ਹਾਂ ਮੈਂ ਦੱਸਿਆ ਹੈ, ਐਕਟੀਨਿਕ ਕੈਰਾਟੋਸਿਸ ਹੋ ਜਾਂਦਾ, ਜੇ ਸਕਿਨ ਜਿਹੜੀ ਹੈਗੀ ਆ ਉਹ ਸਖਤ ਹੋ ਜਾਂਦੀ ਆ, ਕਈ ਵਾਰੀ ਸਕਿਨ ਕੈਂਸਰ ਹੋ ਜਾਂਦਾ, ਬੇਸਲ ਸੈਲ ਕਾਰਸੀਨੋਮਾ ਕਹਿੰਦੇ ਆ, ਸਕੁਇਮਸ ਸੈਲ ਕਾਰਸੀਨੋਮਾ ਕਹਿੰਦੇ, ਮੈਲਾਨੋਮਾ। ਇਹ 3 ਤਰ੍ਹਾਂ ਦੇ ਕੈਂਸਰ ਹੈਗੇ ਆ ਜਿਹੜੇ ਚਮੜੀ ਦੇ ਹੁੰਦੇ ਆ, ਇਹ ਸੂਰਜ ਦੀ ਤਪਸ਼ ਦੇ ਨਾਲ ਹੋ ਸਕਦੇ ਹੈਗੇ ਆ। ਫੋਟੋ ਸੈਂਸਿਟਿਵਿਟੀ ਹੋ ਜਾਂਦੀ ਆ, ਕਈ ਵਾਰੀ ਜਿਹੜੀ ਲਾਈਟ ਹੈਗੀ ਆ ਉਹਦੀ ਸੈਂਸਿਟਿਵਿਟੀ ਦੇ ਨਾਲ ਵੀ ਸਕਿਨ ਦੇ ਉੱਤੇ ਪ੍ਰਭਾਵ ਪੈਂਦਾ ਹੈਗਾ ਆ। ਸਿੰਪਟਮਸ ਕੀ ਹੈਗੇ ਆ ਜਿਹੜੇ ਕਿ ਸਕਿਨ ਡਿਸਆਰਡਰਸ ਵਿੱਚ ਹੁੰਦੇ ਹੈਗੇ ਆ। ਸਕਿਨ ਦੀਆਂ ਜਿਹੜੀਆਂ ਕੰਡੀਸ਼ਨਸ ਹੈਗੀਆਂ ਇਹ ਬਹੁਤ ਵਾਈਡ ਰੇਂਜ ਦੇ ਸਿੰਪਟਮਸ ਹੁੰਦੇ ਆ। ਸਿੰਪਟਮ ਜਿਹੜੇ ਸਕਿਨ ਦੇ ਹੈਗੇ ਆ ਉਹ ਕਾਮਨ ਪ੍ਰੋਬਲਮਸ ਜਿਹੜੀਆਂ ਹੈਗੀਆਂ ਉਹ ਉਹਨਾਂ ਤੋਂ ਅਪੀਅਰ ਹੁੰਦੇ ਆ, ਔਰ ਇਹ ਸਿੰਪਟਮ ਜਿਹੜੇ ਹੈਗੇ ਆ ਇਹ ਬਲਿਸਟਰ ਤੋਂ ਲੈ ਕੇ ਜਿੱਦਾਂ ਨਵੇਂ ਸ਼ੂ ਕਿਸੇ ਨੇ ਪਾਏ ਆ ਉਹਦੇ ਬਲਿਸਟਰ ਹੋ ਜਾਂਦੇ ਹੈਗੇ ਆ। ਟਾਈਟ ਪੈਂਟਸ ਹੈਗੀਆਂ ਆ ਉਹਨਾਂ ਦੇ ਨਾਲ ਮਤਲਬ ਕਾਫੀ ਝੁਰੜੀਆਂ ਜਿਹੀਆਂ ਔਰ ਟਾਈਟ ਪੈਂਟਾਂ ਦੇ ਨਾਲ ਵੀ ਹੋ ਜਾਂਦੀਆਂ ਹੈ। ਤੇ ਸਕਿਨ ਪ੍ਰੋਬਲਮ ਜਿਹੜੀਆਂ ਹੈਗੀਆਂ ਆ ਕਈਆਂ ਦਾ ਓਬਵੀਅਸ ਕਾਜ਼ ਨਹੀਂ ਪਤਾ ਲੱਗਦਾ, ਤੇ ਸਾਰੀਆਂ ਜਿਹੜੀਆਂ ਸਕਿਨ ਪ੍ਰੋਬਲਮ ਹੈਗੀਆਂ ਉਹਨਾਂ ਦੀ ਸਾਨੂੰ ਟ੍ਰੀਟਮੈਂਟ ਕਰਾਉਣੀ ਬਹੁਤ ਜ਼ਰੂਰੀ ਹੈਗੀ ਆ। ਸਕਿਨ ਦੀਆਂ ਰੈਗੂਲਰਿਟੀਜ਼ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਰੇਜ਼ਡ ਬੰਪਸ ਦੈਟ ਆਰ ਰੈਡ ਔਰ ਵਾਈਟ, ਲਾਲ ਔਰ ਚਿੱਟੇ ਜਿਹੜੇ ਆ ਉਹ ਦਾਣੇਦਾਰ ਰੇਜ਼ਡ ਹੋ ਜਾਂਦੇ ਆ। ਰੈਸ਼ ਹੋ ਜਾਂਦੀ ਆ ਜਿੱਦਾਂ ਦੀ ਮੀਜ਼ਲਸ ਦੀ ਰੈਸ਼ ਹੁੰਦੀ ਆ, ਇਸ ਤਰ੍ਹਾਂ ਦੀ ਪੇਨਫੁਲ ਹੁੰਦੀ ਆ, ਦਰਦ ਵਾਲੀ ਹੁੰਦੀ ਆ ਤੇ ਇੱਚੀ ਹੁੰਦੀ ਆ, ਉਹਦੇ ਵਿੱਚ ਖਾਰਿਸ਼ ਜ਼ਿਆਦਾ ਹੁੰਦੀ ਆ। ਸਕੇਲੀ ਔਰ ਰਫ ਸਕਿਨ ਹੋ ਸਕਦੀ ਆ, ਕਈ ਵਾਰੀ ਸਕਿਨ ਜਿਹੜੀ ਆ ਉਧੜ ਜਾਂਦੀ ਆ, ਪੀਲ ਹੋ ਜਾਂਦੀ ਆ, ਕਈ ਵਾਰੀ ਅਲਸਰ ਜ਼ਖਮ ਹੋ ਜਾਂਦੇ ਹੈਗੇ ਆ, ਓਪਨ ਸੋਰਸ ਔਰ ਲੀਜਨਸ ਇਸ ਤਰ੍ਹਾਂ ਦੇ ਹੋ ਜਾਂਦੇ ਆ, ਜਾਂ ਡਰਾਈ ਕਰੈਕਡ ਸਕਿਨ ਹੋ ਜਾਂਦੀ ਆ, ਜਿੱਦਾਂ ਖੁਰਦਰੀ ਜਿਹੀ ਸਕਿਨ ਹੋ ਜਾਂਦੀ ਹੈ, ਖੁਸ਼ਕ ਜਿਹੜੀ ਆ, ਡਿਸਕਲਰਡ ਪੈਚਸ ਆਫ ਸਕਿਨ ਹੋ ਜਾਂਦੇ ਆ, ਉਹਦੇ ਜਿਹੜੇ ਸਕਿਨ ਦੇ ਕਲਰ ਹੈਗਾ ਆ ਉਹ ਚੇਂਜ ਹੋ ਜਾਂਦਾ ਹੈਗਾ ਆ। ਕਈ ਵਾਰੀ ਫਲੈਸ਼ੀ ਬੰਪਸ ਹੋ ਜਾਂਦੇ ਆ, ਵਾਰਟਸ ਹੋ ਜਾਂਦੇ ਆ, ਜਿਹੜੇ ਮੋਲਸ ਹੁੰਦੇ ਹੈਗੇ ਆ, ਸਕਿਨ ਗਰੋਥ ਜਿਹੜੀਆਂ ਹੁੰਦੀਆਂ ਉਹ ਹੋ ਜਾਂਦੀਆਂ ਆ। ਜਿਹੜਾ ਮੋਲ ਹੈਗਾ ਆ ਆਲਰੇਡੀ ਮੋਕਾ ਹੈਗਾ ਆ ਉਹਦਾ ਕਲਰ ਚੇਂਜ ਹੋ ਜਾਂਦਾ, ਸਾਈਜ਼ ਵੀ ਵੱਧ ਜਾਂਦਾ ਹੈ, ਤੇ ਕਈ ਵਾਰੀ ਪਿਗਮੈਂਟ ਜਿਹੜਾ ਹੈਗਾ ਆ ਉਹ ਉੜ ਜਾਂਦਾ, ਜਿਹੜਾ ਸਾਡਾ ਸਕਿਨ ਦਾ ਨਾਰਮਲ ਪਿਗਮੈਂਟ ਹੈਗਾ ਆ ਉਹ ਨਹੀਂ ਰਹਿੰਦਾ ਹੈਗਾ ਆ। ਤੇ ਐਕਸੈਸਿਵ ਫਲਸ਼ਿੰਗ, ਬਹੁਤ ਸਾਰੀ ਲਾਲੀ ਜਿਹੜੀ ਆ ਉਹ ਜਦੋਂ ਧੁੱਪ ਦੇ ਵਿੱਚ ਤੁਸੀਂ ਬਹਿੰਦੇ ਆ ਤੇ ਬਹੁਤ ਸਾਰੀ ਲਾਲੀ ਜਿਹੜੀ ਆ ਹੋ ਜਾਂਦੀ ਹੈਗੀ ਆ। ਇਸ ਤਰ੍ਹਾਂ ਦੇ ਕਈ ਸਿੰਪਟਮਸ ਹੈਗੇ ਆ ਜਿਹੜੇ ਕਿ ਸਕਿਨ ਦੀਆਂ ਪ੍ਰੋਬਲਮਾਂ ਨੂੰ ਦਰਸਾਉਂਦੇ ਹੈਗੇ ਆ। ਜਿਹੜੇ ਬੱਚਿਆਂ ਦੇ ਵਿੱਚ ਸਕਿਨ ਡਿਸਆਰਡਰਸ ਹੈਗੇ ਆ ਉਹ ਐਗਜ਼ੀਮਾ ਹੋ ਜਾਂਦਾ, ਡਾਇਪਰ ਜਿਹੜੀ ਆ, ਜਿਹੜੇ ਬੱਚੇ ਡਾਇਪਰ ਯੂਜ਼ ਕਰਦੇ ਆ ਔਰ ਕੰਟੀਨਿਊਸਲੀ ਪਿਸ਼ਾਬ ਔਰ ਲੈਟਰਿਨ ਜਿਹੜੀ ਉਹਨਾਂ ਦੇ ਹੈ ਉਹਦੇ ਨਾਲ ਰੈਸ਼ ਹੋ ਜਾਂਦੀ ਹੈਗੀ ਆ। ਕਈ ਵਾਰੀ ਸਿਰ ਦੇ ਉੱਤੇ ਸਿਕਰੀ ਜ਼ਿਆਦਾ ਹੋ ਜਾਂਦੀ ਆ। ਚਿਕਨ ਪੌਕਸ ਦੇ ਜਿਹੜੇ ਮਤਲਬ
ਹੈਗੇ ਆ, ਬਲਿਸਟਰਸ ਹੈਗੇ ਆ ਉਹ ਹੋ ਜਾਂਦੇ ਆ, ਮੀਜ਼ਲਸ ਦੀ ਰੈਸ਼ ਹੋ ਜਾਂਦੀ ਆ, ਕਈ ਵਾਰੀ ਵਾਰਟਸ ਹੈਗਾ ਬੱਚਿਆਂ ਦੇ ਵੀ ਦੇਖਣ ਨੂੰ ਮਿਲਦੇ ਆ, ਐਕਨੀ ਬੱਚਿਆਂ 'ਚ ਵੀ ਹੋ ਸਕਦੀ ਹੈਗੀ ਆ। ਫਿਰ ਹਾਈਵਜ਼ ਛਪਾਕੀ ਹੋ ਜਾਂਦੀ ਆ, ਰਿੰਗ ਵਾਰਮ ਜਿਹੜਾ ਕਿ ਗੋਲ ਗੋਲ ਚੱਕਰਾਂ ਵਾਲੇ ਜਿਹੜੇ ਸਕਿਨ ਲੀਜਨਸ ਹੈਗੇ ਆ ਉਹ ਹੋ ਜਾਂਦੇ, ਰੈਸ਼ਸ ਹੋ ਜਾਂਦੀਆਂ, ਤੇ ਨਾਲ ਹੀ ਰੈਸ਼ਸ ਜਿਹੜੀਆਂ ਅਲਰਜਿਕ ਰਿਐਕਸ਼ਨ ਜਿਹੜੇ ਹੈਗੇ ਆ ਉਹ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲਦੇ ਹੈਗੇ ਆ। 10 ਸਕਿਨ ਕੇਅਰ ਹੈਬਿਟਸ ਹੈਗੀਆਂ ਜਿਹੜੀਆਂ ਕਿ ਐਕਨੀ ਨੂੰ ਕਲੀਅਰ ਕਰ ਦਿੰਦੀਆਂ। ਐਕਨੀ ਇੱਕ ਬਹੁਤ ਹੀ ਇੰਪੋਰਟੈਂਟ ਬੱਚਿਆਂ ਦੇ ਯੰਗ ਅਡਲਟਸ ਦੇ ਵਿੱਚ ਦੇਖਣ ਨੂੰ ਮਿਲਦੀ ਆ, ਔਰ ਇਹਨਾਂ ਦੀ ਜਿਹੜੀ ਮੂੰਹ ਦੀ ਰੌਣਕ ਹੈਗੀ ਆ ਉਹ ਖਤਮ ਕਰ ਦਿੰਦੀ ਆ, ਤੇ ਉਹਦੇ ਵਿੱਚ ਬਹੁਤ ਬੱਚੇ ਜਿਹੜੇ ਹੈਗੇ ਆ ਉਹ ਆਪਣੀ ਹੀਨ ਭਾਵਨਾ ਦੇ ਸ਼ਿਕਾਰ ਹੋ ਜਾਂਦੇ ਆ। ਉਹਦੇ ਲਈ ਕੀ ਹੈਗਾ, ਵਾਸ਼ ਟਵਾਈਸ ਏ ਡੇ ਐਂਡ ਆਫਟਰ ਸਵੈਟਿੰਗ, ਜਦੋਂ ਪਸੀਨਾ ਪਸੂਨਾ ਆਵੇ ਜਾਂ ਵੈਸੇ ਵੀ 2 ਵੇਲੇ ਜਿਹੜਾ ਮੂੰਹ ਹੈਗਾ ਆ ਉਹਨੂੰ ਧੋਣਾ ਚਾਹੀਦਾ ਹੈ। ਤੇ ਆਪਣੇ ਸਿਰ ਦੇ ਉੱਤੇ ਧੁੱਪ ਜ਼ਿਆਦਾ ਨਾ ਲੱਗੇ ਤੇ ਕੋਈ ਹੈਟ ਤੇ ਹੈਲਮਟ ਵਗੈਰਾ ਪਹਿਨ ਕੇ ਰੱਖਣਾ ਚਾਹੀਦਾ ਹੈ। ਜਦੋਂ ਇਹ ਪਹਿਨਦੇ ਆ ਤਾਂ ਉਹਦੇ ਨਾਲ ਪਸੀਨਾ ਪਸੂਨਾ ਆ ਜਾਂਦਾ, ਤਾਂ ਉਹਦੇ ਨਾਲ ਵੀ ਹਾਂ ਇਹ ਹੋ ਜਾਂਦੀ ਹੈਗੀ ਆ। ਤੇ ਸਕਿਨ ਨੂੰ ਵਾਸ਼ ਕਰਨਾ ਬਹੁਤ ਜ਼ਰੂਰੀ ਹੈ 2 ਵਾਰੀ, ਖਾਸ ਕਰਕੇ ਜਦੋਂ ਪਸੀਨਾ ਆਇਆ ਹੋਵੇ। ਤੇ ਜਿਹੜੀਆਂ ਟਿਪਸ ਹੈਗੀਆਂ ਫਿੰਗਰ ਦੀਆਂ ਆ ਉਹ ਅਪਲਾਈ ਜੈਂਟਲੀ ਕਰਨੀਆਂ ਚਾਹੀਦੀਆਂ ਹੈ, ਤੇ ਕੋਈ ਅਬਰੇਸਿਵ ਕਲੀਨਜ਼ਰ ਨਹੀਂ ਇਸਤੇਮਾਲ ਕਰਨਾ ਚਾਹੀਦਾ ਜਿਹਦੇ ਨਾਲ ਕਿ ਜਿਹੜੀ ਸਕਿਨ ਹੈਗੀ ਆ ਉਹ ਰਫ ਹੋ ਜਾਏ। ਤੇ ਵਾਸ਼ ਕਲੋਥ, ਮੈਸ਼ ਸਪੰਜ ਔਰ ਐਨੀਥਿੰਗ ਐਲਸ ਕੈਨ ਇਰੀਟੇਟ ਦਾ ਸਕਿਨ। ਇਹ ਜਿਹੜੇ ਜ਼ਿਆਦਾ ਖੁਰਦਰੇ ਕੱਪੜੇ ਹੈਗੇ ਆ ਉਹ ਸਕਿਨ ਨੂੰ ਇਰੀਟੇਟ ਕਰ ਦਿੰਦੇ ਹੈਗੇ ਆ। ਤੇ ਬਹੁਤ ਹੀ ਜੈਂਟਲ ਹੋਣਾ ਚਾਹੀਦਾ ਸਕਿਨ ਦੇ ਨਾਲ, ਇਹਨੂੰ ਜ਼ਿਆਦਾ ਰਗੜਨਾ ਨਹੀਂ ਚਾਹੀਦਾ, ਤੇ ਜੈਂਟਲ ਤਰੀਕੇ ਦੇ ਨਾਲ ਮਤਲਬ ਬਿਹੇਵ ਕਰਨਾ ਚਾਹੀਦਾ ਹੈ। ਤੇ ਨਾਲ ਜਿਹੜੀ ਸਟ੍ਰਿੰਜੈਂਟਸ ਹੈਗੇ ਆ, ਟੋਨਰਸ ਹੈਗੇ ਆ, ਐਕਸਫੋਲੀਐਂਟਸ ਹੈਗੇ ਆ, ਇਹ ਇਸਤੇਮਾਲ ਵੀ ਘੱਟ ਤੋਂ ਘੱਟ ਕਰਨੇ ਚਾਹੀਦੇ ਹੈਗੇ ਆ। ਡਰਾਈ ਰੈਡ ਸਕਿਨ ਜਿਹੜੀ ਆ ਉਹ ਜਿਹੜੀ ਸਕਿਨ ਨੂੰ ਬਹੁਤ ਵਰਸ ਕਰ ਦਿੰਦੀ ਹੈਗੀ ਆ। ਜਿਹੜੀ ਸਕਰਬ ਕਰਦੇ ਆ ਅਸੀਂ, ਰਗੜਦੇ ਹੈਗੇ ਆ, ਉਹ ਐਕਨੀ ਨੂੰ ਜ਼ਿਆਦਾ ਖਰਾਬ ਕਰ ਦਿੰਦੀ ਹੈਗੀ ਆ। ਤੇ ਕਈ ਵਾਰੀ ਜੇ ਥੋੜੀ ਬਹੁਤ ਖਾਰਸ਼ ਵਗੈਰਾ ਹੁੰਦੀ ਆ ਤਾਂ ਉਹਨੂੰ ਰਗੜਨਾ ਨਹੀਂ ਚਾਹੀਦਾ, ਸਕਰਬ ਨਹੀਂ ਕਰਨਾ ਚਾਹੀਦਾ, ਤੇ ਸਿਰਫ ਲਿਊਕ ਵਾਰਮ ਵਾਟਰ ਦੇ ਨਾਲ ਰਿੰਸ ਕਰ ਦੇਣਾ, ਇੱਕ ਵਾਰੀ ਧੋ ਲੈਣਾ ਚਾਹੀਦਾ ਹੈਗਾ। ਸ਼ੈਂਪੂ ਜਿਹੜਾ ਸਿਰ ਦੇ ਉੱਤੇ ਰੈਗੂਲਰਲੀ ਕਰਨਾ ਚਾਹੀਦਾ ਹੈਗਾ ਆ, ਕਿਉਂਕਿ ਜੇ ਤੁਹਾਡੀ ਆਇਲੀ ਹੇਅਰ ਹੈਗੇ ਆ ਤਾਂ ਸ਼ੈਂਪੂ ਡੇਲੀ ਕਰਨਾ ਚਾਹੀਦਾ ਹੈਗਾ ਆ। ਤੇ ਸਕਿਨ ਨੂੰ ਨੈਚੁਰਲੀ ਹੀਲ ਕਰਨਾ ਚਾਹੀਦਾ ਆ। ਤੇ ਜੇ ਤੁਸੀਂ ਆਪਣੇ ਜਿਹੜੇ ਐਕਨੀ ਦੇ ਦਾਣੇ ਹੈਗੇ ਆ ਉਹਨਾਂ ਨੂੰ ਪ੍ਰਿਕ ਕਰੋਗੇ ਜਾਂ ਪਿਕ ਕਰੋਗੇ, ਉਹਦੇ ਨਾਲ ਸਕਵੀਜ਼ ਕਰੋਗੇ, ਤੇ ਉਹ ਜਿਹੜੀ ਐਕਨੀ ਹੈਗੀ ਆ ਉਹ ਖਰਾਬ ਹੋ ਜਾਏਗੀ, ਤੇ ਉਹਦੇ ਜਦੋਂ ਹੀਲ ਹੋਏਗੀ ਤਾਂ ਸਕਾਰ ਬਣ ਜਾਏਗਾ ਤੇ ਤੁਹਾਡਾ ਮੂੰਹ ਬਿਲਕੁਲ ਭੈੜਾ ਲੱਗੇਗਾ। ਇਸ ਲਈ ਕੋਈ ਵੀ ਦਾਣਾ ਜੇ ਐਕਨੀ ਦਾ ਬਣਦਾ ਹੈ ਤਾਂ ਉਹਨੂੰ ਛੇੜਨਾ ਨਹੀਂ ਚਾਹੀਦਾ, ਉਹਨੂੰ ਕੋਈ ਵੀ ਪਿਕ ਨਹੀਂ ਕਰਨਾ ਚਾਹੀਦਾ ਜਾਂ ਪ੍ਰਿਕ ਨਹੀਂ ਕਰਨਾ ਚਾਹੀਦਾ। ਜਿਹੜੇ ਹੱਥ ਆਪਣੇ ਮੂੰਹ ਦੇ ਉੱਤੋਂ ਕਦੀ ਵੀ ਨਾਲ ਨਹੀਂ ਟੱਚ ਕਰਨੇ ਚਾਹੀਦੇ ਕਿ ਉਹਨੂੰ ਛੇੜੀ ਜਾਓ ਤੁਸੀਂ ਆਪਣੇ ਦਾਣਿਆਂ ਨੂੰ। ਸੂਰਜ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ, ਟੈਨਿੰਗ ਬੈਡਸ ਤੋਂ ਵੀ ਪਰਹੇਜ਼ ਕਰਨਾ ਚਾਹੀਦਾ, ਉਹਦੇ ਨਾਲ ਵੀ ਇਹ ਜਿਹੜੀ ਐਕਨੀ ਹੈਗੀ ਉਹ ਵੱਧ ਜਾਂਦੀ ਹੈਗੀ ਆ। ਤੇ ਆਪਣੇ ਡਾਕਟਰ ਨੂੰ ਫਿਰ ਕੰਸਲਟ ਕਰ ਸਕਦੇ ਹੋ ਜੇ ਉਹ ਵੱਧ ਗਈ ਹੋਵੇ। ਇਹ ਐਕਨੀ ਹੈ, ਇਸ ਪਿਕਚਰ ਆ ਕਲੀਅਰ ਹੈ, ਔਰ ਆਦੇ ਵਿੱਚ ਆ ਐਕਨੀ ਇੰਨੀ ਹੈਗੀ ਆ। ਔਰ ਇਹ ਐਕਨੀ ਜਿਹੜੀ ਹੈਗੀ ਆ ਇਹਨੂੰ ਐਕਨੀ ਵਲਗੈਰਿਸ ਵੀ ਕਹਿੰਦੇ ਹੈਗੇ ਆ, ਜਿਹੜਾ ਮੋਸਟ ਕਾਮਨ ਡਿਸਆਰਡਰ ਹੈਗਾ ਆ US ਦੇ ਵਿੱਚ, ਤੇ ਇੰਡੀਆ ਦੇ ਵਿੱਚ ਵੀ ਹੈ। ਇਹਦੇ ਨਾਲ ਕਾਫੀ ਸੋਰਸ ਆਫ ਐਂਜ਼ਾਈਟੀ ਹੈਗਾ ਜਿਹੜੇ ਯੰਗ ਅਡਲਟਸ ਹੈਗੇ ਆ, ਤੇ ਇਹਦੀ ਇਨਸੀਡੈਂਸ ਅਡਲਟਸ ਦੇ ਵਿੱਚ ਵੀ ਜ਼ਿਆਦਾ ਹੋ ਰਹੀ ਹੈਗੀ ਆ। ਇਹ ਇੱਕ ਬਲੌਕ ਜਿਹੜੇ ਹੇਅਰ ਫੋਲੀਕਲਸ ਹੁੰਦੇ ਆ ਉਹ ਬਲੌਕ ਹੋ ਜਾਂਦੇ ਆ, ਤੇ ਜਿਹੜੀਆਂ ਆਇਲ ਦੀਆਂ ਸਪੇਸ਼ੀਅਸ ਗਲੈਂਡਸ ਹੈਗੀਆਂ ਉਹ ਇਹਦੇ ਵਿੱਚ ਹਾਰਮੋਨਲ ਚੇਂਜਸ ਕਰਕੇ ਇਹ ਪੈਦਾ ਕਰਦੀ ਹੈਗੀ ਆ। ਐਕਨੀ ਜਿਹੜੀ ਆ ਇਹ ਪਿੰਪਲਸ ਨੂੰ ਹੀ ਰੈਫਰ ਨਹੀਂ ਕਰਦੀ, ਬਲੈਕ ਹੈਡਸ ਵੀ ਹੋ ਜਾਂਦੇ ਆ, ਕਾਲੇ ਜਿਹੜੇ ਮੂੰਹ ਹੁੰਦੇ ਹੋਏ ਆ। ਕਈ ਵਾਰੀ ਇਹ ਸਿਸਟਿਕ ਹੋ ਜਾਂਦੀ ਆ, ਜਿਹਦੇ ਵਿੱਚ ਸਿਸਟ ਬਣ ਜਾਂਦੇ ਆ, ਪਸ ਵਗੈਰਾ ਭਰ ਜਾਂਦੀ ਆ, ਤੇ ਨਡੂਲਸ ਬਣ ਜਾਂਦੇ ਹੈਗੇ ਆ। ਕਈਆਂ ਲੋਕਾਂ ਦੇ ਵਿੱਚ ਜਿਹੜੀ ਐਕਨੀ ਹੈਗੀ ਆ ਹੋਰ ਬੋਡੀ ਦੇ ਪਾਰਟ ਦੇ ਵਿੱਚ, ਜਿੱਦਾਂ ਕਿ ਬੈਕ ਆ ਤੇ ਚੈਸਟ ਆ, ਉੱਥੇ ਵੀ ਹੋ ਜਾਂਦੀ ਹੈਗੀ ਆ। ਸੋ ਇਹ ਹੈ ਐਥਲੀਟ ਫੁੱਟ। ਇਹਦੇ ਵਿੱਚ ਆ ਜਿਹੜੇ
ਦੋਨੋਂ ਵੈਬ ਆਫ ਦਾ ਫਿੰਗਰਸ ਹੈਗਾ ਆ, ਇਹਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਆ, ਔਰ ਇਹ ਇਨਫੈਕਸ਼ਨ ਜਿਹੜੀ ਹੈਗੀ ਆ ਇਹ ਐਥਲੀਟ ਫੁੱਟ ਫੰਗਸ ਇਨਫੈਕਸ਼ਨ ਹੈਗੀ ਆ। ਇਹਦੇ ਨਾਲ ਰੈਡ ਸਕਿਨ ਹੋ ਜਾਂਦੀ ਆ, ਇਚਿੰਗ ਹੋ ਜਾਂਦੀ ਆ ਤੇ ਬਰਨਿੰਗ ਸੈਂਸੇਸ਼ਨ ਹੋ ਜਾਂਦੀ ਆ, ਤੇ ਬਲਿਸਟਰਸ ਵੀ ਕਈ ਵਾਰੀ ਹੋ ਜਾਂਦੇ ਆ ਤੇ ਜ਼ਖਮ ਵੀ ਹੋ ਜਾਂਦੇ ਹੈਗੇ ਆ। ਇਹ ਕੰਟੇਜੀਅਸ ਹੈ, ਇੱਕ ਦੂਜੇ ਤੋਂ ਹੋ ਜਾਂਦੀ ਹੈਗੀ ਆ। ਇਹਨੂੰ ਪ੍ਰੀਵੈਂਟ ਕਰਨ ਲਈ ਜਿਹੜੇ ਸ਼ੂਜ਼ ਹੈਗੇ ਆ ਉਹ ਇੱਕ ਦੂਜੇ ਦੇ ਸ਼ੇਅਰ ਨਹੀਂ ਕਰਨੇ ਚਾਹੀਦੇ ਇਨਫੈਕਟਡ ਪਰਸਨ ਦੇ, ਤੇ ਕਈ ਵਾਰੀ ਬੇਅਰ ਫੁੱਟ ਤੁਰਨਾ, ਨੰਗੇ ਪੈਰੀਂ ਚੱਲਣ ਨਾਲ ਵੀ ਇਹ ਹੋ ਜਾਂਦੀ ਹੈਗੀ ਆ। ਤੇ ਇਹਨੂੰ ਟੌਪੀਕਲ ਜਿਹੜੀਆਂ ਦਵਾਈਆਂ ਹੈਗੀਆਂ, ਐਂਟੀ ਫੰਗਲ ਲੋਸ਼ਨਸ ਹੈਗੇ ਆ, ਉਹਨਾਂ ਨਾਲ ਟਰੀਟ ਕਰਨਾ ਪੈਂਦਾ ਹੈਗਾ ਆ। ਤੇ ਕਈ ਵਾਰੀ ਸੀਵੀਅਰ ਕੇਸਿਸ ਦੇ ਵਿੱਚ ਡਾਕਟਰ ਵੱਲੋਂ ਦਵਾਈ ਜਿਹੜੀ ਆ ਉਹ ਪ੍ਰਸਕ੍ਰਾਈਬ ਕਰਾਉਣੀ ਚਾਹੀਦੀ ਆ। ਤੇ ਜਿਹੜਾ ਪੈਰ ਹੈਗਾ ਆ ਤੇ ਇਨਸਾਈਡ ਸ਼ੂਜ਼ ਹੈਗਾ ਉਹਨੂੰ ਹਮੇਸ਼ਾ ਕਲੀਨ ਤੇ ਡਰਾਈ ਰੱਖਣਾ ਚਾਹੀਦਾ। ਜਦੋਂ ਤੁਸੀਂ ਨਹਾ ਕੇ ਹਟਦੇ ਆ ਤਾਂ ਇਹਨਾਂ ਦੇ ਜਿਹੜੇ ਵੈਬ ਆਫ ਫਿੰਗਰ ਹੈਗੀਆਂ ਉਹਨਾਂ ਨੂੰ ਤੌਲੀਏ ਦੇ ਨਾਲ ਡਰਾਈ ਕਰ ਲੈਣਾ ਜ਼ਰੂਰੀ ਹੈਗਾ ਆ। ਸਿਬੋਰਿਕ ਡਰਮੇਟਾਈਟਸ ਜਿਹੜੀ ਹੈ ਇਹ ਸਿੱਕਰੀ ਹੈ, ਕਈਆਂ ਦੇ ਸਿਰ ਦੇ ਵਿੱਚ ਹੁੰਦੀ ਹੈਗੀ ਆ, ਤੇ ਬੱਚਿਆਂ ਦੇ ਵਿੱਚ ਵੀ ਕ੍ਰੈਡਲ ਕੈਪ ਹੁੰਦੀ ਆ, ਤੇ 올ਡਰ ਚਿਲਡਰਨ ਦੇ ਵਿੱਚ ਤੇ ਅਡਲਟਸ ਦੇ ਵਿੱਚ ਵੀ ਇਹ ਦੇਖੀ ਜਾਂਦੀ ਹੈਗੀ ਆ। ਕਈ ਵਾਰੀ ਡਾਇਪਰ ਡਰਮੇਟਾਈਟਸ ਹੋ ਜਾਂਦੀ ਹੈਗੀ ਆ, ਤੇ ਇਹ ਕੰਡੀਸ਼ਨ ਜਿਹੜੀ ਹੈਗੀ ਆ ਹੋਰ ਬੋਡੀ ਦੇ ਜਿਹੜੇ ਸਕੈਲਪ ਤੋਂ ਬਿਨਾਂ ਹੈਗਾ, ਫੇਸ ਤੇ ਕਈ ਵਾਰੀ ਹੋ ਜਾਂਦੀ ਆ, ਨੈਕ ਤੇ ਹੋ ਜਾਂਦੀ ਹੈਗੀ ਆ, ਤੇ ਸਕਿਨ ਫੋਲਡਸ ਦੇ ਵਿੱਚ ਹੋ ਜਾਂਦੀ ਆ। ਜਿੱਥੇ ਜਿੱਥੇ ਵੀ ਸਕੇਲਸ ਜਿਹੜੀਆਂ ਹੈਗੀਆਂ ਸਿਕਰੀ ਦੀਆਂ ਉਹ ਗਿਰਦੀਆਂ ਆ, ਉੱਥੇ ਉੱਥੇ ਉਹ ਅਲਰਜਿਕ ਰਿਐਕਸ਼ਨ ਜਿਹੜਾ ਹੈ ਉਹ ਦਿੰਦੀਆਂ ਹੈਗੀਆਂ। ਟ੍ਰੀਟਮੈਂਟ ਐਂਟੀ ਫੰਗਲ ਕਰੀਮ ਜਿਹੜੀਆਂ ਹੈਗੀਆਂ ਤੇ ਟੌਪੀਕਲ ਸਟੀਰੋਇਡਸ ਜਿਹੜੇ ਆ ਉਹ ਇਹਦੇ ਲਗਾਏ ਜਾਂਦੇ ਹੈਗੇ ਆ। ਐਟੋਪਿਕ ਡਰਮੇਟਾਈਟਸ ਹੈਗੀ ਆ, ਇਹ ਵੀ ਸਕਿਨ ਕੰਡੀਸ਼ਨ ਹੈਗੀ ਆ, ਐਗਜ਼ੀਮਾ ਹੀ ਹੁੰਦਾ ਇੱਕ ਕਿਸਮ ਦਾ, ਤੇ ਕਿਸੇ ਵੀ ਟਾਈਮ ਤੇ ਲਾਈਫ ਦੇ ਹੋ ਸਕਦੀ ਹੈਗੀ ਆ। ਚਾਈਲਡਹੁੱਡ 'ਚ ਇਹ ਸਟਾਰਟ ਹੁੰਦੀ ਆ ਤੇ ਬਹੁਤ ਤੰਗ ਕਰਦੀ ਹੈਗੀ ਆ, ਤੇ ਇਹਦੀ ਜਿਹੜੀ ਕਰੋਨਿਕ ਕੰਡੀਸ਼ਨ ਹੈਗੀ ਆ, ਇਹਦਾ ਕਿਉਰ ਜਿਹੜੀ ਹੈਗੀ ਆ ਉਹ ਬਹੁਤ ਰੇਅਰ ਹੁੰਦੀ, ਘੱਟ ਹੁੰਦੀ ਹੈਗੀ ਆ। ਤੇ ਇਹ ਕੰਡੀਸ਼ਨ ਜਿਹੜੀ ਹੈਗੀ ਆ ਫੈਮਲੀਜ਼ ਦੇ ਵਿੱਚ ਚੱਲਦੀ ਹੈਗੀ ਆ, ਜਿਨ੍ਹਾਂ ਨੂੰ ਅਲਰਜੀਜ਼ ਹੈਗੀਆਂ, ਅਸਥਮਾ ਹੈਗਾ ਆ, ਤੇ ਇਹ ਇੱਕ ਕਿਸਮ ਦੀ ਅਲਰਜਿਕ ਕੰਡੀਸ਼ਨਸ ਹੈਗੀ ਆ, ਤੇ ਬੱਚਿਆਂ ਦੇ ਵਿੱਚ ਇਹ ਖਾਸ ਕਰਕੇ ਹੁੰਦੀ ਆ। ਕਈ ਵਾਰੀ ਫੂਡਸ ਜਿਹੜੀਆਂ ਹੈਗੀਆਂ ਆ, ਕਈ ਫੂਡ ਜਿਹੜੇ ਹੈਗੇ ਉਹਨਾਂ ਤੋਂ ਵੀ ਇਹ ਹੋ ਜਾਂਦੀ ਹੈਗੀ ਆ। ਅਟੋਪਿਕ ਡਰਮੇਟਾਈਟਿਸ ਜਿਹੜੀ ਆ ਉਹ ਵਰਸ ਹੋ ਜਾਂਦੀ ਆ ਜਦੋਂ ਕਿਸੇ ਇਰੀਟੇਟਿੰਗ ਸਬਸਟੈਂਸ ਦੇ ਨਾਲ ਤੁਸੀਂ ਕੰਟੈਕਟ ਕਰਦੇ ਹੈਗੇ ਆ, ਤੇ ਇਹ ਫ੍ਰਿਕਸ਼ਨ ਜਿਹੜੀ ਆ ਉਹ ਵੀ ਕੰਟਰੀਬਿਊਟ ਕਰਦੀ ਆ ਜੇ ਕਿਸੇ ਰਗੜ ਲੱਗ ਜਾਏ ਤਾਂ। ਤੇ ਚਿਲਡਰਨ ਜਿਹੜੇ ਹੈਗੇ ਆ ਕਰਾਲ ਕਰਦੇ ਆ, ਉਹਨਾਂ ਵਿੱਚ ਇਹ ਜ਼ਿਆਦਾ ਹੁੰਦੀ ਹੈਗੀ ਆ। ਕਿਟੋਸਿਸ ਪਿਲਾਰਿਸ ਇਹ ਜਿਹੜੀ ਸਕਿਨ ਕੰਡੀਸ਼ਨਸ ਹੈਗੀ ਆ, ਇਹ ਮਾਈਨਰ ਕੰਡੀਸ਼ਨ ਦੈਟ ਕਾ ਸਮਾਲ ਰਫ ਬੰਪਸ, ਸਕਿਨ ਦੇ ਉੱਤੇ ਛੋਟੇ ਛੋਟੇ ਬੰਪਸ ਹੋ ਜਾਂਦੇ ਆ। ਇਹ ਅਪਰ ਆਰਮਸ ਦੇ ਵਿੱਚ ਤੇ ਥਾਈਜ਼ ਦੇ ਵਿੱਚ, ਚੀਕਸ ਦੇ ਵਿੱਚ ਰੈੱਡ ਔਰ ਵਾਈਟ, ਐਂਡ ਉਦਾਂ ਇਹ ਹਰਟ ਨਹੀਂ ਕਰਦੇ। ਇਹਦੀ ਨਾਰਮਲੀ ਟ੍ਰੀਟਮੈਂਟ ਜ਼ਰੂਰੀ ਨਹੀਂ ਹੈ, ਤੇ ਵੈਸੇ ਦੇਖਣ ਨੂੰ ਬੁਰੇ ਲੱਗਦੇ ਹੈਗੇ ਆ। ਇਹ ਹੈ ਐਕੈਂਥੋਸਿਸ ਨਾਈਗਰਾਂਸ। ਇਹ ਜ਼ਿਆਦਾਤਰ ਜਿਹੜੀ ਸ਼ੂਗਰ ਦੇ ਪੇਸ਼ੈਂਟ ਹੈਗੇ ਆ ਉਹਨਾਂ ਦੀ ਸਕਿਨ ਕਾਲੀ ਹੋ ਜਾਂਦੀ ਹੈਗੀ ਆ। ਕਾਲੀ ਹੋਣ ਦੇ ਕਰਕੇ ਇਹ ਬਹੁਤ ਭੱਦੀ ਜਿਹੀ ਲੱਗਦੀ ਆ। ਇਹ ਸਿਰਫ ਹੱਥਾਂ ਤੇ ਨਹੀਂ ਹੁੰਦੀ, ਇਹ ਬੈਕ ਆਫ ਨੈਕ ਵੀ ਹੋ ਜਾਂਦੀ ਆ, ਤੇ ਉਹਦੇ ਵਿੱਚ ਵੀ ਇਹ ਥਿਕ ਵੀ ਹੋ ਜਾਂਦੀ ਆ ਤੇ ਕਾਲੀ ਵੀ ਹੋ ਜਾਂਦੀ ਹੈਗੀ ਆ, ਤੇ ਫੀਲਸ ਲਾਈਕ ਵੈਲਵੇਟ ਦੀ ਤਰ੍ਹਾਂ ਲੱਗਦੀ ਹੈ। ਜਿਹੜੇ ਇਹ ਕੰਡੀਸ਼ਨ ਹੁੰਦੇ ਆ ਬਲੀਵ ਏਦਾਂ ਕਰਦੇ ਆ ਕਿ ਜਿੱਦਾਂ ਕੋਈ ਡਾਈ ਲਾਈਓ ਹੋਵੇ। ਤੇ ਸਕਰਬਿੰਗ ਜਿਹੜੀ ਹੈਗੀ ਆ ਉਹ ਇਹਨੂੰ ਠੀਕ ਨਹੀਂ ਕਰਦੀ। ਸਕਰਬਿੰਗ ਨਾਲ ਇਹ ਠੀਕ ਨਹੀਂ ਹੁੰਦੀ ਕਿਉਂਕਿ ਇਹ ਇਨਬੋਰਨ ਜਿਹੀ ਹੁੰਦੀ ਹੈਗੀ ਆ। ਇਹ ਕੰਟੇਜੀਅਸ ਨਹੀਂ ਹੈ ਤੇ ਹਾਰਮਫੁਲ ਵੀ ਨਹੀਂ ਹੈਗੀ। ਬਸ ਸਿਰਫ ਇਹ ਆ ਕਿ ਇਹ ਸ਼ੂਗਰ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਦੇਖਣ ਨੂੰ ਵੈਸੇ ਮਿਲਦੀ ਹੈਗੀ ਆ। ਵਾਰਨਿੰਗ ਸਾਈਨ ਜਿਹੜੀ ਆ ਇਹਦਾ ਮੈਡੀਕਲ ਅਟੈਂਸ਼ਨ ਜ਼ਰੂਰ ਲੈਣੀ ਚਾਹੀਦੀ ਆ। ਹੋਰ ਕੋਈ ਪ੍ਰੋਬਲਮ ਜਿਹੜੀ ਅੰਦਰ ਹੋਵੇ ਉਹਨੂੰ ਵੀ ਇਹ ਦਰਸਾਉਂਦੀ ਹੈਗੀ ਆ।
ਅਟੋਪਿਕ ਡਰਮੇਟਾਈਟਿਸ ਦੀ ਗੱਲ ਕੀਤੀ ਹੈ ਇਨਫੈਂਟ ਦੇ ਵਿੱਚ, ਉਹ ਰੈੱਡ ਵੈਰੀ ਇੱਚੀ ਡਰਾਈ ਪੈਚਸ ਆਫ ਸਕਿਨ ਹੁੰਦੇ ਆ, ਰੈਸ਼ ਹੋ ਜਾਂਦੀ ਹੈਗੀ ਆ, ਤੇ ਰੈਸ਼ ਊਜ਼ਸ ਵੈਨ ਸਕ੍ਰੈਚ, ਜਦੋਂ ਉਹਨੂੰ ਸਕ੍ਰੈਚ ਕਰਦੇ ਆ ਤੇ ਉਹਦੇ ਵਿੱਚੋਂ ਪਾਣੀ ਨਿਕਲਦਾ ਹੈਗਾ ਆ। ਸਿੰਪਟਮ ਜਿਹੜੇ ਆ ਉਹ ਵਰਸ ਹੋ ਜਾਂਦੇ ਆ ਜਦੋਂ ਬੱਚਾ ਸਕ੍ਰੈਚ ਕਰਦਾ ਹੈਗਾ ਆ। ਤੇ ਅਡੋਲਸੈਂਟ ਤੇ ਅਰਲੀ ਚਾਈਲਡਹੁੱਡ ਦੇ ਵਿੱਚ ਵੀ ਅਟੋਪਿਕ ਡਰਮੇਟਾਈਟਿਸ ਹੋ ਜਾਂਦੀ ਹੈਗੀ ਆ। ਤੇ ਰੈੱਡ ਸਕੇਲੀ ਰੈਸ਼ ਔਨ ਕਰੀਜ਼ਸ ਆਫ ਹੈਂਡਸ, ਜਿਹੜੇ ਹੱਥ ਦੀਆਂ ਉਂਗਲਾਂ ਦੀਆਂ ਕਰੀਜ਼ਸ ਹੈਗੀਆਂ ਉੱਥੇ ਵੀ ਇਹ ਸਕੇਲੀ ਰੈਸ਼ ਹੋ ਜਾਂਦੀ ਹੈਗੀ ਆ। ਰਿਸਟਸ ਦੇ ਉੱਤੇ, ਨੀਜ਼ ਦੇ ਉੱਤੇ, ਸਮਟਾਈਮਸ ਫੀਟ ਦੇ ਉੱਤੇ, ਐਂਕਲਸ ਤੇ ਨੈਕ, ਸਾਰੀਆਂ ਜਗ੍ਹਾ ਦੇ ਉੱਤੇ ਇਹ ਰੈਸ਼ ਜਿਹੜੀ ਆ ਅਟੋਪਿਕ ਡਰਮੇਟਾਈਟਿਸ ਦੀ ਹੋ ਜਾਂਦੀ ਆ। ਜਿਹੜੀਆਂ ਮਾਰਕਿੰਗਸ ਹੈਗੀਆਂ ਆ ਉਹ ਸਕਿਨ ਦੀਆਂ ਉਹ ਜ਼ਿਆਦਾ ਥਿਕ ਹੋ ਜਾਂਦੀਆਂ ਹੈਗੀਆਂ ਆ। ਸਕਿਨ ਰੈਸ਼ ਜਿਹੜੀ ਆ ਉਹ ਬਲੀਡ ਵੀ ਕਰ ਸਕਦੀ ਆ ਤੇ ਉਹਦੇ ਉੱਤੇ ਸਕਾਰਿੰਗ ਔਰ ਕਰਸਟਿੰਗ ਵੀ ਹੋ ਜਾਂਦੀ ਹੈਗੀ ਆ। ਵਾਰਟਸ ਜਿਹੜੇ ਹੈਗੇ ਆ ਉਹ ਬੋਕੇ ਜਿਹਨੂੰ ਕਹਿ ਦਿੰਦੇ ਆ, ਇਹ ਇਨਫੈਕਸ਼ਨ ਹੁੰਦੀ ਵਾਇਰਸ ਦੀ। ਇਹ ਵਾਇਰਸ ਜਿਹੜਾ ਆ ਉਹਦੇ ਕਰਕੇ ਇਹ ਵਾਰਟਸ ਹੋ ਜਾਂਦੇ ਆ ਤੇ ਇਹ ਫਿੰਗਰ ਦੇ, ਹੈਂਡ ਦੇ, ਫੀਟ ਦੇ ਉੱਤੇ ਇਹ ਕਿਤੇ ਵੀ ਹੋ ਸਕਦੇ ਹੈਗੇ ਆ। ਇਹਦਾ ਹੀ ਭਰਾ ਇੱਕ ਹੈਗਾ ਮੋਲਸਕਮ ਕੰਟੇਜੀਓਜ਼ਮ, ਉਹ ਵੀ ਸਿਮਿਲਰ ਹੁੰਦਾ ਪਰ ਉਹ ਇੱਕ ਦੂਸਰੇ ਵਾਇਰਸ ਤੋਂ ਹੁੰਦਾ ਆ ਤੇ ਉਹ ਇੰਨਾ ਹਾਰਮਫੁਲ ਨਹੀਂ ਹੁੰਦਾ ਤੇ ਉਹ ਆਪਣੇ ਆਪ ਹੀ ਖਤਮ ਹੋ ਜਾਂਦਾ ਆ 2-4 ਮਹੀਨਿਆਂ ਦੇ ਵਿੱਚ। ਇਹ ਹੈ ਐਲੋਪੇਸ਼ੀਆ ਐਰੀਏਟਾ। ਐਲੋਪੇਸ਼ੀਆ ਐਰੀਏਟਾ ਇੰਨੀ ਕੁ ਜਗ੍ਹਾ ਦੇ ਉੱਤੇ ਵਾਲ ਜਿਹੜੇ ਹੈਗੇ ਆ ਉਹ ਝੜ ਗਏ ਆ ਤੇ ਇਹਦੇ ਨਾਲ ਬਹੁਤ ਲੋਕਾਂ ਨੂੰ ਇਹ ਹੋ ਜਾਂਦਾ, ਪਰ ਕਈਆਂ ਨੂੰ ਇਹ ਹੇਅਰ ਲਾਸ ਹੋ ਜਾਂਦੀ ਆ, ਕਈਆਂ ਨੂੰ ਨੇਲ ਚੇਂਜਸ, ਨਾਖੂਨਾਂ ਦੇ ਵਿੱਚ ਵੀ ਚੇਂਜਸ ਆ ਜਾਂਦੀਆਂ ਆ ਤੇ ਉੱਦਾਂ ਗੁੱਡ ਹੈਲਥ ਰਹਿੰਦੀ ਆ, ਕੋਈ ਹੋਰ ਤਕਲੀਫ ਨਹੀਂ ਹੁੰਦੀ। ਜਿਹੜੀ ਹੇਅਰ ਲਾਸ ਹੈਗੀ ਆ ਉਹ ਅਨਪ੍ਰੈਡਿਕਟੇਬਲ ਹੈਗੀ ਆ, ਉਹ ਪਤਾ ਨਹੀਂ ਲੱਗਦਾ ਕਿਸ ਵੇਲੇ ਹੋ ਜਾਣੀ ਆ ਤੇ ਇਹ ਕਈ ਵਾਰੀ ਸਟ੍ਰੈਸ ਕਰਕੇ ਵੀ ਹੋ ਜਾਂਦੀ ਹੈਗੀ ਆ ਤੇ ਕਈਆਂ ਦੇ ਕਈ ਬਾਲਡ ਪੈਚਸ ਹੋ ਜਾਂਦੇ ਆ ਤੇ ਜਦੋਂ ਹੇਅਰ ਰੀਗਰੋ ਕਰਦੇ ਆ ਤਾਂ ਇਹ ਦੁਬਾਰਾ ਫੇਰ ਝੜ ਜਾਂਦੇ ਹੈਗੇ ਆ। ਐਲੋਪੇਸ਼ੀਆ ਐਰੀਏਟਾ ਜਿਹੜਾ ਹੈਗਾ ਨੇਲਸ ਨੂੰ ਵੀ ਅਫੈਕਟ ਕਰਦਾ ਹੈਗਾ ਆ, ਉਹਦੇ ਵਿੱਚ ਡੈਂਟਸ ਹੋ ਜਾਂਦੇ ਆ, ਰਿਜਿਸ ਹੋ ਜਾਂਦੇ ਆ, ਬ੍ਰਿਟਲ ਨੇਲ ਹੋ ਜਾਂਦੇ ਆ ਤੇ ਕਈ ਵਾਰੀ ਲਾਲ ਟਾਈਪ ਦੇ ਨੇਲਸ ਵੀ ਇਹਦੇ ਵਿੱਚ ਦੇਖਣ ਨੂੰ ਮਿਲਦੇ ਹੈਗੇ ਆ। ਇਹ ਹੈ ਕੋਲਡ ਸੋਰ ਜਿਹੜਾ ਕਈਆਂ ਦੇ ਉੱਤੇ ਮਤਲਬ ਬੁਖਾਰ ਤੋਂ ਬਾਅਦ ਵੀ ਖੈਰ ਕਈ ਵਾਰੀ ਹੋ ਜਾਂਦਾ ਹੈਗਾ ਆ। ਇਹ ਹਰਪੀਸ ਸਿੰਪਲੈਕਸ ਲੇਬੀਅਲਿਸ ਜਿਹੜਾ ਹੈਗਾ ਆ ਵਾਇਰਸ ਉਹਦੇ ਕਰਕੇ ਹੁੰਦਾ ਆ ਬੁਖਾਰ ਤੋਂ ਬਾਅਦ। ਕਈ ਕਹਿੰਦੇ ਆ ਕਿ ਉਹਨੂੰ ਇਸ ਤਰ੍ਹਾਂ ਦੇ ਸੋਰਸ ਜਿਹੜੇ ਹੋ ਜਾਂਦੇ ਹੈਗੇ ਆ। ਇਹ ਇਨਫੈਕਸ਼ੀਅਸ ਡਿਜ਼ੀਜ਼ ਹੈਗੀ ਆ। ਡੋਂਟ ਕਿਸ ਪੀਪਲ ਸਪੈਸ਼ਲੀ ਚਿਲਡਰਨ, ਇਹਨਾਂ ਨੂੰ ਕਿਸ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਤੇ ਇੰਟੀਮੇਟ ਕੰਟੈਕਟ ਨਹੀਂ ਹੋਣਾ ਚਾਹੀਦਾ। ਕਲੋਜ਼ ਕੰਟੈਕਟ ਜਿਹੜਾ ਹੈਗਾ ਆ, ਜੇ ਵੀਕਐਂਡ ਇਮਿਊਨਿਟੀ ਹੈਗੀ ਆ ਤਾਂ ਉਹਨਾਂ ਦੇ ਨਿਊਬੋਰਨ ਬੇਬੀਜ਼ ਦੇ ਵੀ ਹੋ ਜਾਂਦਾ ਹੈਗਾ ਆ। ਤੇ ਪਰਸਨਲ ਆਈਟਮ ਜਿਹੜੀਆਂ ਹੈਗੀਆਂ, ਲਿਪ ਬਾਮ ਹੈ, ਟਾਵਲਸ ਹੈ, ਰੇਜ਼ਰਸ ਹੈ, ਉਹ ਕਦੀ ਵੀ ਇੱਕ ਦੂਜੇ ਦੇ ਯੂਜ਼ ਨਹੀਂ ਕਰਨੇ ਚਾਹੀਦੇ। ਬੈਵਰੇਜ ਔਰ ਫੂਡ ਜਿਹੜਾ ਹੈਗਾ ਆ ਉਹ ਵੀ ਬਰਤਨਾਂ ਦੇ ਵਿੱਚ ਨਹੀਂ ਸਾਂਝੀਆਂ 'ਚ ਲੈਣਾ ਚਾਹੀਦਾ ਤੇ ਕੋਲਡ ਸੋਰ ਨੂੰ ਟੱਚ ਵੀ ਨਹੀਂ ਕਰਨਾ ਚਾਹੀਦਾ। ਤੇ ਮੈਡੀਸਨ ਜਿਹੜੀ ਹੈਗੀ ਆ ਲਗਾਨੇ ਹੈਗੇ ਆ ਤਾਂ ਵਾਸ਼ ਕਰ ਲੈਣੇ ਚਾਹੀਦੇ ਹੱਥ ਜਿਹੜੇ ਆ ਆਪਣੇ ਬਾਅਦ ਦੇ ਵਿੱਚ। ਤੇ ਦਿਨ ਦੇ ਵਿੱਚ ਵੀ ਕਈ ਵਾਰੀ ਹੱਥ ਜਿਹੜੇ ਆ ਉਹ ਵਾਸ਼ ਕਰਨੇ ਚਾਹੀਦੇ ਹੈਗੇ ਆ। ਇਹ ਵੀ ਇੱਕ ਤਰ੍ਹਾਂ ਦਾ ਕੋਲਡ ਸੋਰ ਹੀ ਹੈ। ਇਹ ਹਰਪੀਸ ਸਿੰਪਲੈਕਸ ਕਰਕੇ ਹੁੰਦਾ ਹੈਗਾ, ਵਾਇਰਲ ਇਨਫੈਕਸ਼ਨ ਹੈਗੀ ਆ ਤੇ ਇਹ 3 ਤਰ੍ਹਾਂ ਦਾ ਹੋ ਸਕਦਾ ਆ। ਓਰਲ ਹਰਪੀਸ ਹੋ ਜਾਂਦਾ ਆ, ਮਾਊਥ ਹਰਪੀਸ ਹੋ ਜਾਂਦਾ ਆ ਤੇ ਹਰਪੀਸ ਸਿੰਪਲੈਕਸ ਲੇਬੀਅਲਿਸ ਜਿਹੜਾ ਬੁੱਲਾਂ ਤੇ ਹੋ ਜਾਂਦਾ ਉਹ ਹੋ ਜਾਂਦਾ ਹੈਗਾ ਆ। ਤੇ ਇਹ ਕੰਟੈਕਟ ਡਰਮੇਟਾਈਟਿਸ ਜਿਹੜੀ ਹੈਗੀ ਆ ਇਹ ਕੋਈ ਚੀਜ਼ ਲੱਗਣ ਦੇ ਕਰਕੇ ਹੋ ਜਾਂਦੀ ਹੈਗੀ ਆ। ਇਹ ਕੋਈ ਚੀਜ਼ ਜਿਹੜੀ ਚੀਜ਼ ਅਲਰਜਿਕ ਹੈਗੀ ਆ ਉਹ ਅਗਰ ਤੁਹਾਨੂੰ ਲੱਗਦੀ ਹੈ, ਕਈਆਂ ਦੀ ਸੀਮੈਂਟ ਨਾਲ ਹੋ ਜਾਂਦੀ ਆ, ਕਈਆਂ ਦੇ ਇੱਟਾਂ ਵਗੈਰਾ ਫੜਾਉਂਦੇ ਹੈਗੇ ਆ ਉਹਨਾਂ ਦੇ ਅਲਰਜੀ ਹੋ ਜਾਂਦੀ ਆ। ਕਈ ਵਾਰੀ ਕੋਈ ਵੀ ਚੀਜ਼ ਜਿਹੜੀ ਅਲਰਜਿਕ ਹੈਗੀ ਆ, ਜਦੋਂ ਸਾਬਣ ਦੀ ਕਈਆਂ ਨੂੰ ਅਲਰਜੀ ਹੋ ਜਾਂਦੀ ਆ, ਕੋਈ ਵੀ ਕੰਟੈਕਟ ਕਰਦੇ ਆ ਚੀਜ਼ ਉਹਦੇ ਨਾਲ ਇੱਚੀ ਸਕਿਨ ਹੋ ਜਾਂਦੀ ਆ, ਰੈਸ਼ ਹੋ ਜਾਂਦੀ ਹੈਗੀ ਆ ਤੇ ਕਈ ਵਾਰੀ ਬਲਿਸਟਰਸ ਹੋ ਜਾਂਦੇ ਹੈਗੇ ਆ। ਇਹ ਕੰਟੇਜੀਅਸ ਨਹੀਂ, ਇੱਕ ਦੂਜੇ ਤੋਂ ਨਹੀਂ ਹੁੰਦੀ, ਪਰ ਜਿਹੜੀ ਚੀਜ਼ ਦੇ ਨਾਲ ਹੁੰਦੀ ਆ ਉਹਨੂੰ ਅਵੋਇਡ ਕਰਨਾ ਚਾਹੀਦਾ। ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਰੀਟੇਟ ਕਰਦੀਆਂ ਹੈਗੀਆਂ ਆ, ਅਲਰਜਿਕ ਰਿਐਕਸ਼ਨ ਦੇ ਦਿੰਦੀਆਂ ਹੈਗੀਆਂ ਤੇ ਬਹੁਤੇ ਲੋਕ ਫਿਰ ਇਹਦੀ ਦਵਾਈ ਲੈਣਾ ਪਸੰਦ ਕਰਦੇ ਹੈਗੇ ਆ।
ਇਹ ਫਿਰ ਸਿਬੋਰਿਕ ਡਰਮੇਟਾਈਟਿਸ ਦਾ ਹੀ ਕੇਸ ਹੈਗਾ ਆ। ਇਹ ਜਿਹੜੀ ਸਿਕਰੀ ਹੈਗੀ ਆ, ਸਿਕਰੀ ਦੇ ਨਾਲ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਹੋ ਜਾਂਦੀਆਂ ਆ, ਤੇ ਕਾਮਨ ਸਕਿਨ ਡਿਜ਼ੀਜ਼ ਹੈਗੀ ਆ, ਰੈਸ਼ ਹੋ ਜਾਂਦੀ ਹੈਗੀ ਆ। ਤੇ ਜਦੋਂ ਰੈਸ਼ ਅਪੀਅਰ ਹੁੰਦੀ ਆ ਤੇ ਇਹਦਾ ਰੈਡਿਸ਼ ਕਲਰ ਹੁੰਦਾ ਆ, ਸਵੋਲਨ ਹੋ ਜਾਂਦੇ ਆ, ਗ੍ਰੀਜ਼ੀ ਅਪੀਅਰੈਂਸ ਹੋ ਜਾਂਦੀ ਆ, ਵਾਈਟ ਔਰ ਜੈਲਿਸ਼ ਕਰਸਟੀ ਸਕੇਲਸ ਹੋ ਜਾਂਦੀਆਂ ਆ ਸਰਫੇਸ ਦੇ ਉੱਤੇ। ਤੇ ਜਿਹੜੀਆਂ ਬਾਡੀ ਦੇ ਉੱਤੇ ਰੈਸ਼ਿਸ ਅਪੀਅਰ ਹੁੰਦੀਆਂ ਆ, ਇਹ ਸਕਿਨ ਨੂੰ ਇਚ ਕਰਦੀਆਂ, ਬਹੁਤ ਜ਼ਿਆਦਾ ਖਾਰਿਸ਼ ਵਗੈਰਾ ਕਰਦੀਆਂ ਹੈਗੀਆਂ ਆ। ਇਹ ਬੱਚੇ ਦੇ ਐਕਜ਼ੀਮਾ ਹੋਇਆ ਆ। ਐਕਜ਼ੀਮਾ ਜਿਹੜਾ ਟੂ ਮੀਨਿੰਗ ਹੈਗੇ ਆ, ਇਟ ਕੈਨ ਮੀਨ ਆਈਦਰ ਆਫ ਦੀ ਫਾਲੋਇੰਗ ਗਰੁੱਪ ਆਫ ਕੰਡੀਸ਼ਨ ਦੈਟ ਇਨਫਲੇਮਡ, ਇਰੀਟੇਟਡ ਐਂਡ ਇਚੀ ਸਕਿਨ ਹੋ ਜਾਂਦੀ ਆ, ਜ਼ਖਮ ਹੋ ਜਾਂਦੇ ਹੈਗੇ ਆ। ਤੇ ਇਹਦੇ ਵਿੱਚ ਐਟੋਪਿਕ ਡਰਮੇਟਾਈਟਿਸ, ਕੰਟੈਕਟ ਡਰਮੇਟਾਈਟਿਸ ਤੇ ਸਟੇਸਿਸ ਡਰਮੇਟਾਈਟਿਸ, ਇਹ ਸਾਰੀਆਂ ਜਿਹੜੀਆਂ ਐਕਜ਼ੀਮਾ ਦੇ ਵਿੱਚ ਹੀ ਆਉਂਦੀਆਂ ਹੈਗੀਆਂ। ਇਹ ਵੀ ਐਕਜ਼ੀਮਾ ਹੈਗਾ ਆ। ਇਹ ਵੀ eczema is blanket term for several non-contagious conditions. Inflamed, red, dry and itchy skin ਹੋ ਜਾਂਦੀ ਹੈ। Doctors aren't sure what makes eczema. ਇਹ ਪਤਾ ਨਹੀਂ ਲੱਗਦਾ ਕਿ ਕਿਸ ਕਰਕੇ ਹੁੰਦਾ ਆ। ਕਈਆਂ ਨੂੰ ਤਾਂ ਇਹ ਸਟ੍ਰੈਸ ਕਰਕੇ ਹੋ ਜਾਂਦਾ, ਕਈਆਂ ਨੂੰ ਇਰੀਟੈਂਟਸ ਕਰਕੇ ਹੋ ਜਾਂਦਾ, ਕਈਆਂ ਦੇ ਸੋਪਸ ਜਿਹੜੇ ਹੈਗੇ ਆ, ਉਹ ਕਈ ਤਰ੍ਹਾਂ ਦੇ ਸੋਪਸ ਵਰਤਦੇ ਹੱਥਾਂ ਨੂੰ, ਤੇ ਉਹਨਾਂ ਦੇ ਅਲਰਜਨਸ ਦੇ ਨਾਲ ਹੋ ਜਾਂਦਾ। ਕਈਆਂ ਨੂੰ ਕਲਾਈਮੇਟ ਚੇਂਜ ਤੇ ਟ੍ਰਿਗਰ ਫਲੇਅਰ ਕਰ ਦਿੰਦਾ ਹੈਗਾ। ਇਹ ਐਲਬੋਸ ਤੇ, ਹੈਂਡਸ ਤੇ ਸਕਿਨ ਫੋਲਡਸ ਦੇ ਉੱਤੇ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈਗਾ ਆ। ਕਈ ਤਰੀਕੇ ਮੈਡੀਕੇਸ਼ਨਸ ਹੈਗੀਆਂ ਜਿਹੜੀਆਂ ਕਿ ਐਗਜ਼ੀਮੇ ਨੂੰ ਲਗਾ ਕੇ ਠੀਕ ਕੀਤਾ ਜਾਂਦਾ ਹੈਗਾ ਆ। ਤੇ ਕਈ ਲਗਾ ਕੇ ਕੀਤੀਆਂ ਜਾਂਦੀਆਂ, ਕਈ ਓਰਲੀ ਵੀ, ਮਾਊਥ ਰਾਹੀਂ ਵੀ, ਜਾਂ ਕੋਈ ਟੀਕੇ ਲਗਾ ਕੇ ਵੀ ਠੀਕ ਕੀਤੀ ਜਾਂਦੀ ਹੈਗੀ ਆ। ਇਹ ਹੈ ਫੋਲੀਕੁਲਾਈਟਿਸ। ਜਿਹੜੇ ਸਾਡੇ ਵਾਲ ਹੈਗੇ ਆ, ਉਹਨਾਂ ਦੀਆਂ ਜੜ੍ਹਾਂ ਦੇ ਵਿੱਚ ਅਗਰ ਪ੍ਰੋਬਲਮ ਹੋ ਜਾਂਦੀ ਆ ਤਾਂ ਇਸ ਤਰ੍ਹਾਂ ਦੀ ਸਕਿਨ ਕੰਡੀਸ਼ਨ ਹੋ ਜਾਂਦੀ ਹੈਗੀ ਆ, ਤੇ ਉਹਨੂੰ ਅਸੀਂ ਫੋਲੀਕੁਲਾਈਟਿਸ ਕਹਿੰਦੇ ਹੈਗੇ ਆ। ਤੇ ਇਹ ਜਿਹੜੀ ਕਾਮਨ ਇਨਫੈਕਸ਼ਨ ਹੁੰਦੀ ਆ, ਹੇਅਰ ਦੇ ਫੋਲੀਕਲਸ ਦੇ ਵਿੱਚ ਹੁੰਦੀ ਆ। ਫੋਲੀਕਲ ਜਿਹੜੇ ਹੈਗੇ ਆ, ਉਹ ਸਕਿਨ ਦੇ ਜਿੱਥੇ ਵੀ ਵਾਲ ਹੈਗੇ ਆ, ਉੱਥੇ ਹੋ ਜਾਂਦੇ ਆ। ਪਰ ਜਿਹੜੀ ਸਾਡੇ ਹੱਥ ਦੇ ਹੈਗੇ ਆ ਤੇ ਸੋਲਸ ਹੈਗੇ ਆ, ਉੱਥੇ ਕਿਉਂਕਿ ਵਾਲ ਨਹੀਂ ਹੁੰਦੇ, ਉੱਥੇ ਨਹੀਂ ਇਹ ਹੋ ਸਕਦੇ। ਇਹ ਸਡਨ ਨੈਕ ਨਹੀਂ ਬ੍ਰੇਕ ਆਊਟ ਹੋ ਜਾਂਦੀ ਆ, ਤੇ ਰੈਡ ਰਿੰਗ ਨੂੰ ਅਰਾਊਂਡ ਹੋ ਜਾਂਦੇ ਆ, ਕਿਉਂਕਿ ਜਿਹੜਾ ਸੈਂਟਰ ਪੋਰਸ਼ਨ ਹੈਗਾ ਆ, ਉਹਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਤੇ ਆਲੇ ਦੁਆਲੇ ਲਾਲੀ ਹੋ ਜਾਂਦੀ ਹੈਗੀ ਆ। ਤੇ ਇਹ ਸਿੰਪਟਮਸ ਜਿਹੜੇ ਆ ਵੇਰੀ ਕਰਦੇ ਹੈਗੇ ਆ, ਤੇ ਕਈਆਂ ਨੂੰ ਤਾਂ ਪਤਾ ਨਹੀਂ ਲੱਗਦਾ ਕਿ ਉਹਨਾਂ ਦੇ ਕੋਈ ਏਦਾਂ ਦੀ ਪ੍ਰੋਬਲਮ ਵੀ ਹੈ, ਸਿਰਫ ਦੇਖਣ ਨੂੰ ਹੀ ਲੱਗਦੀ ਹੈਗੀ ਆ। ਤੇ ਕਈ ਵਾਰੀ ਇਹ ਇਨਫੈਕਸ਼ਨ ਜਿਹੜੀ ਹੈਗੀ ਉਹਦੇ ਨਾਲ ਖਾਰਿਸ਼ ਵਗੈਰਾ ਜ਼ਿਆਦਾ ਹੋ ਜਾਂਦੀ ਹੈਗੀ ਆ, ਤੇ ਪੇਨਫੁਲ ਵੀ ਹੋ ਸਕਦੀ ਜੇ ਇਨਫੈਕਸ਼ਨ ਜ਼ਿਆਦਾ ਹੋਵੇ ਤਾਂ। ਇਹ ਹੈ ਛਪਾਕੀ, ਜਿਹਨੂੰ ਅਸੀਂ ਹਾਈਵਜ਼ ਕਹਿੰਦੇ ਹੈਗੇ ਆ। ਆਹ ਵੀ ਛਪਾਕੀ ਦੀ ਸ਼ਕਲ ਹੈਗੀ ਆ। ਔਰ ਇਹ ਹਾਈਵਜ਼ ਜਿਹੜੀਆਂ ਹੈਗੀਆਂ, ਇਹ ਅਲਰਜਿਕ ਕੰਡੀਸ਼ਨਸ ਹੈਗੀਆਂ, ਤੇ ਹਾਰਮਲੈਸ ਹੈ, ਵੈਸੇ ਟੈਂਪਰੇਰੀ ਹੈ। ਤੇ ਕਈਆਂ ਦੇ ਤਾਂ ਇਹ ਜਿਹੜੀ ਛਪਾਕੀ ਦਾ ਅਟੈਕ ਹੈਗਾ ਥੋੜੇ ਮਿੰਟਾਂ ਲਈ ਹੁੰਦਾ, ਤੇ ਕਈਆਂ ਦੇ ਥੋੜੇ ਘੰਟਿਆਂ ਲਈ। ਜਿਹੜੀਆਂ ਜ਼ਿਆਦਾਤਰ ਛਪਾਕੀ ਹੈਗੀ ਆ, ਉਹ 24 ਘੰਟਿਆਂ ਦੇ ਵਿੱਚ ਖਤਮ ਹੋ ਜਾਂਦੀ ਹੈਗੀ ਆ। ਤੇ ਇਹ ਕਈਆਂ ਨੂੰ ਇੱਕ ਵਾਰੀ ਹੋਈ ਆ ਛਪਾਕੀ, ਤੇ ਦੁਬਾਰਾ ਫਿਰ ਡਿਫਰੈਂਟ ਏਰੀਆਜ਼ ਦੇ ਵਿੱਚ ਦੁਬਾਰਾ ਹੋ ਸਕਦੀ ਹੈਗੀ ਆ। ਤੇ ਕਈਆਂ ਨੂੰ ਕੁਛ ਦਿਨਾਂ ਲਈ ਹੋ ਜਾਂਦੀ, ਤੇ ਕਈਆਂ ਨੂੰ ਕੁਛ ਹਫ਼ਤਿਆਂ ਲਈ ਵੀ ਹੋ ਜਾਂਦੀ ਹੈ। ਤੇ ਇਹ ਜਿਹੜੀ ਹੈਗੀ ਆ, ਅਗਰ 6 ਵੀਕਸ ਤੋਂ ਜ਼ਿਆਦਾ ਹੁੰਦੀ ਆ, ਤੇ ਉਹਨੂੰ ਅਸੀਂ ਕਰੋਨਿਕ ਛਪਾਕੀ ਦਾ ਨਾਂ ਦਿੰਦੇ ਹੈਗੇ ਆ। ਇਹ ਹੈ ਇੰਪੈਟੀਗੋ ਵੀ ਇੱਕ ਤਰ੍ਹਾਂ ਦੀ ਇਨਫੈਕਸ਼ਨ ਹੈਗੀ ਆ, ਜਿਹੜੀ ਸਕਿਨ ਇਨਫੈਕਸ਼ਨ ਹੈਗੀ ਆ, ਚਿਲਡਰਨ ਦੇ ਵਿੱਚ ਹੁੰਦੀ ਆ ਬੈਕਟੀਰੀਆ ਦੇ ਥਰੂ, ਔਰ ਬਹੁਤ ਕੰਟੇਜੀਅਸ ਹੈ, ਇੱਕ ਦੂਜੇ ਤੋਂ ਹੋ ਜਾਂਦੀ ਆ। ਇਹ ਕਈ ਵਾਰੀ ਅਡਲਟਸ ਦੇ ਵਿੱਚ ਵੀ ਹੋ ਜਾਂਦੀ ਆ, ਔਰ ਉਹਨੂੰ ਨਾਈ ਦੇ ਬਲੇਡ ਤੋਂ ਕਈ ਵਾਰੀ ਇੱਕ ਦੂਜੇ ਨੂੰ ਹੋ ਜਾਂਦੀ ਹੈਗੀ ਆ। ਤੇ ਰੈਸਲਰ ਜਿਹੜੇ ਹੈ, ਫੁੱਟਬਾਲ ਪਲੇਅਰਸ ਹੈਗੇ ਆ, ਉਹ ਇਸ ਤਰ੍ਹਾਂ ਇਹਨੂੰ ਇੱਕ ਦੂਜੇ ਤੋਂ ਗ੍ਰਹਿਣ ਕਰ ਲੈਂਦੇ ਹੈਗੇ ਆ। ਇਹ ਹੈ ਕਿਲੋਇਡਸ ਜਿਹੜੇ ਹੈਗੇ ਆ, ਇਹ ਹਾਈਪਰਟ੍ਰੋਫੀਡ ਸਕਾਰ ਹੈ। ਜਿਸ ਤਰ੍ਹਾਂ ਸਕਾਰ ਬਣਿਆ ਆ ਇਸ ਤਰ੍ਹਾਂ ਦਾ ਇਹ ਸਕਾਰ ਜਿਹੜਾ ਹੈਗਾ ਆ, ਇਹ ਹਾਈਪਰਟ੍ਰੋਫੀ ਹੋ ਗਿਆ। ਕੋਈ ਵੀ ਸਕਾਰ ਜਿਹੜਾ ਕੋਈ ਜ਼ਖਮ ਹੋਇਆ ਪਹਿਲਾਂ, ਔਰ ਬਾਅਦ ਦੇ ਵਿੱਚ ਉਹ ਉੱਥੇ ਰੇਜ਼ਡ ਸਕਾਰ ਹੋ ਜਾਂਦਾ, ਹਾਈਪਰਟ੍ਰੋਫੀਡ ਸਕਾਰ ਕਹਿੰਦੇ ਅਸੀਂ। ਕਿਲੋਇਡਸ ਹੈਗੇ ਆ,
ਔਰ ਉਹ ਦੇਖਣ ਨੂੰ ਬਹੁਤ ਭੈੜੇ ਲੱਗਦੇ ਹੈਗੇ ਆ ਤੇ ਕਈ ਵਾਰੀ ਉਹਦੇ ਵਿੱਚ ਖਾਰਿਸ਼ ਹੋਣ ਲੱਗ ਪੈਂਦੀ ਹੈਗੀ ਆ ਤੇ ਕਈ ਵਾਰੀ ਉਹਦੇ ਵਿੱਚ ਦਰਦ ਵੀ ਹੁੰਦਾ ਹੈਗਾ ਆ ਜੇ ਕੱਟ ਬਰਨ ਔਰ ਸਵੀਅਰ ਐਕਨੀ ਹੈ ਉਹ ਵੀ ਜਾਂ ਕਈ ਵਾਰੀ ਤੁਸੀਂ ਕੋਈ ਜ਼ਖਮ ਹੈਗਾ ਜਾਂ ਕੋਈ ਫਿੰਸੀ ਫੋੜਾ ਹੈਗਾ ਉਹਨੂੰ ਪ੍ਰਿਕ ਕੀਤਾ ਹੈਗਾ ਤਾਂ ਉਹ ਤੋਂ ਵੀ ਕਲੋਇਡ ਬਣ ਜਾਂਦਾ ਹੈਗਾ ਆ ਜਾਂ ਕਈ ਵਾਰੀ ਕੰਨ ਜਿਹੜੇ ਪੀਰਸ ਕੀਤੇ ਹੈ ਉਹਦੇ ਤੇ ਟੈਟੂ ਲਗਾਇਆ ਆ ਟੈਟੂ ਦੀ ਜਗ੍ਹਾ ਦੇ ਉੱਤੇ ਵੀ ਕਲੋਇਡ ਬਣ ਜਾਂਦਾ ਹੈਗਾ ਆ ਤੇ ਚਿਕਨ ਪੌਕਸ ਜਿਹੜਾ ਹੈਗਾ ਆ ਦੀ ਤਰ੍ਹਾਂ ਹੋ ਜਾਂਦਾ ਹੈਗਾ ਆ ਸਮ ਟਾਈਮ ਜਿਹੜਾ ਸਰਜੀਕਲ ਸਕਾਰ ਹੈਗਾ ਆ ਜਿਹੜਾ ਤੁਸੀਂ ਕੋਈ ਦੀ ਆਪਰੇਸ਼ਨ ਕਰਾਇਆ ਆ ਉਹਦਾ ਸਕਾਰ ਹੈਗਾ ਆ ਉਹ ਵੀ ਉੱਭਰ ਜਾਂਦਾ ਹੈ ਤੇ ਉੱਪਰ ਕੇ ਵੀ ਉਹ ਇੱਕ ਕਲੋਇਡ ਦੀ ਸ਼ਕਲ ਧਾਰਨ ਕਰ ਲੈਂਦਾ ਹੈਗਾ ਆ ਇਹ ਹੈ ਕੇਰਾਟੋਸਿਸ ਪਿਲਾਰਿਸ ਇਹ ਵੀ ਇੱਕ ਕਾਮਨ ਸਕਿਨ ਕੰਡੀਸ਼ਨਸ ਹੈਗੀ ਆ ਜਿਹੜੀ ਕਿ ਬੰਪਸ ਜਿਹੇ ਹੋ ਜਾਂਦੇ ਆ ਸਕਿਨ ਦੇ ਉੱਤੇ ਇਹ ਬੰਪਸ ਜਿਹੜੇ ਆ ਗੂਜ਼ ਪੰਪ ਦੀ ਤਰ੍ਹਾਂ ਲੱਗਦੇ ਹੈਗੇ ਆ ਤੇ ਪਿੰਪਲਸ ਵਗੈਰਾ ਜਿੱਦਾਂ ਹੁੰਦੇ ਆ ਇਸ ਤਰ੍ਹਾਂ ਹੋ ਜਾਂਦੇ ਆ ਰਫ ਫੀਲਿੰਗ ਜਿਹੀ ਹੁੰਦੀ ਹੈਗੀ ਆ ਡੈਡ ਸਕਿਨ ਜਿਹੜੀ ਆ ਉਹ ਬੰਪਸ ਦੇ ਵਿੱਚ ਆ ਜਾਂਦੀ ਹੈਗੀ ਆ ਔਰ ਪਲੱਗ ਜਿਹੜੇ ਹੈਗੇ ਆ ਅਪਰ ਆਰਮ ਤੇ ਥਾਈ ਦੇ ਉੱਤੇ ਅਪੀਅਰ ਹੁੰਦੇ ਆ ਤੇ ਬੱਚਿਆਂ ਦੇ ਵਿੱਚ ਵੀ ਇਹ ਹੋ ਸਕਦੇ ਹੈਗੇ ਆ ਇਹ ਹੈ ਲਿਚਨ ਪਲੈਨਸ ਇਹ ਲਿਚਨ ਪਲੈਨਸ ਜਿਹੜੀ ਹੈਗੀ ਆ ਇਹ ਬਹੁਤਿਆਂ ਲੋਕਾਂ ਦੇ ਵਿੱਚ ਹੁੰਦੀ ਹੈਗੀ ਆ ਇਹ ਕਈਆਂ ਪਾਰਟਸ ਦੇ ਵਿੱਚ ਹੋ ਜਾਂਦੀ ਹੈਗੀ ਆ ਇਹ ਸਕਿਨ ਦੇ ਇਨਸਾਈਡ ਮਾਊਥ ਵੀ ਹੋ ਜਾਂਦੀ ਆ ਤੇ ਸਕਿਨ ਤੇ ਵੀ ਹੋ ਜਾਂਦੀ ਆ ਤੇ ਇਹ ਦੋਨੇ ਜਗ੍ਹਾ ਤੇ ਵੀ ਹੋ ਸਕਦੀ ਹੈਗੀ ਆ ਤੇ ਇਹ ਜਿਹੜੇ ਲੋਕਾਂ ਦੇ ਫਿੰਗਰ ਨੇਲ ਹੈਗੇ ਆ ਜਾਂ ਟੋ ਨੇਲਸ ਹੈਗੇ ਆ ਉਹਨਾਂ ਦੇ ਵਿੱਚ ਵੀ ਇਹ ਹੋ ਸਕਦੀ ਹੈਗੀ ਆ ਇਹ ਜੈਨੀਟਲਸ ਜਿਹੜੇ ਹੈ ਉਹਨਾਂ ਦੇ ਵਿੱਚ ਵੀ ਇਹ ਔਰ ਪਰਸਨ ਦੇ ਸਕੈਲਪ ਦੇ ਵਿੱਚ ਵੀ ਹੋ ਜਾਂਦੀ ਹੈਗੀ ਆ ਔਰ ਇਹ ਹੈ ਮਿਲਾਸਮਾ ਲੇਡੀਜ਼ ਦੇ ਵਿੱਚ ਹੁੰਦਾ ਖਾਸ ਕਰਕੇ ਇਸ ਤਰ੍ਹਾਂ ਦਾ ਕਾਲਾਪਨ ਹੋ ਜਾਂਦਾ ਕਈਆਂ ਨੂੰ ਚੀਕਸ ਦੇ ਉੱਤੇ ਇਸ ਤਰ੍ਹਾਂ ਦਾ ਹੋ ਜਾਂਦਾ ਕਈਆਂ ਨੂੰ ਨੱਕ ਦੇ ਉੱਤੇ ਹੋ ਜਾਂਦਾ ਹੈ ਕਾਲਾਪਨ ਇਹ ਮਿਲਾਜ਼ਮਾ ਕਹਿੰਦੇ ਆ ਅਸੀਂ ਇਹਨੂੰ ਔਰ ਇਹ ਕਾਮਨ ਸਕਿਨ ਪ੍ਰੋਬਲਮ ਹੈਗੀ ਆ ਇਹ ਬਰਾਊਨ ਪੈਚਸ ਹੋ ਜਾਂਦੇ ਆ ਫੇਸ ਦੇ ਉੱਤੇ ਤੇ ਇਹ ਚੀਕਸ ਦੇ ਵਿੱਚ ਹੋ ਜਾਂਦੇ ਬ੍ਰਿਜ ਆਫ ਨੋਜ਼ ਤੇ ਹੋ ਜਾਂਦੇ ਫੋਰਹੈਡ ਤੇ ਹੋ ਜਾਂਦੇ ਚਿੰਨ ਤੇ ਹੋ ਜਾਂਦੇ ਆ ਤੇ ਅਪਰ ਲਿਪ ਤੇ ਵੀ ਹੋ ਜਾਂਦੇ ਹੈਗੇ ਆ ਇਹ ਅਦਰ ਪਾਰਟਸ ਤੇ ਵੀ ਹੋ ਸਕਦੇ ਹੈਗੇ ਆ ਤੇ ਫੋਰ ਆਰਮ ਤੇ ਨੈਕ ਦੇ ਉੱਤੇ ਇਹ ਮਿਲਾਜ਼ਮਾ ਜਿਹੜਾ ਆ ਹਾਰਮੋਨਲ ਚੇਂਜਸ ਕਰਕੇ ਹੁੰਦਾ ਹੈਗਾ ਆ ਇਹ ਨੇਲ ਦਾ ਰਿੰਗ ਵਾਰਮ ਹੈਗਾ ਫੰਗਸ ਇਨਫੈਕਸ਼ਨ ਹੈਗੀ ਆ ਨੇਲ ਫੰਗਸ ਹੈ ਔਰ ਇਹ ਨੇਲ ਜਿਹੜੇ ਹੈਗੇ ਆ ਈਜ਼ੀ ਟੂ ਗੈਟ ਨੇਲ ਇਨਫੈਕਸ਼ਨ ਹੈਗੀ ਆ ਇਹ ਫੁੱਟ ਤੇ ਵੀ ਹੋ ਸਕਦੀ ਆ ਤੁਹਾਡੇ ਪੈਰ ਤੇ ਵੀ ਹੋ ਸਕਦੀ ਆ ਤੁਹਾਡੇ ਨੇਲਸ ਦੇ ਉੱਤੇ ਵੀ ਹੋ ਸਕਦੀ ਹੈਗੀ ਆ ਕਾਮਨ ਹੈਗੀ ਆ ਔਰ ਨੇਲ ਇਨਫੈਕਸ਼ਨ ਜਿਹੜੀ ਆ ਵਾਰਮ ਮੋਇਸਟ ਪਲੇਸ ਦੇ ਵਿੱਚ ਜ਼ਿਆਦਾ ਹੁੰਦੀ ਹੈਗੀ ਆ ਤੇ ਇਹ ਜਿਹੜੇ ਸਵਿਮਿੰਗ ਕਰਦੇ ਆ ਉਹਨਾਂ ਨੂੰ ਖਾਸ ਮਤਲਬ ਹਦਾਇਤ ਰੱਖਣੀ ਚਾਹੀਦੀ ਹੈਗੀ ਆ ਤੇ ਜੇ ਕਿਸੇ ਫੰਗਲ ਇਨਫੈਕਸ਼ਨ ਕਿਸੇ ਕੋਲ ਹੈਗੀ ਆ ਤੇ ਉਹਨੂੰ ਬੇਅਰਫੁੱਟ ਤੁਰਦਾ ਹੈਗਾ ਆ ਤੇ ਉਸ ਏਰੀਏ ਦੇ ਵਿੱਚ ਇਹ ਦੂਜੇ ਨੂੰ ਨਹੀਂ ਤੁਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਇਨਫੈਕਸ਼ਨ ਜਿਹੜੀ ਆ ਇੱਕ ਦੂਜੇ ਤੋਂ ਹੋ ਜਾਂਦੀ ਹੈਗੀ ਆ ਵੈਟ ਨੇਲਸ ਜਿਹੜੇ ਹੈਗੇ ਆ ਉਹ ਨੇਲ ਫੰਗਸ ਨੂੰ ਕਈ ਵਾਰੀ ਜ਼ਿਆਦਾ ਜਨਮ ਦਿੰਦੇ ਹੈਗੇ ਆ ਕਈਆਂ ਲੋਕਾਂ ਦੇ ਡਿਵੈਲਪ ਹੋ ਜਾਂਦੀ ਆ ਸੇਮ ਪੇਅਰ ਆਫ ਸਵੀਟੀ ਸ਼ੂਜ਼ ਦੇ ਉਹੀ ਪਹਿਨਣ ਦੇ ਨਾਲ ਐਵਰੀ ਡੇ ਹਰ ਰੋਜ਼ ਜਿਹੜੇ ਆ ਪਸੀਨੇ ਵਾਲੇ ਬੂਟ ਪਹਿਨਣੇ ਆ ਉਹਦੇ ਵਿੱਚ ਵੀ ਇਹ ਹੋ ਜਾਂਦੀ ਹੈਗੀ ਆ ਫਿੰਗਰ ਨੇਲ ਜਿਹੜੇ ਹੈਗੇ ਆ ਜਿਹੜੇ ਵੈਟ ਰਹਿੰਦੇ ਆ ਕਾਫੀ ਸਮੇਂ ਲਈ ਜੌਬ ਉਹਨਾਂ ਦੀ ਇਦਾਂ ਦੀ ਆ ਜਾਂ ਹੌਬੀ ਆ ਉਹ ਵੀ ਸਸੈਪਟੀਬਲ ਹੈਗੇ ਆ ਇਨਫੈਕਟਡ ਨੇਲ ਦੇ ਵਿੱਚ ਜੋ ਤੁਸੀਂ ਦੇਖਦੇ ਫੰਗਸ ਉਹ ਇਨਫੈਕਸ਼ਨ ਜਿਹੜੀ ਆ ਉਹ ਕਾਜ਼ ਕਰ ਦਿੰਦਾ ਹੈਗਾ ਆ ਇਹ ਹੈ ਸੋਰਾਇਸਿਸ ਦੇ ਦੋ ਕੇਸ ਹੈਗੇ ਆ ਸੋਰਾਇਸਿਸ ਇਸ ਤਰ੍ਹਾਂ ਹੁੰਦਾ ਹੈ ਜਿਹਦੇ ਵਿੱਚ ਸਕੇਲਸ ਜਿਹੜੀਆਂ ਹੁੰਦੀਆਂ ਹੈਗੀਆਂ ਆ ਤੇ ਇਹ ਵੀ ਸਕੇਲਸ ਜਿਸ ਤਰ੍ਹਾਂ ਵਾਈਟ ਸਕੇਲਸ ਹੈਗੀਆਂ ਆ ਇਹ ਸੋਰਾਇਸਿਸ ਦੀ ਸ਼ਕਲ ਹੈਗੀ ਆ ਸੋਰਾਇਸਿਸ ਜਿਹੜਾ ਆ ਲਾਈਫ ਲੌਂਗ ਕੰਡੀਸ਼ਨ ਹੈਗੀ ਆ ਹੈਲਪ ਥੀਸ ਪੇਸ਼ੈਂਟ ਲਿਵ ਵੈਲ ਵਿਦ ਸੋਰਾਇਸਿਸ ਡਰਮੇਟੋਲੋਜੀ ਸੋਰਾਇਸਿਸ ਜਿਹੜਾ ਆ ਫ੍ਰੈਂਡਲੀ ਸਕਿਨ ਕੇਅਰ ਹੋਣੀ ਚਾਹੀਦੀ ਹੈਗੀ ਆ ਟ੍ਰਿਗਰਸ ਜਿਹੜੇ ਕਈ ਵਾਰੀ ਸੋਰਾਇਸਿਸ ਨੂੰ ਜਨਮ ਦਿੰਦੇ ਆ ਉਹ ਨਹੀਂ ਕਰਨੇ ਚਾਹੀਦੇ ਸੋਰਾਇਸਿਸ ਜਿਹੜਾ ਹੈਗਾ ਉਹਨੂੰ ਅੱਛੀ ਤਰ੍ਹਾਂ ਟਰੀਟ ਕਰਨਾ ਚਾਹੀਦਾ ਹੈ ਤੇ ਇਹਦੇ ਸਿੰਪਟਮਸ ਬਾਰੇ ਜੋ ਵੀ ਹੈਗੇ ਆ ਉਹ ਡਰਮੇਟੋਲੋਜਿਸਟ ਨੂੰ ਦੱਸ ਦੇਣੇ ਚਾਹੀਦੇ ਆ ਜੇ ਅਨਰਿਲੇਟਡ ਵੀ ਈਵਨ ਹੈਗੇ ਆ ਤਾਂ ਵੀ ਤੇ ਇਹ ਹੈ
ਰਿੰਗ ਵਾਰਮ ਜਿਹਨੂੰ ਆਮ ਅਸੀਂ ਦੇਖਣ ਚ ਮਿਲਦਾ ਹੈ, ਇਸ ਤਰ੍ਹਾਂ ਦਾ ਗੋਲ ਗੋਲ ਰੀਲੀਜਨ ਹੋ ਜਾਂਦੇ ਹੈਗੇ ਆ। ਔਰ ਆ ਜਿਹੜਾ ਸਾਈਡ ਦੇ ਉੱਤੇ ਹੈਗਾ ਆ, ਇਹਨੂੰ ਅਸੀਂ ਰਿੰਗ ਜਿਹਾ ਬਣਾ ਦਿੰਦੇ ਆ, ਇਸ ਤਰ੍ਹਾਂ ਰਿੰਗ ਵਾਰਮ ਜਿੱਦਾਂ ਟੁੱਟਦਾ ਹੁੰਦਾ ਉਸ ਤਰ੍ਹਾਂ। ਇਸ ਕਰਕੇ ਇਹਨੂੰ ਰਿੰਗ, ਉਦਾਂ ਕੋਈ ਵਾਰਮ ਵਗੈਰਾ ਦੀ ਕੋਈ ਇਹਦੇ ਵਿੱਚ ਗੱਲ ਨਹੀਂ ਹੁੰਦੀ। Or if you have ringworm, you may think you have worms in your skin or disease caused by worms. You have neither. ਕੋਈ ਇਦਾਂ ਰਿੰਗ ਵਰਮ ਨਹੀਂ ਹੁੰਦਾ, ਇਹ ਸਕਿਨ ਇਨਫੈਕਸ਼ਨ ਹੈਗੀ ਆ, ਫੰਗਸ ਦੇ ਨਾਲ ਹੁੰਦੀ ਹੈਗੀ ਆ, ਔਰ ਇਹ ਰੈਸ਼ ਹੋ ਜਾਂਦੀ ਆ ਤੇ ਉਹਦੇ ਕਰਕੇ ਹੋ ਜਾਂਦੀ। ਜੇ ਤੁਹਾਡੇ ਘਰ ਦੇ ਵਿੱਚ ਗਊਆਂ ਮੱਝਾਂ ਹੈਗੀਆਂ, ਉਹਨਾਂ ਤੋਂ ਖਾਸ ਕਰਕੇ ਇਹ ਰਿੰਗ ਵਾਰਮ ਤੁਹਾਡੇ ਹੋ ਜਾਂਦੀ ਹੈਗੀ ਆ। ਤੋ ਇਹਦਾ ਇਲਾਜ ਜਿਹੜਾ ਹੈਗਾ ਬੜਾ ਸੌਖਾ ਹੈਗਾ ਆ, ਕਈ ਦਵਾਈਆਂ ਵੀ ਹੈਗੀਆਂ ਆ, ਔਰ ਇਹਦੇ ਵਿੱਚ ਟੌਪੀਕਲ ਜਿਹੜੀਆਂ ਹੈਗੀਆਂ ਉਹ ਵੀ ਦਵਾਈਆਂ ਦਿੱਤੀਆਂ ਜਾਂਦੀਆਂ ਹੈਗੀਆਂ। ਟੀਨੀਆ ਵਰਸੀਕੋਲਰ, ਜਿਹੜਾ ਪਸੀਨਾ ਜਦੋਂ ਸਾਨੂੰ ਬਹੁਤ ਆਉਂਦਾ ਹੈਗਾ ਆ, ਉਹਦੇ ਵਿੱਚ ਇਸ ਤਰ੍ਹਾਂ ਦੇ ਧੱਬੇ ਜਿਹੜੇ ਹੈਗੇ ਆ ਸਕਿਨ ਦੇ। ਵੈਸੇ ਤਾਂ ਇਹ ਮਤਲਬ ਯੀਸਟ ਜਿਹੜਾ ਹੈ ਉਹ ਹੋ ਜਾਂਦਾ ਹੈਗਾ ਸਕਿਨ ਦੇ ਪਸੀਨੇ ਵਿੱਚ, ਤੇ ਕੋਈ ਇੰਨੀ ਖਾਸ ਇਹਦੀ ਪ੍ਰੋਬਲਮ ਨਹੀਂ ਹੁੰਦੀ, ਪਰ ਦੇਖਣ ਨੂੰ ਭੈੜਾ ਲੱਗਦਾ ਹੈਗਾ ਆ, ਤੇ ਇਹਦੀ ਦਵਾਈ ਵੀ ਹੁੰਦੀ ਆ। ਔਰ ਇਹ ਜਿੱਥੇ ਜ਼ਿਆਦਾ ਪਸੀਨਾ ਵਗੈਰਾ ਆਉਂਦਾ ਆ ਉੱਥੇ, ਔਰ ਅਗਰ ਅਸੀਂ ਇਹਨੂੰ ਧੁੱਪ ਦੇ ਵਿੱਚ ਰੱਖੀਏ ਤੇ ਸਕਿਨ ਨੂੰ, ਤਾਂ ਉਹਦੇ ਵਿੱਚ ਇਹ ਖਤਮ ਵੀ ਹੋ ਜਾਂਦਾ ਹੈਗਾ ਆ, ਕੋਈ ਇੰਨੀ ਇਹਦੀ ਜ਼ਿਆਦਾ ਤਕਲੀਫ ਨਹੀਂ ਹੁੰਦੀ। ਇਹ ਹੈ ਵਿਟਲਾਈਗੋ, ਇਹਦੇ ਵਿੱਚ ਧੱਬੇ ਹੋ ਜਾਂਦੇ ਹੈਗੇ ਆ, ਔਰ ਆ ਜਿਸ ਤਰ੍ਹਾਂ ਲੱਤਾਂ ਦੇ ਉੱਤੇ ਹੋ ਗਈ ਹੈਗੀ ਆ, ਵਿਟਲਾਈਗੋ ਹੈ ਇਹਨੂੰ ਕਹਿੰਦੇ। ਔਰ ਇਹਦੇ ਵਿੱਚ ਜਿਹੜਾ ਕਲਰ ਹੈਗਾ, ਨੈਚੁਰਲ ਕਲਰ ਹੈਗਾ ਆ, ਉਹ ਲੂਜ਼ ਹੋ ਜਾਂਦਾ ਆ। ਮੈਲਾਨਿਨ ਜਿਹੜੇ ਹੈਗੇ ਆ ਪਿਗਮੈਂਟ, ਉਹ ਖਤਮ ਹੋ ਜਾਂਦਾ, ਲਾਈਟਰ ਸਕਿਨ ਅਪੀਅਰ ਹੋ ਜਾਂਦੀ ਹੈਗੀ ਆ, ਪੈਚਿਸ ਹੋ ਜਾਂਦੇ ਹੈਗੇ ਆ, ਤੇ ਕਲਰ ਜਿਹੜਾ ਹੈਗਾ ਆ ਉਹ ਖਤਮ ਹੋ ਜਾਂਦਾ ਹੈਗਾ। ਬੋਥ ਸਾਈਡਸ ਆਫ ਬੋਡੀ ਦੇ ਉੱਤੇ ਹੋ ਸਕਦਾ ਹੈਗਾ ਆ ਇਹ। ਤੇ ਇਹ ਹੈ ਵਾਟਸ। ਇਹ ਆ ਜਿਹੜੇ ਹੈ ਇਹ ਵਾਟਸ ਹੋਏ ਆ, ਆ ਵਾਟਸ ਹੋਇਆ ਆ, ਆ ਵਾਟ ਹੋਇਆ ਆ, ਆ ਵਾਟ ਹੋਇਆ। ਕਈਆਂ ਨੂੰ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਮੋਲਸ ਜਿਹੜੇ ਹੋ ਜਾਂਦੇ, ਵਾਟਸ ਹੋ ਜਾਂਦੇ ਹੈਗੇ ਆ, ਮੋਕੇ ਜਿਹਨੂੰ ਕਹਿ ਦਿੰਦੇ ਅਸੀਂ। ਤੇ ਆ ਵੀ ਇੱਕ ਮੌਕਾ ਹੋਇਆ ਆ, ਔਰ ਇਹਦਾ ਕਲਰ ਜਿਹੜਾ ਹੈਗਾ ਆ ਉਹ ਚੇਂਜ ਕਈ ਵਾਰੀ ਹੋ ਜਾਂਦਾ ਹੈ। ਇਹ ਨੌਨ ਕੈਂਸਰਸ ਹੁੰਦੇ ਹੈਗੇ ਆ, ਸਕਿਨ ਗਰੋਥ ਹੁੰਦੀਆਂ ਆ, ਤੇ ਵਾਇਰਸ ਜਿਹੜਾ ਹੈ ਉਹ ਇਨਫੈਕਟ ਕਰਦਾ ਆ ਤੇ ਸਕਿਨ ਦੀ ਲੇਅਰਸ ਨੂੰ, ਤੇ ਉਹਦੇ ਨਾਲ ਇਹਦੇ ਹੋ ਜਾਂਦੇ ਆ। ਹਿਊਮਨ ਪੈਪਿਲੋਮਾ ਵਾਇਰਸ ਜਿਹੜਾ ਆ ਉਹ ਇਹਦਾ ਕਾਜ਼ੇਟਿਵ ਆਰਗੇਨਿਜ਼ਮ ਹੈਗਾ ਆ, ਤੇ ਇੱਕੋ ਹੀ ਵਾਇਰਸ ਜਿਹੜਾ ਹੈਗਾ ਆ ਇਹ ਡੈਮੇਜ ਕਰ ਦਿੰਦਾ ਸਕਿਨ ਨੂੰ, ਤੇ ਇਹ ਕੰਟੇਜੀਅਸ ਆ, ਇੱਕ ਦੂਜੇ ਤੋਂ ਹੋ ਜਾਂਦੇ ਆ। ਕੰਟੈਕਟ ਵਿਦ ਵਾਰਟ ਔਰ ਸਮਥਿੰਗ ਦੈਟ ਟੱਚ ਦੀ ਵਾਰਟ ਦੇ ਨਾਲ ਜੇ ਟੱਚ ਕਰ ਲਓ ਤੇ ਇੱਕ ਦੂਜੇ ਨੂੰ ਹੋ ਸਕਦੇ ਹੈਗੇ ਆ। ਸਕਿਨ ਕਲਰਡ ਹੀ ਵੈਸੇ ਹੁੰਦੇ ਆ, ਕਈ ਵਾਰੀ ਰਫ ਹੋ ਜਾਂਦੇ ਹੈਗੇ ਆ, ਤੇ ਡਾਰਕ ਬਰਾਊਨ ਔਰ ਗ੍ਰੇ ਬਲੈਕ ਵੀ ਹੋ ਜਾਂਦੇ ਆ। ਕਈਆਂ ਦੀ ਸਰਫੇਸ ਸਮੂਥ ਹੁੰਦੀ ਆ ਤੇ ਫਲੈਟ ਵੀ ਹੁੰਦੀ ਹੈਗੀ ਆ। ਔਰ ਇਹ ਹੈ ਸ਼ਿੰਗਲਸ, ਜਿਹਨੂੰ ਅਸੀਂ ਹਰਪੀਸ ਕਹਿੰਦੇ ਹੈਗੇ ਆ, ਤੇ ਰੇਜ਼ਡ ਡਾਟਸ ਤੇ ਟਰਨਸ, ਜਿਹੜੇ ਪੇਨਫੁਲ ਬਲਿਸਟਰਸ ਜਿਹੜੇ ਹੋ ਜਾਂਦੇ ਆ, ਜਿੱਦਾਂ ਸ਼ਿੰਗਲਸ ਜਾਂ ਜਿਹਨੂੰ ਕਹਿੰਦੇ ਜਨਊ ਵਗੈਰਾ ਕਹਿ ਦਿੰਦੇ ਆ ਅਸੀਂ। ਸਕਿਨ ਬਰਨ ਇਚ ਕਰਦੇ ਹੈ, ਟਿੰਗਲ ਕਰਦੇ ਹੈ, ਸੈਂਸਿਟਿਵ ਬਹੁਤ ਹੁੰਦੇ ਆ। ਇਹ ਜਿਹੜੇ ਬਲਿਸਟਰਸ ਹੈਗੇ ਆ ਟਰੰਕ ਦੇ ਉੱਤੇ ਹੋ ਜਾਂਦੇ ਆ, ਬਟਕਸ ਦੇ ਵਿੱਚ ਹੋ ਜਾਂਦੇ ਆ, ਤੇ ਕਈ ਵਾਰੀ 2-2 ਹਫ਼ਤੇ ਜਿਹੜੇ ਹੈਗੇ ਆ ਲੱਗ ਜਾਂਦੇ ਆ। ਤੇ ਪੇਨ ਜਿਹੜਾ ਹੈਗਾ ਆ ਉਹ ਕਾਫੀ ਦੇਰ ਤੱਕ ਵੀ ਕਈਆਂ ਦੇ ਲਿੰਗਰ ਔਨ ਕਰ ਜਾਂਦਾ, ਮੰਥਸ ਈਅਰ, ਜਿਹਨੂੰ ਅਸੀਂ ਪੋਸਟ ਹਰਪੈਟਿਕ ਨੋਰੈਲਜੀਆ ਕਹਿ ਦਿੰਦੇ ਹੈਗੇ ਆ। ਉਹ ਕਾਫੀ ਦੇਰ ਤੱਕ ਜਿਹੜੇ ਲੋਕਾਂ ਨੂੰ ਤੰਗ ਕਰਦਾ ਹੈਗਾ ਆ। ਤੇ ਕਰੀਮਸ ਤੇ ਸਕਿਨ ਐਂਟੀਵਾਇਰਲ ਡਰੱਗਸ, ਸਟੀਰੋਇਡ ਜਿਹੜੇ ਆ, ਐਂਟੀ ਡਿਪਰੈਸੈਂਟਸ, ਉਹ ਅਸੀਂ ਯੂਜ਼ ਕਰਦੇ ਆ। ਉਹਦੇ ਵਿੱਚ ਇਹਦੇ ਨਾਲ ਠੀਕ ਹੋ ਜਾਂਦਾ। ਤੇ ਅਗਰ ਅਰਲੀ ਇਹਨੂੰ ਟ੍ਰੀਟ ਕਰ ਲਓ ਤਾਂ ਬਹੁਤ ਵਧੀਆ ਆ, ਜੇ ਕੋਈ ਲੇਟ ਹੋਵੇ ਤਾਂ ਫਿਰ ਥੋੜੀ ਪ੍ਰੋਬਲਮ ਹੋ ਜਾਂਦੀ ਹੈਗੀ ਆ। ਤੇ ਇਹ ਹੈ ਰੋਜ਼ੇਸੀਆ, ਇਹਦੇ ਨਾਲ ਰੈਡਨੈਸ ਜ਼ਿਆਦਾ ਹੋ ਜਾਂਦੀ ਆ, ਫਲੈਸ਼ਿੰਗ ਟਾਈਪ ਮੂੰਹ ਦੇ ਉੱਤੇ ਹੋ ਜਾਂਦੀ ਹੈਗੀ ਆ, ਨੋਜ਼ ਚਿਨ ਜਿਹੜੇ ਚੀਕਸ ਹੈਗੇ ਆ ਉਹ ਲਾਲੀ ਹੋ ਜਾਂਦੀ ਹੈਗੀ ਆ,
ਜ਼ਿਆਦਾ ਤੋਂ ਜ਼ਿਆਦਾ ਰੈੱਡ ਬਲੱਡ ਵੈਸਲ ਜਿਹੜੀਆਂ ਆ ਉਹ ਦੇਖਣ ਨੂੰ ਮਿਲਦੀਆਂ। ਇਹਦੇ ਵਿੱਚ ਥਿਕਨਡ ਸਕਿਨ ਹੋ ਜਾਂਦੀ ਆ, ਕਈ ਵਾਰੀ ਉੱਭਰੀਆਂ ਚੀਜ਼ਾਂ ਹੋ ਜਾਂਦੀਆਂ, ਕਈ ਵਾਰੀ ਪਿੰਪਲਸ ਵਗੈਰਾ ਹੋ ਜਾਂਦੇ ਹੈਗੇ ਆ, ਤੇ ਕਈ ਵਾਰੀ ਅੱਖਾਂ ਨੂੰ ਵੀ ਅਫੈਕਟ ਕਰਦਾ ਹੈ। ਮੈਡੀਕੇਸ਼ਨ ਜਿਹੜੀ ਆ ਉਹ ਇਹਦੇ ਨਾਲ ਲਈ ਹੋ ਜਾਏ, ਮੂੰਹ ਰਾਹੀਂ ਲਓ ਤਾਂ ਫਿਰ ਇਹ ਸਕਿਨ ਨੂੰ ਅਵੇਲੇਬਲ ਕਰ ਦਿੰਦੀ ਹੈਗੀ ਆ, ਤੇ ਬਲੱਡ ਵੈਸਲ ਜਿਹੜੀਆਂ ਹੈਗੀਆਂ ਉਹ ਬ੍ਰੋਕਨ ਹੋ ਜਾਂਦੀਆਂ, ਉਹਦੇ ਨਾਲ ਇਹ ਰੈਡਨੈਸ ਜਿਹੜੀ ਆ ਉਹ ਅਪੀਅਰ ਹੋ ਜਾਂਦੀ ਹੈਗੀ ਆ। ਕੰਟੈਕਟ ਡਰਮੇਟਾਈਟਿਸ ਜਿਹੜੀ ਹੈ, ਪਹਿਲਾਂ ਵੀ ਮੈਂ ਦੱਸਿਆ ਹੈਗੀ ਆ, ਕੋਈ ਚੀਜ਼ ਜਿਹੜੀ ਹੈਗੀ ਅਲਰਜਿਕ ਲੱਗ ਜਾਏ ਤੇ ਉਹਦੇ ਨਾਲ ਇਹਦੇ ਵਿੱਚ ਜਿੱਦਾਂ oily coating from poison ivy, oak or sumac causes a rash। ਕਈਆਂ ਨੂੰ ਜਿਸ ਤਰ੍ਹਾਂ ਦੇ ਪੌਦਿਆਂ ਤੋਂ ਅਲਰਜੀ ਹੈਗੀ ਆ, ਉਹ ਜੇ ਨਾਲ ਟੱਚ ਕਰ ਜਾਣ ਤੇ ਇਸ ਤਰ੍ਹਾਂ ਹੋ ਜਾਂਦੀ ਹੈਗੀ ਆ, ਰੈਡਨੈਸ ਹੋ ਜਾਂਦੀ, ਸਵੈਲਿੰਗ ਹੋ ਜਾਂਦੀ ਹੈਗੀ ਆ, ਇੱਚੀ ਹੋ ਜਾਂਦੇ ਆ, ਬਲਿਸਟਰ ਜਿਹੜੇ ਆ ਉਹ ਆ ਜਾਂਦੇ ਹੈਗੇ ਆ। ਤੇ ਇਹ 12 ਤੋਂ 72 ਘੰਟੇ ਦੇ ਵਿੱਚ ਇਹ ਫਿਰ ਅਲਰਜਿਕ ਟਾਈਪ ਰਿਐਕਸ਼ਨ ਜਿਹੜਾ ਹੋ ਜਾਂਦਾ ਆ। ਟਿਪੀਕਲ ਰੈਸ਼ ਹੋ ਜਾਂਦੀ ਆ, ਰੈਡ ਲਾਈਨ ਜਿਸ ਤਰ੍ਹਾਂ ਹੈ, ਜਿੱਦਾਂ ਜਿੱਦਾਂ ਪਲਾਂਟ ਨਾਲ ਲੱਗਾ ਹੈ ਉਸੇ ਤਰ੍ਹਾਂ ਦਾ ਉਹ ਰੈਸ਼ ਹੋ ਜਾਂਦੀ ਹੈਗੀ ਆ, ਤੇ 2 ਹਫ਼ਤੇ ਤੱਕ ਇਹ ਤਕਲੀਫ ਦਿੰਦੀ ਰਹਿੰਦੀ ਹੈਗੀ ਆ, ਤੇ ਮੈਡੀਸਨ ਦੇ ਨਾਲ ਇਹ ਠੀਕ ਹੋ ਜਾਂਦੀ ਹੈਗੀ ਆ। ਇਹ ਹੈ ਰੇਜ਼ਰ ਬੰਪਸ, ਜਿਨ੍ਹਾਂ ਦੇ ਸਕਿਨ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀ ਹੋ ਜਾਂਦੀ ਆ, ਜਿਨ੍ਹਾਂ ਦੇ ਸ਼ੇਵਿੰਗ ਵਗੈਰਾ ਕਰਦੇ ਹੈਗੇ ਆ, ਔਰ ਸ਼ੇਵ ਦੇ ਨਾਲ ਇਸ ਤਰ੍ਹਾਂ ਦੇ ਰੇਜ਼ਰ ਬੰਪਸ ਹੋ ਜਾਂਦੇ ਆ। ਸ਼ਾਰਪ ਐਜ ਨਹੀਂ ਹੁੰਦਾ, ਤੇ closely cut hair curls back and grows into your skin। ਇਹ ਇਰੀਟੇਸ਼ਨ ਕਰਦੇ ਆ, ਪਿੰਪਲਸ ਹੋ ਜਾਂਦੇ ਆ, ਸਕਾਰਸ ਬਣ ਜਾਂਦੇ ਹੈਗੇ ਆ, ਤੇ ਹੌਟ ਸ਼ਾਵਰ ਸ਼ੇਵ ਤੋਂ ਪਹਿਲਾਂ ਲੈਣਾ, ਨਰਮ ਕਰ ਲੈਣਾ ਚਾਹੀਦਾ ਹੈ। ਪੁੱਲ ਦਾ ਬਲੇਡ ਇਨ ਦਾ ਡਾਇਰੈਕਸ਼ਨ ਆਫ ਦਾ ਹੇਅਰ ਗਰੋ, ਜਿੱਦਾਂ ਸ਼ੇਵ ਕਰਨ ਲੱਗੇ ਦੇਖਣਾ ਚਾਹੀਦਾ ਕਿ ਜਿੱਧਰ ਨੂੰ ਹੇਅਰ ਗਰੋ ਕਰਦੇ ਹੈਗੇ ਆ ਉਧਰ ਬਲੇਡ ਦੀ ਜਿਹੜੀ ਡਾਇਰੈਕਸ਼ਨ ਹੈਗੀ ਆ ਉਹ ਰੱਖਣੀ ਚਾਹੀਦੀ ਆ। ਸਟਰੈਚ ਨਹੀਂ ਬਹੁਤਾ ਕਰਨਾ ਚਾਹੀਦਾ ਸਕਿਨ ਨੂੰ, ਤੇ ਜਦੋਂ ਤੁਸੀਂ ਰੇਜ਼ਰ ਲਗਾਉਂਦੇ ਹੈਗੇ ਆ, ਸ਼ੇਵਿੰਗ ਕਰੀਮ ਜਾਂ ਫੋਮ ਜਿਹੜੀ ਹੈਗੀ ਆ ਉਹ ਅਗਰ ਪਹਿਲਾਂ ਲਗਾ ਲਓ ਤੇ ਉਹਦੇ ਨਾਲ ਨਰਮ ਹੋ ਜਾਂਦਾ ਆ, ਤੇ ਫਿਰ ਇਸ ਤਰ੍ਹਾਂ ਦੇ ਬੰਪਸ ਜਿਹੜੇ ਆ ਉਹ ਬਣਨੋਂ ਹਟ ਜਾਂਦੇ ਹੈਗੇ ਆ। ਤੇ ਕੋਲਡ ਵਾਟਰ ਨਾਲ ਰਿੰਸ ਕਰ ਲਓ ਤੇ ਮੋਇਸਚਰਾਈਜ਼ਰ ਬਾਅਦ ਚ ਅਪਲਾਈ ਕਰ ਲਓ ਤਾਂ ਫਿਰ ਵੀ ਇਹ ਠੀਕ ਹੋ ਜਾਂਦੇ ਹੈਗੇ ਆ। ਇਹ ਸਕਿਨ ਟੈਗਸ ਹੈਗੀਆਂ ਆ, ਸਕਿਨ ਟੈਗਸ ਜਿਹੜੀਆਂ ਹੈਗੀਆਂ ਸਮਾਲ ਫਲੈਪਸ ਆਫ ਫਲੈਸ਼ ਕਲਰਡ ਸਲਾਈਟਲੀ ਡਾਰਕਰ ਟਿਸ਼ੂ ਹੈਂਗ ਕਰਦਾ ਹੈਗਾ, ਸਟਾਕ ਹੁੰਦੀ ਆ ਵਿੱਚ ਉਹਦੇ, ਇਹ ਨੈਕ ਦੇ ਵਿੱਚ ਹੁੰਦੀਆਂ, ਚੈਸਟ 'ਚ, ਬੈਕ ਤੇ, ਆਰਮਪਿਟਸ ਤੇ, ਅੰਡਰ ਦਾ ਬ੍ਰੈਸਟ ਹੋ ਜਾਂਦੀਆਂ, ਗਰੋਇਨ ਏਰੀਆ 'ਚ, ਇਹਨਾਂ 'ਚ ਸਕਿਨ ਟੈਗਸ ਅਪੀਅਰ ਕਰਦੇ ਆ। ਲੇਡੀਜ਼ ਦੇ ਖਾਸ ਕਰਕੇ ਐਲਡਰੀ ਪੀਪਲ ਦੇ ਵਿੱਚ ਇਹ ਜ਼ਿਆਦਾ ਹੁੰਦੀਆਂ ਆ। ਇਹ ਡੇਂਜਰਸ ਨਹੀਂ ਹੁੰਦੀਆਂ, ਕੋਈ ਵੀ ਇਹਨਾਂ ਦਾ ਕੋਈ ਮਹੱਤਵ ਨਹੀਂ ਹੈ, ਪੇਨ ਵੀ ਕੋਈ ਕਾਜ਼ ਨਹੀਂ ਕਰਦੀਆਂ ਹੈ, ਦੇਖਣ ਨੂੰ ਵੀ ਵੈਸੇ ਬੁਰੀਆਂ ਲੱਗਦੀਆਂ ਹੈ, ਤੇ ਇਹਨਾਂ ਨੂੰ ਕੱਟ ਕੀਤਾ ਜਾ ਸਕਦਾ ਆ ਤੇ ਜਾਂ ਕੌਟਰੀ ਦੇ ਨਾਲ ਬਰਨ ਕੀਤਾ ਜਾ ਸਕਦਾ ਹੈਗਾ। ਇਹ ਹੈ ਮੋਲ, ਜਿਹਨੂੰ ਅਸੀਂ ਮੋਕਾ ਕਹਿ ਦਿੰਦੇ ਆ। ਇਹ ਮੋਕਾ ਜਿਹੜਾ ਹੈਗਾ ਆ ਇਹ ਇਸ ਤਰ੍ਹਾਂ ਦਾ ਹੁੰਦਾ ਆ, ਔਰ ਇਹਨੂੰ ਵੈਸੇ ਤਾਂ ਇਹਦਾ ਕਲਰ ਅਗਰ ਚੇਂਜ ਹੋ ਜਾਏਗਾ ਤਾਂ ਫਿਰ ਕੈਂਸਰਸ ਹੋ ਸਕਦਾ ਆ, ਨਹੀਂ ਤਾਂ ਅਦਰਵਾਈਜ਼ ਇਹਦਾ ਕੋਈ ਐਸਾ ਨੁਕਸਾਨ ਨਹੀਂ ਹੈ। ਇਹ ਬਰਾਊਨ ਔਰ ਬਲੈਕ ਹੋ ਜਾਂਦੇ ਆ, ਕਿਤੇ ਵੀ ਬੋਡੀ ਤੇ ਹੋ ਸਕਦੇ ਆ, ਤੇ ਇੱਕ ਅੱਧਾ ਹੋ ਸਕਦਾ ਜਾਂ ਗਰੁੱਪਸ ਦੇ ਵਿੱਚ ਵੀ ਹੋ ਸਕਦੇ ਹੈਗੇ ਆ, ਤੇ ਕਈ ਵਾਰੀ ਇਹ ਬਹੁਤ ਹੌਲੀ ਸਾਲਾਂ ਵੱਧੀ ਵੱਧਦੇ ਆ, ਪਰ ਉਨੇ ਕੇ ਰਹਿੰਦੇ ਹੈਗੇ ਆ, ਫਲੈਟ ਹੁੰਦੇ ਆ, ਰੇਜ਼ਡ ਹੁੰਦੇ ਆ। ਇਹਦੇ ਉੱਤੇ ਕਈ ਵਾਰੀ ਹੇਅਰ ਵੀ ਗਰੋ ਕਰ ਜਾਂਦੇ ਆ, ਤੇ ਜਦੋਂ ਚੇਂਜ ਕਲਰ ਹੁੰਦਾ ਉਦੋਂ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਕਿਤੇ ਕੈਂਸਰਸ ਤਾਂ ਨਹੀਂ ਹੋ ਗਿਆ, ਤੇ ਉਸ ਵੇਲੇ ਫਿਰ ਇਹਨੂੰ ਡਾਕਟਰ ਨੂੰ ਜ਼ਰੂਰ ਦਿਖਾ ਲੈਣਾ ਚਾਹੀਦਾ ਆ। ਤੇ ਜੇ ਕਦੀ ਅਨਯੂਜ਼ੂਅਲ ਬਦਲਣ ਲੱਗ ਪਵੇ, ਜਾਂ ਕਲਰ ਬਹੁਤ ਜਲਦੀ ਚੇਂਜ ਹੋ ਜਾਏ, ਜਾਂ ਖੂਨ ਵਗੈਰਾ ਨਿਕਲੇ, ਜਾਂ ਇੱਚ ਕਰਨ ਲੱਗ ਪਏ, ਫਿਰ ਇਹਦਾ ਖਾਸ ਕਰਕੇ ਖਿਆਲ ਰੱਖਣਾ ਚਾਹੀਦਾ ਕਿ ਕਿਤੇ ਕੈਂਸਰਸ ਤਾਂ ਨਹੀਂ ਹੋ ਗਿਆ ਹੈ। ਤੇ ਇਹ ਹੈ ਏਜ ਔਰ ਲਿਵਰ ਸਪੌਟਸ ਹੈਗੇ ਆ, ਜਿਹੜੇ ਕਿ ਏਜ ਦੇ ਮੁਤਾਬਕ ਹੋ ਜਾਂਦੇ ਆ। ਜਿਸ ਤਰ੍ਹਾਂ ਆਹ ਬਲੈਕ ਸਪੌਟ ਹੈ, ਆਹ ਸਪੌਟ ਹੈ, ਇਹ ਆਮ ਕਰਕੇ ਹਰ ਇੱਕ ਓਲਡ ਪੀਪਲ ਦੇ ਹੁੰਦਾ ਹੈਗਾ ਆ, ਇਹਦਾ ਕੋਈ ਖਾਸ ਮਹੱਤਵ ਨਹੀਂ ਹੈ। ਜਿਹੜੀ ਸਨਲਾਈਟ ਹੈਗੀ ਆ ਉਹਦੇ ਕਰਕੇ ਇਹ ਹੋ ਜਾਂਦਾ ਹੈਗਾ ਆ, ਤੇ ਇਸ ਕਰਕੇ ਉਹਦੇ ਵਿੱਚ ਵੀ ਇਹ ਹੈ। ਔਰ ਇਹ ਹੈ ਪਿਟਿਆਸਿਸ ਰੋਜ਼ੀਆ, ਇੱਕ ਖਾਸ ਕਿਸਮ ਦੀ ਸਕਿਨ ਦੀ ਪ੍ਰੋਬਲਮ ਹੈਗੀ ਆ। ਸਕੇਲੀ ਪਿੰਕ ਪੈਚ, ਰੇਜ਼ਡ ਬਾਰਡਰ ਹੋ ਜਾਂਦੇ ਆ। ਇਹ
ਇਚ ਕਰਨ ਲੱਗ ਪੈਂਦਾ ਔਰ ਕ੍ਰਿਸਮਸ ਟਰੀ ਦੀ ਤਰ੍ਹਾਂ ਕਈ ਵਾਰੀ ਇਹ ਅਪੀਅਰ ਹੋ ਜਾਂਦਾ ਹੈਗਾ ਆ ਤੇ ਇਹਦਾ ਕਾਜ਼ ਹਾਲੇ ਤੱਕ ਪਤਾ ਨਹੀਂ ਹੈ, ਪਰ ਟ੍ਰੀਟਮੈਂਟ ਦੇ ਨਾਲ 6 ਤੋਂ 8 ਹਫ਼ਤੇ ਦੇ ਵਿੱਚ ਇਹ ਆਪਣੇ ਆਪ ਵੀ ਈਵਨ ਠੀਕ ਹੋ ਜਾਂਦਾ ਹੈਗਾ ਆ। ਸਕਿਨ ਡਿਸਆਰਡਰ ਕਿੱਦਾਂ ਪ੍ਰੀਵੈਂਟ ਕਰਨੇ ਹੈਗੇ ਆ ਅਸੀਂ, ਇਹ ਕੁਛ ਇੱਕ ਬਿਮਾਰੀਆਂ ਦੇ ਸੈਂਪਲ ਤੁਹਾਨੂੰ ਦਿਖਾਏ ਹੈਗੇ ਆ ਜਿਹੜੀਆਂ ਕਿ ਕਾਮਨ ਹੈਗੀਆਂ ਆ ਸਾਡੇ ਨਾਲ ਅਸੀਂ ਐਨਕਾਊਂਟਰ ਕਰਦੇ ਆ ਡੇਲੀ। ਉਹਦੇ ਬਾਕੀ ਆ ਜਿਹੜਾ ਕਿਸ ਤਰ੍ਹਾਂ ਅਸੀਂ ਇਹਨਾਂ ਤੋਂ ਬਚ ਸਕਦੇ ਹੈਗੇ ਆ, ਕਈ ਸਰਟਨ ਜਿਹੜੇ ਡਿਸਆਰਡਰ ਹੈਗੇ ਆ ਉਹ ਪ੍ਰੀਵੈਂਟੇਬਲ ਹੈਗੇ ਆ, ਜਿਹੜੇ ਕਿ ਜੈਨੇਟਿਕ ਕੰਡੀਸ਼ਨਸ ਹੈਗੀਆਂ ਤੇ ਸਮ ਅਦਰ ਇਲਨੈਸਿਸ ਹੈਗੀਆਂ ਆ ਉਹ ਪ੍ਰੀਵੈਂਟ ਨਹੀਂ ਹੋ ਸਕਦੀਆਂ, ਤੇ ਬਾਕੀ ਜਿਹੜੀਆਂ ਹੈਗੀਆਂ ਕਈ ਪ੍ਰੀਵੈਂਟ ਅਸੀਂ ਕਰ ਸਕਦੇ ਹਾਂ। ਤੇ ਇਹ ਟਿਪਸ ਜਿਹੜੀਆਂ ਹੈਗੀਆਂ ਆ ਇਨਫੈਕਸ਼ੀਅਸ ਸਕਿਨ ਕੰਡੀਸ਼ਨਸ ਹੈਗੀਆਂ ਉਹਨਾਂ ਦੇ ਲਈ ਹੈਗੀਆਂ ਕਿ ਇਨਫੈਕਸ਼ਨ ਨੂੰ ਅਸੀਂ ਕਿਸ ਤਰ੍ਹਾਂ ਰੋਕ ਸਕਦੇ ਹਾਂ ਸਕਿਨ ਦੀ ਨੂੰ। ਵਾਸ਼ ਯੂਰ ਹੈਂਡਸ ਵਿਦ ਸੋਪ ਐਂਡ ਵਾਟਰ ਫ੍ਰੀਕੁਐਂਟਲੀ, ਹੱਥ ਔਰ ਸਾਡੇ ਫ੍ਰੀਕੁਐਂਟਲੀ ਸੋਪ ਤੇ ਵਾਰਮ ਵਾਟਰ ਦੇ ਨਾਲ ਧੋਣੇ ਚਾਹੀਦੇ ਆ ਤਾਂ ਕਿ ਇੱਕ ਦੂਜੇ ਨੂੰ ਕੋਈ ਇਨਫੈਕਸ਼ਨ ਨਾ ਲੱਗ ਸਕਦੇ। ਇੱਕ ਦੂਜੇ ਦੀਆਂ ਜਿਹੜੇ ਯੂਟੈਂਸਿਲਸ ਹੈਗੇ ਆ, ਭਾਂਡੇ ਹੈਗੇ ਆ, ਡਰਿੰਕਿੰਗ ਗਲਾਸਿਸ ਹੈਗੇ ਆ, ਉਹ ਸਾਨੂੰ ਸ਼ੇਅਰ ਨਹੀਂ ਕਰਨੇ ਚਾਹੀਦੇ। ਕੰਟੈਕਟ ਵਿਦ ਸਕਿਨ ਜਿਹੜਾ ਕਿਸੇ ਦੂਸਰੇ ਦੇ ਨਾਲ ਜਿਹੜੇ ਇਨਫੈਕਸ਼ਨ ਹੈਗੀ ਆ ਉਹਦੇ ਨਾਲ ਨਹੀਂ ਲੱਗਣਾ ਚਾਹੀਦਾ। ਜਿਹੜੀਆਂ ਪਬਲਿਕ ਸਪੇਸਿਸ ਹੈਗੀਆਂ ਆ, ਜਿਮਸ ਇਕਵਿਪਮੈਂਟ ਹੈਗਾ ਆ ਤੇ ਉਹਨਾਂ ਨੂੰ ਯੂਜ਼ ਕਰਨ ਲੱਗੇ ਵੀ ਤੁਹਾਨੂੰ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਆ ਕਿ ਉੱਥੇ ਕੋਈ ਇਨਫੈਕਸ਼ਨ ਨਾ ਹੋਵੇ। ਤੇ ਪਰਸਨਲ ਆਈਟਮਸ ਜਿਹੜੀਆਂ ਹੈਗੀਆਂ ਜਿੱਦਾਂ ਬਲੈਂਕਟਸ ਹੈਗੇ ਆ, ਹੇਅਰ ਬਰੁਸ਼ਸ ਹੈਗੇ ਆ, ਸਵਿਮ ਸੂਟਸ ਹੈਗੇ ਆ, ਉਹ ਸ਼ੇਅਰ ਨਹੀਂ ਕਰਨੇ ਚਾਹੀਦੇ। 7 ਘੰਟੇ ਨੀਂਦ ਜਿਹੜੀ ਆ ਉਹ ਆਪਣੀ ਪੂਰੀ ਲੈਣੀ ਚਾਹੀਦੀ ਆ ਤਾਂ ਕਿ ਤੁਹਾਡੀ ਜਿਹੜੀ ਇਮਿਊਨਿਟੀ ਹੈਗੀ ਆ ਉਹ ਬਣੀ ਰਹੇ। ਪਲੈਂਟੀ ਆਫ ਵਾਟਰ ਜਿਹੜਾ ਹੈ, ਪਾਣੀ ਜਿਹੜਾ ਹੈ ਉਹ ਪੀਣਾ ਚਾਹੀਦਾ ਹੈ ਤਾਂ ਕਿ ਜਿਹੜੀ ਸਕਿਨ ਹੈਗੀ ਆ ਉਹ ਡਰਾਈ ਨਾ ਹੋ ਜਾਏ, ਕਿਉਂਕਿ ਡੀਹਾਈਡਰੇਸ਼ਨ ਦੇ ਵਿੱਚ ਸਕਿਨ ਜਿਹੜੀ ਹੈਗੀ ਆ ਉਹਨੂੰ ਜ਼ਿਆਦਾ ਖਤਰਾ ਹੁੰਦਾ ਆ, ਉਹਦੀ ਇਮਿਊਨਿਟੀ ਜਿਹੜੀ ਆ ਉਹ ਘਟ ਜਾਂਦੀ ਹੈਗੀ ਆ। ਤੇ ਫਿਜ਼ੀਕਲ ਜਿਹੜੀ ਇਮੋਸ਼ਨਲ ਸਟ੍ਰੈਸ ਹੈਗਾ ਆ ਉਹ ਐਕਸੈਸਿਵ ਅਗਰ ਹੋ ਰਿਹਾ ਤਾਂ ਉਹ ਵੀ ਇਹਦੇ ਲਈ ਖਤਰੇ ਦੀ ਘੰਟੀ ਹੈਗੀ ਆ, ਇਸ ਕਰਕੇ ਉਹ ਤੋਂ ਵੀ ਬਚਣਾ ਚਾਹੀਦਾ ਹੈ। ਨਿਊਟ੍ਰੀਸ਼ੀਅਸ ਡਾਈਟ ਜਿਹੜਾ ਹੈ, ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਸਾਡੇ ਬਾਡੀ ਦੇ ਲੋੜੀਂਦੇ ਮਿਨਰਲਸ ਔਰ ਵਿਟਾਮਿਨਸ ਹੈਗੇ ਆ ਉਹ ਉਹਨਾਂ ਦੀ ਡੈਫੀਸ਼ੀਐਂਸੀ ਕਰਕੇ ਸਕਿਨ ਪ੍ਰੋਬਲਮ ਜਿਹੜੀਆਂ ਆ ਉਹ ਕਾਫੀ ਜ਼ਿਆਦਾ ਹੁੰਦੀਆਂ ਹੈਗੀਆਂ ਆ। ਤੇ ਫਿਰ ਜਿਹੜੀਆਂ ਕਈ ਕੰਡੀਸ਼ਨਸ ਹੈਗੀਆਂ ਚਿਕਨ ਪੌਕਸ ਵਗੈਰਾ ਵਰਗੇ ਦੇ ਵੈਕਸੀਨੇਸ਼ਨ ਜਿਹੜੇ ਹੈਗੇ ਆ ਉਹ ਲਗਾ ਲੈਣੇ ਚਾਹੀਦਾ ਹੈਗਾ ਆ। ਸਕਿਨ ਡਿਸਆਰਡਰ ਟ੍ਰੀਟ ਕਿੱਦਾਂ ਕਰਨੇ ਹੈਗੇ ਆ, ਕਈ ਜਿਹੜੇ ਡਿਸਆਰਡਰ ਹੈਗੇ ਆ ਉਹ ਟ੍ਰੀਟੇਬਲ ਹੈਗੇ ਆ, ਉਹਨਾਂ ਦੀ ਐਂਟੀ ਹਿਸਟਾਮਿਨਿਕਸ ਜਿਹੜੇ ਹੈਗੇ ਆ, ਐਂਟੀ ਅਲਰਜਿਕ ਦਵਾਈਆਂ ਹੈਗੀਆਂ ਆ, ਕਰੀਮਸ ਆ, ਆਇੰਟਮੈਂਟਸ ਹੈਗੇ ਆ, ਐਂਟੀਬਾਇਓਟਿਕਸ ਹੈਗੇ ਆ, ਕਈ ਵਿਟਾਮਿਨਸ ਔਰ ਸਟੀਰੋਇਡ ਇੰਜੈਕਸ਼ਨਸ ਹੈਗੇ ਆ, ਲੇਜ਼ਰ ਥੈਰੇਪੀ ਹੈਗੀ ਆ, ਤੇ ਇਹ ਸਾਰੀਆਂ ਪ੍ਰੈਸਕ੍ਰਿਪਸ਼ਨ ਦੇ ਨਾਲ ਤੁਹਾਨੂੰ ਮੈਡੀਕੇਸ਼ਨ ਮਿਲ ਜਾਂਦੀਆਂ ਹੈਗੀਆਂ। ਤੇ ਬਹੁਤ ਸਾਰੇ ਸਕਿਨ ਡਿਸਆਰਡਰਸ ਹੈਗੇ ਆ ਜਿਹੜੇ ਕਿ ਟ੍ਰੀਟਮੈਂਟ ਦੇ ਨਾਲ ਰਿਸਪੌਂਡ ਨਹੀਂ ਕਰਦੇ। ਕਈ ਕੰਡੀਸ਼ਨਸ ਹੈਗੀਆਂ ਜਿਹੜੀਆਂ ਕਿ ਟ੍ਰੀਟਮੈਂਟ ਚੱਲ ਜਾਂਦੀਆਂ ਪਰ ਕਈ ਨਹੀਂ ਜਾਂਦੇ। ਜਿਹੜੇ ਪਰਮਾਨੈਂਟ ਸਕਿਨ ਕੰਡੀਸ਼ਨਸ ਹੈਗੀਆਂ ਆ ਉਹ ਬਹੁਤ ਸਵੀਅਰ ਸਿੰਪਟਮਸ ਵੀ ਹੋ ਜਾਂਦੇ ਆ। ਸਮਟਾਈਮ ਜਿਹੜੇ ਪੀਪਲ ਹੈ ਤੇ ਇਨਕਿਉਰੇਬਲ ਕੰਡੀਸ਼ਨਸ ਦੇ ਵਿੱਚ ਚੱਲ ਜਾਂਦੇ ਹੈਗੇ ਆ ਤੇ ਜਿਨ੍ਹਾਂ ਨੂੰ ਰਿਮਿਸ਼ਨਸ ਵੀ ਨਹੀਂ ਹੁੰਦੀ। ਤੇ ਕਈ ਸਕਿਨ ਕੰਡੀਸ਼ਨਸ ਹੈਗੀਆਂ ਜਿਹੜੀਆਂ ਕਿ ਦੁਬਾਰਾ ਬਾਰ-ਬਾਰ ਜਿਹੜੀਆਂ ਆ ਉਹ ਅਪੀਅਰ ਹੋ ਜਾਂਦੀਆਂ ਜਿੱਦਾਂ ਕਿ ਸਟ੍ਰੈਸ ਤੇ ਇਲਨੈਸ ਦੇ ਨਾਲ ਹੈਗੀਆਂ। ਤੇ ਡਿਸਆਰਡਰ ਜਿਹੜੇ ਹੈਗੇ ਆ ਟੈਂਪਰੇਰੀਲੀ ਕਾਸਮੈਟਿਕਸ ਦੇ ਨਾਲ ਤੁਸੀਂ ਕਈ ਵਾਰੀ ਉਹਨੂੰ ਢੱਕ ਲੈਂਦੇ ਹੋ, ਪਰ ਕਈ ਵਾਰੀ ਮੈਡੀਕੇਟਡ ਮੇਕਅਪ ਜਿਹੜੀ ਹੈਗੀ ਆ ਉਹਦੇ ਨਾਲ ਵੀ ਤੁਸੀਂ ਉਹਨੂੰ ਲੁਕੋ ਲੈਂਦੇ ਆ। ਤੇ ਜੇ ਕਈ ਵਾਰੀ ਓਵਰ ਦਾ ਕਾਊਂਟਰ ਸਕਿਨ ਕੇਅਰ ਪ੍ਰੋਡਕਟਸ ਜਿਹੜੇ ਹੈਗੇ ਆ ਉਹ ਤੁਸੀਂ ਯੂਜ਼ ਕਰਦੇ ਹੈਗੇ ਆ। ਗੁੱਡ ਹਾਈਜੀਨ ਪ੍ਰੈਕਟਿਸਿਸ ਜਿਹੜੀਆਂ ਹੈਗੀਆਂ ਆ ਉਹ ਜ਼ਰੂਰੀ ਹੈਗੀਆਂ ਕਿ ਸਕਿਨ ਨੂੰ ਅਸੀਂ ਕਿਸ ਤਰ੍ਹਾਂ ਆਪਣਾ ਹਾਈਜੀਨਿਕ ਰੱਖਣਾ ਹੈਗਾ। ਜੇ ਥੋੜ੍ਹੀਆਂ ਜਿਹੀਆਂ ਲਾਈਫ ਸਟਾਈਲ ਐਡਜਸਟਮੈਂਟਸ ਹੈਗੀਆਂ ਆ, ਸਰਟਨ ਡਾਈਟਰੀ ਚੇਂਜਸ ਹੈਗੀਆਂ ਉਹ ਸਾਨੂੰ ਲੈਣੀਆਂ ਚਾਹੀਦੀਆਂ ਹੈ। ਉਹਦੇ ਵਿੱਚ ਇਹ ਆ ਕਿ ਜਿਸ ਤਰ੍ਹਾਂ ਸਾਡੇ ਅਦਰ ਔਰਗਨਸ ਸਾਡੀ ਹੈਲਥ ਨੂੰ ਬਹੁਤ ਜ਼ਰੂਰੀ ਹੈਗੀਆਂ ਕਿ ਸਾਡੀ ਜਿਹੜੀ ਡਾਈਟ ਹੈਗੀ ਆ ਉਹ ਬੜੀ ਨਿਊਟ੍ਰੀਸ਼ੀਅਸ ਹੋਵੇ, ਹਰੀਆਂ ਪੱਤਿਆਂ ਵਾਲੀਆਂ ਸਬਜ਼ੀਆਂ ਹੋਣ, ਫਰੂਟ ਹੋਣ ਔਰ ਵਿਟਾਮਿਨਸ ਵਾਲੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਸੀਂ ਅਗਰ ਰੈਗੂਲਰਲੀ ਲੈਂਦੇ ਆ ਤੇ ਉਹਦੇ ਨਾਲ ਸਾਡੀ ਸਕਿਨ ਦੀ ਜਿਹੜੀ ਬਣਤਰ ਹੈਗੀ ਆ ਔਰ ਸਕਿਨ ਦੀ ਟੈਕ ਹੈਗੀ ਆ ਉਹ ਵੀ ਕਾਇਮ ਰਹਿੰਦੀ ਹੈਗੀ ਆ। ਔਰ ਇਸੇ ਕਰਕੇ ਜਿਹੜੇ ਸਾਡੇ ਨਾਰਮਲੀ
ਇਹ ਬਹੁਤੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਉਹ ਸਾਡੇ ਡੈਫੀਸ਼ੀਐਂਸੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਹੈਗਾ ਆ ਕਿ ਸਾਨੂੰ ਬਿਮਾਰੀ ਜਿਹੜੀ ਕੋਈ ਵੀ ਹੈਗੀ ਆ ਉਹ 3 ਤਰੀਕਿਆਂ ਨਾਲ ਹੁੰਦੀ ਹੈਗੀ ਆ। ਜਾਂ ਤਾਂ ਸਾਨੂੰ ਡੈਫੀਸ਼ੀਐਂਸੀ ਕਰਕੇ ਹੁੰਦੀ ਆ, ਜਿਹੜੀਆਂ ਕਿ ਅਸੀਂ ਆਪਣੀ ਖੁਰਾਕ ਤੋਂ ਔਰ ਆਪਣੇ ਸਪਲੀਮੈਂਟਸ ਤੋਂ ਪੂਰੀ ਕਰ ਲੈਂਦੇ ਹਾਂ। ਇਹਦੇ ਵਿੱਚ ਸਕਿਨ ਦੇ ਵਿੱਚ ਖਾਸ ਕਰਕੇ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਖਾਸ ਕਰਕੇ ਵਿਟਾਮਿਨਸ ਹੈਗੇ ਆ, ਜਿਹੜੇ ਵਿਟਾਮਿਨਸ ਏ ਹੈ, ਵਿਟਾਮਿਨਸ ਬੀ ਹੈ, ਵਿਟਾਮਿਨ ਸੀ ਹੈ, ਵਿਟਾਮਿਨ ਡੀ ਹੈ, ਇਹਨਾਂ ਦੀ ਜਿਹੜੀ ਘਾਟ ਹੈਗੀ ਆ ਉਹਦੇ ਨਾਲ ਬਹੁਤੀਆਂ ਸਕਿਨ ਪ੍ਰੋਬਲਮਸ ਹੁੰਦੀਆਂ ਹੈਗੀਆਂ, ਜਿਹੜੀਆਂ ਕਿ ਨਾਰਮਲ ਸਕਿਨ ਸਪੈਸ਼ਲਿਸਟ ਜਿਹੜੇ ਆ ਉਹ ਕੇਅਰ ਨਹੀਂ ਕਰਦੇ। ਇੱਕ ਤਾਂ ਇਹ ਤੁਹਾਨੂੰ ਆਪਣੇ ਆਪ ਹੀ ਲੈਣੀਆਂ ਚਾਹੀਦੀਆਂ ਹੈਗੀਆਂ। ਫਿਰ ਕਈ ਮਿਨਰਲਸ ਹੈਗੇ ਆ, ਜਿੱਦਾਂ ਜ਼ਿੰਕ ਹੈ, ਮੈਗਨੀਸ਼ੀਅਮ ਹੈ, ਸੈਲੀਨੀਅਮ ਹੈ, ਇਸ ਤਰ੍ਹਾਂ ਦੇ ਜਿਹੜੇ ਮਤਲਬ ਮਿਨਰਲਸ ਹੈਗੇ ਆ ਉਹ ਵੀ ਤੁਹਾਨੂੰ ਆਪਣੇ ਪੂਰੀ ਮਕਦਾਰ ਦੇ ਵਿੱਚ ਲੈਣੇ ਚਾਹੀਦੇ ਆ, ਤਾਂ ਕਿ ਸਕਿਨ ਪ੍ਰੋਬਲਮ ਜਿਹੜੀਆਂ ਨਾ ਹੋਣ। ਕਈ ਵਾਰੀ ਹੋਰ ਕਈ ਫਰੂਟਸ ਵਗੈਰਾ ਹੈਗੇ ਆ ਜਿਹੜੇ ਫਾਈਟੋ ਨਿਊਟ੍ਰੀਐਂਟਸ ਹੈਗੇ ਆ, ਉਹ ਵੀ ਸਕਿਨ ਦੇ ਲਈ ਬਹੁਤ ਵਧੀਆ ਹੁੰਦੇ ਹੈਗੇ ਆ। ਫਿਰ ਦੂਜੀ ਚੀਜ਼ ਜਿਹੜੀ ਹੈਗੀ ਆ ਡੈਫੀਸ਼ੀਐਂਸੀ ਤੋਂ ਬਿਨਾ, ਉਹ ਹੈ ਟੌਕਸੀਮੀਆ। ਸਾਨੂੰ ਆਪਣੀ ਖੁਰਾਕ ਜਿਹੜੀ ਹੈਗੀ ਆ ਉਹ ਬਹੁਤ ਹੀ ਚੁਣ ਕੇ ਲੈਣੀ ਚਾਹੀਦੀ ਹੈਗੀ ਆ। ਜਿਸ ਤਰ੍ਹਾਂ ਕਿ ਬਾਹਰੋਂ ਸਾਨੂੰ ਖਾਣਾ ਨਹੀਂ ਖਾਣਾ ਚਾਹੀਦਾ, ਜ਼ਿਆਦਾ ਜਿਹੜੀ ਹੈਗੀ ਆ ਗਲਤ ਡਾਈਟ ਜਿਹੜੀ ਆ ਉਹ ਬਿਲਕੁਲ ਅਵੋਇਡ ਕਰਨੀ ਚਾਹੀਦੀ ਹੈਗੀ ਆ। ਘਰ ਦੀ ਜਿਹੜੀ ਸਾਫ਼ ਸੁਥਰੀ ਖੁਰਾਕ ਹੈਗੀ ਆ ਉਹ ਲੈਣੀ ਚਾਹੀਦੀ ਆ, ਉਹ ਸਕਿਨ ਦੇ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈਗੀ ਆ। ਫਿਰ ਸਾਡੇ ਤੀਜਾ ਹੈਗਾ ਸਟ੍ਰੈਸ ਦੇ ਲਈ ਸਾਡਾ ਜਿਹੜਾ ਮਾਈਂਡ ਸੈਟ ਹੈਗਾ ਆ ਉਹਨੂੰ ਸਾਨੂੰ ਠੀਕ ਕਰਨਾ ਚਾਹੀਦਾ। ਅਗਰ ਸਾਡੇ ਮਾਈਂਡ ਦੇ ਵਿੱਚ ਨੈਗੇਟਿਵਿਟੀ ਭਰੀ ਹੋਈ ਹੈਗੀ ਆ ਤਾਂ ਨੈਚੁਰਲੀ ਸਾਡੀ ਸਕਿਨ ਦੇ ਉੱਤੇ ਵੀ ਅਸਰ ਆ, ਸਾਡੀ ਹੈਲਥ ਦੇ ਉੱਤੇ ਵੀ ਅਸਰ ਹੈਗੀ ਆ, ਔਰ ਸਾਡੇ ਜਿਹੜੇ ਬਾਡੀ ਆਰਗਨਸ ਹੈਗੇ ਆ ਸਾਰੇ ਉਹਨਾਂ ਦੇ ਉੱਤੇ ਵੀ ਅਸਰ ਹੋਏਗਾ। ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਹੈਗਾ ਆ, ਔਰ ਉਹਦੇ ਨਾਲ ਮੈਡੀਟੇਸ਼ਨ ਵਗੈਰਾ ਔਰ ਪ੍ਰੋਪਰ ਸਲੀਪ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈਗੀ ਆ। ਰੈਗੂਲਰ ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈਗੀ ਆ। ਇਸ ਤਰ੍ਹਾਂ ਜੇ ਮੂਵਿੰਗ ਜਿਹੜੀ ਬਾਡੀ ਹੈਗੀ ਆ ਉਹਦੇ ਵਿੱਚ ਤੁਹਾਡੀ ਸਕਿਨ ਨੂੰ ਵੀ ਪੂਰੀ ਮਿਲਦੀ ਹੈਗੀ ਆ, ਮਤਲਬ ਨਿਊਟ੍ਰੀਸ਼ਨ ਮਿਲਦਾ ਹੈਗਾ ਆ, ਔਰ ਤੁਹਾਡੀ ਬਾਡੀ ਨੂੰ ਵੀ ਐਜ਼ ਏ ਹੋਲ ਵੀ ਸਾਰਾ ਵਧੀਆ ਬਲੱਡ ਸਪਲਾਈ ਹੁੰਦੀ ਹੈਗੀ ਆ। ਸੋ ਇਸ ਕਰਕੇ ਇਹਨਾਂ ਕੁਛ ਇੱਕ ਚੀਜ਼ਾਂ ਦਾ ਜਿਹੜਾ ਆ ਉਹ ਖਿਆਲ ਰੱਖਣਾ ਬਹੁਤ ਜ਼ਰੂਰੀ ਆ। ਜੇ ਤੁਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੋਗੇ ਤੁਸੀਂ ਆਪਣੀ ਸਕਿਨ ਨੂੰ ਵੀ ਬਚਾ ਸਕੋਗੇ ਔਰ ਆਪਣੀ ਬਾਡੀ ਨੂੰ ਵੀ ਬਚਾ ਸਕੋਗੇ। ਇਹ ਇੰਨੀਆਂ ਕੁ ਚੀਜ਼ਾਂ ਸੀਗੀਆਂ, ਇਹਦੇ ਨਾਲ ਮੈਂ ਸਮਾਪਤ ਕਰਦਾ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ ਥੈਂਕ ਯੂ। ਕਿਸੇ ਦਾ ਕੁਐਸਚਨ ਹੈਗਾ ਹੈ ਤਾਂ ਉਹ ਪੁੱਛ ਸਕਦਾ ਹੈ। ਡਾਕਟਰ ਸਾਹਿਬ ਇੱਕ ਮੇਰਾ ਕੁਐਸਚਨ ਹੈਗਾ ਆ ਕਿ ਜਿਵੇਂ ਕਿ ਸਕਿਨ ਦੇ ਰੈਸ਼ਿਜ਼ ਹੋ ਜਾਂਦੇ ਆ ਰੈਡ ਕਲਰ ਦੇ, ਤੇ ਇਹਨਾਂ ਵਾਸਤੇ ਮਤਲਬ ਕਿ ਕੀ ਕਰਨਾ ਚਾਹੀਦਾ ਸਾਨੂੰ? ਇਹਦਾ ਕਾਰਨ ਲੱਭਣਾ ਚਾਹੀਦਾ ਕਿ ਇਹ ਰੈਸ਼ ਕਿਉਂ ਹੋਏ ਆ। ਠੀਕ ਹੈ। ਇੱਕ ਤਾਂ ਰੈਸ਼ ਹੈ ਜਿੱਦਾਂ ਛਪਾਕੀ ਹੋ ਜਾਂਦੀ ਆ ਜੀ। ਇੱਕ ਰੈਸ਼ ਹੈ ਜਿੱਦਾਂ ਮੀਜ਼ਲਸ ਦੇ ਰੈਸ਼ ਹੋ ਜਾਂਦੇ ਹੈਗੇ ਆ ਜੀ। ਇੱਕ ਰੈਸ਼ ਹੈਗੇ ਆ ਟੋਪਿਕ ਡਰਮੇਟਾਈਟਿਸ ਹੈ, ਇੱਕ ਹੈਗੀ ਆ ਕੰਟੈਕਟ ਡਰਮੇਟਾਈਟਿਸ ਹੈ। ਇਹ ਸਾਨੂੰ ਕਾਰਨ ਲੱਭਣਾ ਪੈਣਾ ਕਿ ਰੈਸ਼ ਕਿਉਂ ਹੁੰਦੇ ਹੈਗੇ ਆ। ਕੁਝ ਰੈਸ਼ਿਜ਼ ਜਿਵੇਂ ਕਿ ਡਾਕਟਰ ਸਾਹਿਬ ਟਾਈਫਾਈਡ ਤੋਂ ਬਾਅਦ ਜਾਂ ਫੀਵਰ ਜ਼ਿਆਦਾ ਹੋਣ ਤੋਂ ਬਾਅਦ ਕੁਝ ਸਾਡੇ ਹੋ ਜਾਂਦੇ ਆ, ਉਹਨਾਂ ਦਾ ਕੀ ਕਾਰਨ ਹੈ? ਉਹਨਾਂ ਦਾ ਕਾਰਨ ਇਹੀ ਹੈ ਕਿ ਸਾਡੇ ਬਾਡੀ ਦੇ ਵਿੱਚ ਬਹੁਤੀਆਂ ਡੈਫੀਸ਼ੀਐਂਸੀਜ਼ ਹੋ ਜਾਂਦੀਆਂ ਹੈਗੀਆਂ। ਉਹ ਡੈਫੀਸ਼ੀਐਂਸੀਜ਼ ਕਿਉਂਕਿ ਜ਼ਿਆਦਾ ਦੇਰ ਅਸੀਂ ਫਿਰ ਖੁਰਾਕ ਜਦੋਂ ਬਿਮਾਰ ਵਗੈਰਾ ਹੁੰਦੇ ਆ ਤਾਂ ਸਾਡੀ ਖੁਰਾਕ ਵੀ ਘਟ ਜਾਂਦੀ ਆ ਔਰ ਅਸੀਂ ਸਪਲੀਮੈਂਟਸ ਨਾਲ ਲੈਂਦੇ ਨਹੀਂ ਹੈ। ਇਸ ਕਰਕੇ ਜਿੰਨੇ ਵੀ ਖਾਸ ਕਰਕੇ ਜਿਹੜਾ ਸਾਡਾ ਵਿਟਾਮਿਨ B3 ਹੈਗਾ ਆ ਉਹ ਸਕਿਨ ਦੇ ਲਈ ਬਹੁਤ ਇੰਪੋਰਟੈਂਟ ਹੈਗਾ ਹੈ, ਔਰ ਅਗਰ ਅਸੀਂ ਉਹ ਨਹੀਂ ਲੈਂਦੇ ਤੇ ਪਲੈਗਰਾ ਟਾਈਪ ਸਿੰਪਟਮ ਜਿਹੜੇ ਹੈਗੇ ਆ ਉਹ ਹੋ ਜਾਂਦੇ ਹੈਗੇ ਆ। ਤੋ ਇਸ ਕਰਕੇ ਸਾਨੂੰ ਵਿਟਾਮਿਨਸ ਜਿਹੜੇ ਹੈਗੇ ਆ ਉਹ ਪੂਰੇ ਲੈਣੇ ਚਾਹੀਦੇ ਹੈਗੇ ਆ ਤਾਂ ਕਿ ਡੈਫੀਸ਼ੀਐਂਸੀ ਜਿਹੜੀ ਹੈਗੀ ਆ ਉਹ ਸਾਡੀ ਪੂਰੀ ਹੋ ਸਕੇ ਤੇ ਸਾਨੂੰ ਇਸ ਤਰ੍ਹਾਂ ਦੇ ਰੈਸ਼ਿਜ਼ ਵਗੈਰਾ ਨਾ ਹੋਣ। ਜੀ ਡਾਕਟਰ ਸਾਹਿਬ ਥੈਂਕ ਯੂ। ਇੱਕ ਡਾਕਟਰ ਸਾਹਿਬ ਹੋਰ ਪੁਆਇੰਟ ਆਇਆ ਹੈਗਾ ਆ ਦੇਖਣ ਦੇ ਵਿੱਚ ਕਿ ਜਿਵੇਂ ਕਿ ਸਾਡੇ ਪੈਰ ਆ ਉਹਨਾਂ ਦੀਆਂ ਜਿਹੜੀਆਂ ਤਲੀਆਂ ਆ ਨੀਚੇ ਸੈਂਟਰ ਦੇ ਵਿੱਚ ਬਹੁਤ ਸਾਰੇ ਜਿੱਦਾਂ ਥੋੜਾ ਜਿਹਾ ਮਾਸ ਫਟ ਕੇ ਜਿੱਦਾਂ ਸਕਿਨ ਜਿਹੜੀ ਆ ਉਹ ਨਿਕਲਣੀ ਸਟਾਰਟ ਹੋ ਜਾਂਦੀ ਆ।
ਤੇ ਉਹਦੇ ਨਾਲ ਬਹੁਤ ਜ਼ਿਆਦਾ ਰੈਸ਼ਿਸ ਜਿਹੜੇ ਆ ਉਹ ਲੱਤਾਂ ਤੱਕ ਵੀ ਏਦਾਂ ਹੀ ਸੇਮ ਹੱਥਾਂ 'ਚ ਬਾਹਾਂ 'ਚ ਇਹ ਚੀਜ਼ਾਂ ਹੋ ਜਾਂਦੀਆਂ ਇਹਨਾਂ ਦੀ ਕੀ ਸੋਲਿਊਸ਼ਨ ਹੈਗਾ ਆ? ਉਹ ਫਟ ਜਾਂਦੇ ਹੈਗੇ ਆ ਔਰ ਉਹਦੇ ਨਾਲ ਇਹ ਇੱਕ ਤਰ੍ਹਾਂ ਦੀ ਜਿਹੜੀ ਫੰਗਸ ਪ੍ਰੋਬਲਮ ਹੋ ਜਾਂਦੀ ਹੈਗੀ ਆ। ਇਹ ਫੰਗਸ ਪ੍ਰੋਬਲਮ ਵੀ ਹੋ ਜਾਂਦੀ ਆ ਤੇ ਕਈਆਂ ਦੇ ਤਲੀਆਂ ਜਿਹੜੀਆਂ ਹੈਗੀਆਂ ਤਲੀਆਂ ਦੇ ਸਾਈਡਾਂ ਦੇ ਉੱਤੇ ਛੋਟੇ ਛੋਟੇ ਬਲਿਸਟਰਸ ਵੀ ਹੋ ਜਾਂਦੇ ਹੈਗੇ ਆ। ਉਹ ਫਿਰ ਫਟ ਜਾਂਦੇ ਆ ਤੇ ਫਿਰ ਸਕਿਨ ਵੀ ਲੈ ਜਾਂਦੀ ਆ। ਉਹ ਜ਼ਿਆਦਾਤਰ ਜਿਹੜੀ ਓਮੇਗਾ 3 ਹੈਗੀ ਡੈਫੀਸ਼ੀਐਂਸੀ ਉਹਦੇ ਕਰਕੇ ਹੋ ਜਾਂਦੇ ਆ। ਕਈ ਵਾਰੀ ਵਿਟਾਮਿਨ ਏ ਡੈਫੀਸ਼ੀਐਂਸੀ ਕਰਕੇ ਵੀ ਇਹ ਹੋ ਜਾਂਦੇ ਹੈਗੇ ਆ। ਔਰ ਅਗਰ ਕਈਆਂ ਦੇ ਕਲੋਸਟੀਜ਼ ਹੋ ਜਾਂਦੀਆਂ, ਜਿੱਦਾਂ ਹੁੰਦੀਆਂ ਕਿ ਨਹੀਂ ਕਲੋਸਟੀਜ਼, ਜਿਹਨੂੰ ਪੰਜਾਬੀ 'ਚ ਕੀ ਕਹਿੰਦੇ ਆ ਕਿ ਰੱਟਣ ਟਾਈਪ ਨਹੀਂ ਹੁੰਦੇ ਜੀ, ਉਸ ਤਰ੍ਹਾਂ ਦੇ ਰੱਟਣ ਤਾਂ ਜਿਹੜੇ ਆ ਉਹ ਇੰਨੇ ਹੁੰਦੇ ਨਹੀਂ, ਦੂਜੇ ਪੇਨਫੁਲ ਨਹੀਂ ਹੁੰਦੇ। ਅਦਰਵਾਈਜ਼ ਇਹ ਰੱਟਣ ਵਰਗੀਆਂ ਹੀ ਚੀਜ਼ਾਂ ਹੋ ਜਾਂਦੀਆਂ ਔਰ ਉਹ ਕਲੋਸਟੀਜ਼ ਕਹਿੰਦੇ ਆ ਅਸੀਂ, ਉਹ ਹੋ ਕੇ ਤੇ ਫਿਰ ਉਹ ਦਰਦ ਵੀ ਬਹੁਤ ਕਰਦੀਆਂ। ਉਹ ਵਿਟਾਮਿਨ ਏ ਡੈਫੀਸ਼ੀਐਂਸੀ ਕਰਕੇ ਹੋ ਜਾਂਦੀਆਂ ਹੈਗੀਆਂ ਆ, ਜਾਂ ਕਈ ਵਾਰੀ ਓਮੇਗਾ 3 ਦੀ ਡੈਫੀਸ਼ੀਐਂਸੀ ਕਰਕੇ ਹੋ ਜਾਂਦੀਆਂ ਆ। ਉਹ ਅਸੀਂ ਫੰਗਸ ਦਾ ਵੀ ਇਲਾਜ ਕਰਾ ਲਈਏ ਔਰ ਇਹ ਨਾਲ ਸਪਲੀਮੈਂਟ ਲੈ ਲਈਏ ਤੇ ਇਹ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਆ ਉਹ ਠੀਕ ਹੋ ਜਾਣਗੀਆਂ। ਜੀ ਡਾਕਟਰ ਸਾਹਿਬ, ਕਿਉਂਕਿ ਨਾ ਇਹਦੇ ਵਿੱਚ ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਆ, ਜਿਹਦੇ ਨਾਲ ਕਿ ਕੋਈ ਤੁਸੀਂ ਸ਼ਾਰਪ ਚੀਜ਼ ਆ ਉਹਦੇ ਨਾਲ ਵੀ ਰਗੜ ਸਕਦੇ ਆ ਸਕਿਨ ਨੂੰ, ਤੇ ਸੇਮ ਐਜ਼ ਇਟ ਇਜ਼ ਇਦਾਂ ਹੀ ਬਾਹਾਂ ਤੇ ਇਦਾਂ ਹੀ ਹੱਥਾਂ ਤੇ। ਹਾਂਜੀ, ਉਹ ਐਂਟੀ ਫੰਗਸ ਕਰੀਮ ਵਗੈਰਾ ਜਿਹੜੀ ਆ ਉਹ ਲਗਾਉਣੀ ਚਾਹੀਦੀ ਹੈ ਜੀ। ਔਰ ਡਾਕਟਰ ਸਾਹਿਬ, ਜਿਹੜੀ ਤੁਸੀਂ ਡੈਂਡਰਫ ਦੀ ਗੱਲ ਕੀਤੀ ਹੈਗੀ ਆ, ਇਹ ਵੀ ਮੰਨ ਲਓ ਜਿਵੇਂ ਕਿ ਸਿਰ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਕਈ ਚੀਜ਼ਾਂ ਘਰ ਵੀ ਸੋਲਿਊਸ਼ਨ ਯੂਜ਼ ਕਰਦੇ ਆ ਕਿ ਡੈਂਡਰਫ ਸਾਡੇ ਨਾ ਹੋਵੇ, ਲੇਕਿਨ ਉਹਦੇ ਜਿੱਦਾਂ ਇੱਕ ਪਰਤ ਬਣਨੀ ਸਟਾਰਟ ਹੋ ਜਾਂਦੀ ਆ ਕਿ ਉਹਦੇ ਨਾਲ ਸਾਡੇ ਸਿਰ ਤੇ ਖਾਰਿਸ਼ ਵੀ ਆਉਣੀ ਸਟਾਰਟ ਹੋ ਜਾਂਦੀ ਹੈ। ਔਰ ਜਿੰਨੀ ਵਾਰ ਵੀ ਤੁਸੀਂ ਖਾਰਿਸ਼ ਕਰਦੇ ਆ ਤੁਹਾਡੇ ਨੇਲਸ ਹੱਥਾਂ ਤੇ ਉਨੀ ਡੈਂਡਰਫ ਭਰ ਕੇ ਆਉਂਦੀ ਆ। ਇਹਦਾ ਕੀ ਰੀਜ਼ਨ ਹੈਗਾ? ਇਹਦਾ ਰੀਜ਼ਨ ਜਿਹੜਾ ਹੈ ਹਾਰਮੋਨਲ ਵੈਸੇ ਹੈਗਾ ਜਾਂ ਫੰਗਸ ਹੈਗਾ ਆ। ਫੰਗਸ ਦੀਆਂ ਜਿਹੜੀਆਂ ਐਂਟੀ ਫੰਗਲ ਹੈਗੀਆਂ ਦਵਾਈਆਂ, ਉਹ ਸ਼ੈਂਪੂ ਹੈਗੇ ਆ ਉਹ ਇਸਤੇਮਾਲ ਕਰਨੇ ਚਾਹੀਦੇ ਹੈਗੇ ਆ। ਕਈ ਵਾਰੀ ਸਟੀਰੋਇਡ ਸਾਨੂੰ ਦੇਣੇ ਪੈਂਦੇ ਹੈਗੇ ਆ, ਜਿਹੜੀ ਕਿ ਜਿਹੜੀ ਫੰਗਲ ਹੈਗੀ ਆ ਉਹਦੀ ਅਲਰਜੀ ਹੋ ਜਾਂਦੀ ਆ। ਜਿਹੜੀ ਖਾਰਿਸ਼ ਜਿੰਨੀ ਵੀ ਹੁੰਦੀ ਆ ਉਹ ਅਲਰਜੀ ਕਰਕੇ ਹੁੰਦੀ ਆ। ਔਰ ਜਿਹੜੀਆਂ ਸਕੇਲਸ ਜਿਹੜੀਆਂ ਹੈਗੀਆਂ ਉਹ ਸਿਕਰੀ ਦੀਆਂ ਸਕੇਲਸ ਸਾਡੇ ਮਤਲਬ ਚੈਸਟ ਦੇ ਉੱਤੇ ਜਾਂ ਸਾਡੀ ਬੈਕ ਦੇ ਉੱਤੇ ਵੀ ਗਿਰਦੀਆਂ ਆ, ਤਾਂ ਉੱਥੇ ਵੀ ਕਈ ਵਾਰੀ ਅੱਖਾਂ ਦੇ ਉੱਤੇ ਵੀ ਸਾਡੇ ਜਿਹੜੇ ਬਲੈਫਰਾਈਟਸ ਵਗੈਰਾ ਔਰ ਅੱਖਾਂ ਦੇ ਜਿਹੜੇ ਝੰਮਣ ਹੈਗੇ ਆ ਉਹਨਾਂ ਦੇ ਉੱਤੇ ਵੀ ਕਈ ਵਾਰੀ ਇਹ ਸਿਕਰੀ ਦਾ ਹੀ ਕਾਰਨ ਬਣਦੇ ਹੈਗੇ ਆ ਕਿ ਉੱਥੇ ਵੀ ਇਨਫੈਕਸ਼ਨ ਹੋ ਜਾਂਦੀ ਆ ਔਰ ਉੱਥੇ ਵੀ ਖਾਰਿਸ਼ ਹੁੰਦੀ ਹੈਗੀ ਆ। ਔਰ ਇਹਦੇ ਲਈ ਇੱਕ ਤਾਂ ਸ਼ੈਂਪੂ ਜਿਹੜਾ ਹੈਗਾ ਆ, ਉਹ ਜਿਨ੍ਹਾਂ ਦੀ ਸਕਿਨ ਜਿਹੜੀ ਬਹੁਤ ਆਇਲੀ ਹੈਗੀ ਆ ਉਹਨਾਂ ਨੂੰ ਡੇਲੀ ਜਾਨੀ ਸ਼ੈਂਪੂ ਕਰਨਾ ਚਾਹੀਦਾ ਹੈਗਾ, ਨਹੀਂ ਤਾਂ ਹਫਤੇ 'ਚ 2-3 ਵਾਰੀ ਤਾਂ ਜ਼ਰੂਰੀ ਸ਼ੈਂਪੂ ਕਰਨਾ ਚਾਹੀਦਾ ਹੈਗਾ ਆ। ਉਹ ਵੀ ਐਂਟੀ ਡੈਂਡਰਫ ਸ਼ੈਂਪੂ ਜਿਹੜਾ ਹੈਗਾ ਆ ਉਹ ਇਸਤੇਮਾਲ ਕਰਨਾ ਚਾਹੀਦਾ ਹੈਗਾ ਆ। ਫਿਰ ਖਾਣੇ ਦੇ ਵਿੱਚ ਜਿਹੜੇ ਹੈਗੇ ਆਪਣੇ ਵਿਟਾਮਿਨਸ ਪੂਰੇ ਰੱਖਣੇ ਚਾਹੀਦੇ ਹੈਗੇ ਆ। ਓਮੇਗਾ 3 ਜਿਹੜਾ ਹੈਗਾ ਉਹ ਪੂਰਾ ਰੱਖਣਾ ਚਾਹੀਦਾ ਹੈਗਾ ਆ। ਔਰ ਪਾਣੀ ਦਾ ਜਿਹੜਾ ਇਸਤੇਮਾਲ ਹੈਗਾ ਆ ਉਹ ਘੱਟੋ ਘੱਟ ਜਿਹੜੇ 8-10 ਗਲਾਸ ਹੈਗੇ ਆ ਉਹ ਪੀਣੇ ਚਾਹੀਦੇ ਹੈਗੇ ਆ। ਹਾਂਜੀ ਡਾਕਟਰ ਸਾਹਿਬ, ਮੇਰਾ ਇੱਕ ਸਵਾਲ ਹੈ। ਹਾਂਜੀ ਡਾਕਟਰ ਸਾਹਿਬ, ਜਿਹੜੇ ਸਕਿਨ ਉੱਤੇ ਵਾਈਟ ਨਿਸ਼ਾਨ ਜਿਹੇ ਫਲਵੈਰੀ ਵਾਂਗੂ ਹੋ ਜਾਂਦੇ ਆ, ਉਹਦਾ ਕੋਈ ਇਲਾਜ ਹੈਗਾ? ਜਿੱਦਾਂ ਛੋਟੇ ਛੋਟੇ ਦਾਣੇ ਹੋ ਜਾਂਦੇ ਵਾਈਟ ਸਕਿਨ ਤੇ। ਹਾਂ, ਸਕਿਨ ਦੇ ਜਿਹੜੀ ਫਲਵੈਰੀ ਹੈਗੀ ਆ ਉਹਦਾ ਇਲਾਜ ਹੈਗਾ ਆ। ਉਹਦੇ ਵਿੱਚ ਜੇ ਇਹ ਆਪਣੇ ਜਿਹੜਾ ਮੈਲਾਨਿਨ ਪਿਗਮੈਂਟ ਹੈਗਾ ਆ ਨਾ, ਉਹ ਪਿਗਮੈਂਟ ਜਿਹੜਾ ਆ ਉਹਨਾਂ ਦੇ ਮਤਲਬ ਖਤਮ ਹੋ ਜਾਂਦਾ ਹੈਗਾ ਆ। ਇਹ ਕਈਆਂ ਦੇ ਤਾਂ ਜੈਨੇਟਿਕ ਹੁੰਦਾ ਹੈਗਾ ਆ, ਕਈਆਂ ਦੇ ਬਾਅਦ ਦੇ ਵਿੱਚ ਸ਼ੁਰੂ ਹੋ ਜਾਂਦਾ ਹੈਗਾ ਆ। ਔਰ ਇਹਦੀ ਜਿਹੜੀ ਅਗਰ ਅਸੀਂ ਇਹਦਾ ਇਲਾਜ ਕਰੀਏ ਤੇ ਕਾਫੀ ਇਹਨੂੰ ਠੀਕ ਕਰ ਸਕਦੇ ਹੈਗੇ ਆ। ਕਈ ਦਵਾਈਆਂ ਹੈਗੀਆਂ ਜਿਹੜੀਆਂ ਕਿ ਇਹਨੂੰ ਠੀਕ ਕਰਦੀਆਂ, ਕੋਈ ਲਾਉਣ ਵਾਲੀਆਂ ਵੀ ਹੈਗੀਆਂ ਆ ਔਰ ਖਾਣ ਵਾਲੀਆਂ ਵੀ ਹੈਗੀਆਂ ਆ। ਉਹ ਇਸਤੇਮਾਲ ਕਰਦੇ ਆ ਤੇ ਠੀਕ ਹੋ ਜਾਂਦਾ। ਹਾਂਜੀ ਡਾਕਟਰ ਸਾਹਿਬ, ਆਪਾਂ ਨੂੰ ਇਹ ਸਟਾਰਟਿੰਗ 'ਚ ਹੀ ਫੜ ਲੈਣਾ ਚਾਹੀਦਾ ਆ ਨੈਚੁਰਲੀ ਪ੍ਰੋਬਲਮ ਫੈਲ ਜਾਏ? ਜੇ ਫੈਲਣ ਤੋਂ ਪਹਿਲਾਂ ਪਕੜ ਲਓ ਤੇ ਤਾਂ ਵੀ ਠੀਕ ਆ। ਜੇ ਤੁਸੀਂ ਪਹਿਲਾਂ ਕੁਤਾਹੀ ਕਰ ਲਈ ਆ ਤੇ ਜਦੋਂ ਵੀ ਪਕੜ ਲਓ ਉਦੋਂ ਹੀ ਵਧੀਆ ਹੈਗਾ। ਹਾਂਜੀ ਡਾਕਟਰ। ਵੈਸੇ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈਗਾ ਕਿ ਇਹਦਾ। ਕਿੰਨਾ ਕੁ ਟਾਈਮ ਲੱਗਦਾ ਡਾਕਟਰ ਸਾਹਿਬ ਇਹਨੂੰ ਕਵਰ ਹੋਣ ਲਈ? ਇਹਨੂੰ ਕਵਰ ਨੂੰ 6-7 ਮਹੀਨੇ ਲੱਗ ਜਾਂਦੇ ਆ। ਹਾਂਜੀ ਡਾਕਟਰ ਸਾਹਿਬ। ਜੀ ਡਾਕਟਰ ਸਾਹਿਬ, ਔਰ ਇਹਦੇ ਲਈ ਅਵੋਇਡ ਕੀ ਕਰਨਾ ਚਾਹੀਦਾ ਸਰ? ਜਿਵੇਂ ਇਹਦੇ ਵਿੱਚ ਕਹਿੰਦੇ ਖੱਟੀਆਂ ਚੀਜ਼ਾਂ ਜਿਵੇਂ ਕਿ ਅਚਾਰ, ਨਿੰਬੂ, ਦਹੀਂ, ਇਹ ਸਭ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ। ਇਹਦਾ ਕੋਈ ਕਾਰਨ ਨਹੀਂ ਹੈ।
ਠੀਕ ਹੈ, ਮਤਲਬ ਕਿ ਅਗਰ ਇਦਾਂ ਦੀ ਕੋਈ ਕੰਡੀਸ਼ਨ ਆਂਦੀ ਆ ਤਾਂ ਇਹ ਚੀਜ਼ਾਂ ਲੈ ਸਕਦੇ ਆ। ਹਾਂ ਕਈ ਵਾਰੀ ਇਹਦੇ ਕਹਿੰਦੇ ਆ ਕਿ ਉਹ ਮੱਛੀ ਔਰ ਦੁੱਧ ਨਹੀਂ ਲੈਣਾ ਚਾਹੀਦਾ, ਉਹ ਵੀ ਕੋਈ ਐਵੇਂ ਗਲਤ ਧਾਰਨਾ ਹੈਗੀ ਆ, ਉਹਦਾ ਵੀ ਕੋਈ ਐਸੇ ਵਿੱਚ ਰੋਲ ਨਹੀਂ ਹੈ। ਜੀ ਡਾਕਟਰ ਸਾਹਿਬ, ਹੋਰ ਕਿਸੇ ਦਾ ਕੁਐਸਚਨ ਹੈ ਅਗਰ ਕੋਈ ਪੁੱਛਣਾ ਚਾਹਵੇ ਤਾਂ? ਆਲਮੋਸਟ ਸਾਰੀਆਂ ਚੀਜ਼ਾਂ ਡਾਕਟਰ ਸਾਹਿਬ ਨੇ ਕਵਰ ਕਰ ਦਿੱਤੀਆਂ ਅੱਜ ਦੇ ਟੌਪਿਕ ਦੇ ਵਿੱਚ। ਆਲਮੋਸਟ ਜਿੰਨੇ ਵੀ ਸਕਿਨ ਦੇ ਡਿਸੀਜ਼ ਸੀ, ਵੇਰੀਅਸ ਟਾਈਪਸ ਆਫ, ਤੇ ਜਿੰਨੀਆਂ ਵੀ ਚਮੜੀ ਦੇ ਜਿਹੜੇ ਰੋਗ ਆ, ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਡਿਫਰੈਂਟ ਟਾਈਪ ਆਫ, ਡਾਕਟਰ ਸਾਹਿਬ ਨੇ ਸਾਨੂੰ ਉਹਦੀਆਂ ਪਿਕਚਰ ਵੀ ਆਪਣੀ ਪ੍ਰੈਜੈਂਟੇਸ਼ਨ 'ਚ ਸ਼ੇਅਰ ਕੀਤੀਆਂ ਆ। ਹੋਪ ਤੁਸੀਂ ਸਾਰਿਆਂ ਨੇ ਦੇਖੀਆਂ ਹੋਗੀਆਂ। ਤੇ ਆਲ ਜਿਹੜੀਆਂ ਰਿਕਾਰਡਿੰਗਸ ਹੁੰਦੀਆਂ YouTube ਦੇ ਚੈਨਲ 'ਤੇ ਵੀ ਪ੍ਰੈਜ਼ੈਂਟ ਕੀਤੀਆਂ ਜਾਂਦੀਆਂ ਦਾ ਹਰਬਲ ਅਰਥ ਤੋਂ, ਤੇ ਉੱਥੇ ਜਾ ਕੇ ਵੀ ਤੁਸੀਂ ਇਹ ਜਿਹੜੀ ਰਿਕਾਰਡਿੰਗ ਆ ਸੁਣ ਸਕਦੇ ਆ। ਔਰ ਡਾਕਟਰ ਸਾਹਿਬ ਦੀ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਨੋਟ ਡਾਊਨ ਕਰਕੇ ਉੱਤੇ ਅਮਲ ਕਰਕੇ ਆਪਣੇ ਲਾਈਫ ਸਟਾਈਲ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਿਆ ਕੇ ਬਿਮਾਰੀਆਂ ਤੋਂ ਬਚ ਸਕਦੇ ਆ। ਤੇ ਅੱਜ ਦਾ ਜਿਹੜਾ ਟੌਪਿਕ ਸੀ ਆਪਾਂ ਇੱਥੇ ਹੀ ਸਮਾਪਤ ਕਰਦੇ ਆ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ। ਸ਼ੁਕਰੀਆ ਜੀ। Thank you to all of you. Good evening to all of you. Good evening, Dr. Saab. Thank you ਜੀ, thank you.